हाँ जी दोस्तों, दर्शन बुट्टर दियां कुछ लाइनां ने जिन्हां नाल मैं अज दे प्रोग्राम का आगाज कर रहा। इस शिकवियां का वक्त नहीं, घड़ी दियां सूइयां जो मर्जी कहण, बहुत हो चुकी है दुर दुर अपनियां नूं उलांभे, बेगानियां ते इल्जाम। इस सब विसार दिए इसे ही पल, ठंडियां तत्तियां त्रेलियां ते मत्थे दियां त्रोड़ियां तो मुक्त होके पेश होइए आत्मा दी कचहरी विच। बहुत हो चुकियां ने बहसां, बहुत कर चुके संवाद, हुण आ ही जाओ आत्मा दी कचहरी विच अपने खिलाफ फैसला सुन लई। इस शिकवियां दा वक्त नहीं, घड़ी दियां सूइयां जो मर्जी कहण। बहुत अच्छा। तो दोस्तों, अपनी कचहरी दे विच आपां हाज़र हां। इस कचहरी दे विच आपां अपने आप नाल संवाद रचा रहे हां। संकट काल दा दौर है ये। आप प्लीज माइक बंद करो जी। संकट काल दे इस दौर दे विच आपां अपने आप नाल संवाद करन लई इस वर्चुअल संसार दी इस खुल रही खिड़की दे विचों एक दूजे नूं मिल रहे हां ते तुहाडा पंजाब साहित्य अकैडमी ਵੱਲੋਂ बहुत-बहुत स्वागत है। अज साडे कोले दो मेहमान ने, जिन्हां दे विचों पहले मेहमान ने डॉक्टर श्याम सुंदर दीप्ति जी, जिन्हां ने इस वेले मेरे ख्याल दे विच कोरोना दौर दे विच हर पंजाबी पढ़न वाला बंदा किसी ना किसी रूप दे विच जानदा होऊगा, किसी ना किसी रूप दे विच उन्हां नूं पढ़िया होना उन्हां ने। हेलो जी प्लीज ये माइक बंद करो जी। कौन बोल रहा है विच? मैं माइक म्यूट करदा जी, एक मिनट तुसी हां जी अपने कोलों कर दो डॉक्टर साहब। मैं कर रहा बस, वो कई ना फिर खोल लेंदे ने जी विचों। जी दोस्तों, डॉक्टर श्याम सुंदर दीप्ति होरी सेहत ते साहित दोनों दे डॉक्टर ने, दोनों दे सर्जन ने। एक पासे ਸਾਹਿਤ ਰਾਹੀਂ ਸਮਾਜਿਕ ਕੁਰੀਤੀਆਂ ਤੇ ਉਂਗਲ ਰੱਖਦੇ ਨੇ, ਦੂਜੇ ਪਾਸੇ ਸਿਹਤ ਦੇ ਮਸਲਿਆਂ ਨੂੰ ਵੀ ਡੀਲ ਕਰਦੇ ਨੇ। ਕਿੱਤੇ ਵਜੋਂ ਮੈਡੀਕਲ ਲਾਈਨ ਦੇ ਡਾਕਟਰ ਨੇ, ਪਰ ਸ਼ੌਂਕ ਵਜੋਂ ਸਾਹਿਤ ਦੀ ਲਾਈਨ ਦੇ ਡਾਕਟਰ ਨੇ। ਸੋ ਦੋਨਾਂ ਪਾਸੇ ਬਰਾਬਰ ਕੰਮ ਕਰ ਰਹੇ ਨੇ। ਪੰਜਾਬੀ ਦੇ ਬਹੁਤ ਅੱਛੇ ਮਿੰਨੀ ਕਹਾਣੀਕਾਰ ਨੇ। ਸਿਹਤ ਦੇ ਮਸਲਿਆਂ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ। ਖਾਸ ਤੌਰ ਤੇ ਜਿਹੜੇ ਬੱਚਿਆਂ ਨਾਲ ਜੁੜੇ ਹੋਏ ਮਸਲੇ ਨੇ, ਕਿਸ਼ੋਰ ਅਵਸਥਾ ਨਾਲ ਜੁੜੇ ਹੋਏ ਮਸਲੇ ਨੇ, ਇਹਨਾਂ ਤੇ ਇਹਨਾਂ ਦੀਆਂ ਕਿਤਾਬਾਂ ਆਈਆਂ। ਕਿਸ਼ੋਰ ਅਵਸਥਾ, ਜੀਵਨ ਸ਼ੈਲੀ, ਜਵਾਨ ਹੋ ਰਹੇ ਧੀਆਂ ਪੁੱਤ, ਮਨੁੱਖ ਹੋਣ ਦੇ ਮੈਨੇ, ਸ਼ੂਗਰ ਰੋਗ, ਆਸਾਨ ਹੈ ਜ਼ਿੰਦਗੀ, ਬੱਚੇ ਕਦੇ ਤੰਗ ਨਹੀਂ ਕਰਦੇ, ਬਾਬਾ ਨਾਨਕ ਦੇ ਮੁੱਖ ਸਰੋਕਾਰ, ਮੇਰਾ ਦੋਸਤ ਭਗਤ ਸਿੰਘ। ਕਹਿਣ ਦਾ ਭਾਵ ਅਗਾਂਹ ਵਧੂ ਸਰੋਕਾਰਾਂ ਦੇ ਨਾਲ, ਬਾਲ ਸਰੋਕਾਰਾਂ ਦੇ ਨਾਲ, ਮਿੰਨੀ ਕਹਾਣੀ ਦੇ ਸਰੋਕਾਰਾਂ ਨਾਲ ਤੇ ਹੁਣ ਕਰੋਨਾ ਦੇ ਸਰੋਕਾਰਾਂ ਨਾਲ, ਸੰਕਟ ਦੇ ਸਰੋਕਾਰਾਂ ਨਾਲ ਇੱਕੋ ਵੇਲੇ ਵਾਬਸਤਾ ਡਾਕਟਰ ਸ਼ਾਮ ਸੁੰਦਰ ਦੀਪਤੀ ਸਾਡੇ ਵਿਚਕਾਰ ਨੇ। ਲਗਾਤਾਰ ਮਿੰਨੀ ਕਹਾਣੀ ਦਾ ਮੈਗਜ਼ੀਨ ਕੱਢ ਰਹੇ ਨੇ, ਦੁਗੁਣਾ ਦੇ ਅੰਗ ਸੰਗ। ਤੇ ਇਹਨਾਂ ਦੀ ਸਭ ਤੋਂ ਵੱਡੀ ਪਹਿਚਾਣ ਕਰੋਨਾ ਦੌਰ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਜਦੋਂ ਤੋਂ ਕਰੋਨਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਹਰ ਰੋਜ਼ ਲੜੀਵਾਰ ਸਿਹਤ ਦੇ ਮਸਲੇ ਤੇ ਕਰੋਨਾ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪਰਤਾਂ ਦੇ ਉੱਤੇ ਸਾਨੂੰ ਗਿਆਨ ਦਿੰਦੇ ਰਹੇ ਨੇ, ਵੱਡਮੁੱਲਾ ਗਿਆਨ ਦਿੰਦੇ ਰਹੇ ਨੇ। ਉਸ ਵੇਲੇ ਇਸ ਗੱਲ ਦੀ ਬਹੁਤ ਲੋੜ ਸੀ ਇੱਕ ਵਿਗਿਆਨਕ ਤਰੀਕੇ ਦੀ ਜਾਣਕਾਰੀ ਸਾਨੂੰ ਮਿਲੇ ਕਿ ਉਹ ਰੋਜ਼ ਪਰਤ ਦਰ ਪਰਤ ਕਿਸੇ ਨਵੇਂ ਇਸ਼ੂ ਤੇ ਸਾਡੇ ਨਾਲ ਗੱਲ ਕਰਦੇ ਸੀ। ਤੇ ਇਹ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਗੱਲ ਹੈ। ਦੂਜੇ ਜੋ ਮਹਿਮਾਨ ਨੇ ਸਾਡੇ ਵਿਚਕਾਰ ਉਹ ਨੇ ਹਰਭਗਵਾਨ ਚਾਵਲਾ ਜੀ। ਹਰਭਗਵਾਨ ਚਾਵਲਾ ਉਸ ਪੰਜਾਬ ਤੋਂ ਸੰਬੰਧਿਤ ਨੇ ਜਿਹੜਾ 1966 ਦੇ ਵਿੱਚ ਸਾਡੇ ਕੋਲੋਂ ਵਿਛੜ ਗਿਆ ਸੀ। 1947 ਦੇ ਵਿੱਚ ਪੰਜਾਬ ਦੀ ਪਹਿਲੀ ਵੰਡ ਹੋਈ। ਉਸ ਤੋਂ ਬਾਅਦ 1966 ਦੇ ਵਿੱਚ ਦੂਜੀ ਵੰਡ ਹੋਈ, ਜਿਹਦੇ ਵਿੱਚ ਪੰਜਾਬ ਦਾ ਇੱਕ ਹਿੱਸਾ ਹਰਿਆਣਾ ਪੰਜਾਬ ਤੋਂ ਵੱਖਰਾ ਹੋ ਗਿਆ ਸੀ। ਮੈਂ ਵੀ ਉਸੇ ਹਿੱਸੇ ਨੂੰ ਬਿਲੋਂਗ ਕਰਦਾ ਤੇ ਹਰਭਗਵਾਨ ਚਾਵਲਾ ਵੀ ਉਸ ਹਿੱਸੇ ਨੂੰ ਬਿਲੋਂਗ ਕਰਦੇ ਨੇ। ਉਸ ਹਿੱਸੇ ਦੇ ਲੋਕਾਂ ਦੀ ਇਹ ਬਦਕਿਸਮਤੀ ਹੈ ਕਿ ਉਹ ਬੇਸਿਕਲੀ ਪੰਜਾਬੀ ਨੇ ਪਰ ਉਹਨਾਂ ਨੂੰ ਜ਼ਬਾਨ ਹਿੰਦੀ ਪੜ੍ਹਨੀ ਪੈਂਦੀ ਹੈ। ਇਸ ਕਰਕੇ ਹਰ ਇੱਕ ਦਿਨ ਕਿਤੇ ਖੁਸ਼ਕਿਸਮਤੀ ਬਣ ਜਾਂਦੀ ਹੈ ਕਿ ਉਹ ਹਿੰਦੀ ਦੇ ਵਿੱਚ ਵੀ ਲਿਖਣ ਲੱਗ ਜਾਂਦੇ ਨੇ ਤੇ ਪੰਜਾਬੀ ਦੇ ਵਿੱਚ ਵੀ। ਹਰਭਗਵਾਨ ਚਾਵਲਾ ਦੋਨੇ ਭਾਸ਼ਾਵਾਂ ਦੇ ਵਿੱਚ ਲਿਖ ਰਹੇ ਨੇ ਤੇ ਅੱਜ ਸਾਡੇ ਨਾਲ ਆਪਣੀਆਂ ਕੁਝ ਪੰਜਾਬੀ ਕਵਿਤਾਵਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਟ੍ਰਿਬਿਊਨ ਵਰਗੇ ਅਖਬਾਰਾਂ ਦੇ ਵਿੱਚ ਲੱਗੀਆਂ ਉਹ ਸਾਂਝਾ ਕਰਨਗੇ ਇੱਕ ਮਹਿਮਾਨ ਸ਼ਾਇਰ ਦੇ ਤੌਰ ਤੇ ਡਾਕਟਰ ਸ਼ਾਮ ਸੁੰਦਰ ਦੀਪਤੀ ਸਾਡੇ ਨਾਲ ਗੱਲਾਂ ਕਰਨਗੇ ਖੁੱਲ ਕੇ। ਮੈਂ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਬੇਨਤੀ ਕਰਦਾ ਬਿਨਾਂ ਕਿਸੇ ਰੁਕਾਵਟ ਦੇ ਕਿ ਉਹ ਸਾਡੇ ਆਏ ਹੋਏ ਮਹਿਮਾਨਾਂ ਨੂੰ ਪੰਜਾਬ ਸਾਹਿਤ ਅਕੈਡਮੀ ਵੱਲੋਂ ਜੀ ਆਇਆਂ ਕਹਿਣਗੇ। ਡਾਕਟਰ ਸਰਬਜੀਤ ਕੌਰ ਸੋਲ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਸੰਕਟ ਕਾਲ ਤੇ ਸਾਹਿਤ ਦੇ ਅੱਜ 7ਵੇਂ ਐਪੀਸੋਡ ਦੇ ਵਿੱਚ ਅੱਜ ਸਾਡੇ ਬਹੁਤ ਹੀ ਮਾਇਨਾਜ਼ ਹਸਤੀ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ।
ਹਰਭਗਵਾਨ ਚਾਵਲਾ ਜੀ, ਇਹਨਾਂ ਦਾ ਵੀ ਬਹੁਤ ਸਵਾਗਤ ਹੈ। ਔਰ ਇਹਦੇ ਨਾਲ ਸਾਡੇ ਸਾਰੇ ਹੀ ਦਰਸ਼ਕ, ਸਾਡੇ ਪਾਠਕ, ਸਾਡੇ ਨਾਲ ਜਿਹੜੇ ਪੰਜਾਬ ਸਾਹਿਤ ਅਕੈਡਮੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਮੈਨੂੰ ਲੱਗਦਾ ਹੈ ਕਿ ਪੂਰਾ ਦਿਨ ਦੇ ਵਿੱਚ ਅਸੀਂ ਉਡੀਕ ਕਰਦੇ ਹੁੰਦੇ ਆ, ਮੇਰੇ ਸਮੇਤ ਅਸੀਂ ਉਡੀਕ ਕਰ ਰਹੇ ਹੁੰਦੇ ਆ ਕਿ ਕਦੋਂ ਸ਼ਾਮ ਦੇ 8 ਵਜਣਗੇ। 6-7 ਵਜੇ ਤੋਂ ਘੜੀ ਵੇਖਣੀ ਸ਼ੁਰੂ ਹੋ ਜਾਈਦੀ ਹੈ, ਸਾਰੇ ਕੰਮ ਛੱਡ ਕੇ ਆਨਲਾਈਨ ਅਸੀਂ ਇੱਕ ਦੂਜੇ ਦੇ ਨਾਲ ਰਾਬਤਾ ਕਾਇਮ ਕਰਦੇ ਆ। ਸੋ ਮੈਨੂੰ ਏਦਾਂ ਲੱਗਦਾ ਹੁੰਦਾ ਹੈ ਕਿ ਇਹ ਜਿਹੜਾ ਉਦਮ ਉਪਰਾਲਾ ਹੈ, ਅਸੀਂ ਸਾਰੇ ਇਸ ਉਪਰਾਲੇ ਦੇ ਸਦਕਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਚੰਗੀਆਂ ਗੱਲਾਂ ਵੀ ਕਰੀਏ, ਸਾਹਿਤ ਮਨੁੱਖਤਾ ਨੂੰ, ਸਾਹਿਤ ਸਮਾਜ ਨੂੰ ਕੋਈ ਸੇਧ ਵੀ ਦੇਵੇ, ਤੇ ਇਹਦੇ ਨਾਲ ਨਾਲ ਸਾਹਿਤ ਸਾਨੂੰ ਜਿਹੜੀ ਵੀ ਅਸੀਂ ਚੋਣ ਕਰਦੇ ਹਾਂ ਰਿਸੋਰਸ ਪਰਸਨਸ ਦੀ, ਜਿਵੇਂ ਅੱਜ ਦੇ ਸਾਡੇ ਬੁਲਾਰੇ ਨੇ ਡਾਕਟਰ ਸ਼ਾਮ ਸੁੰਦਰ ਦੀਪਤੀ। ਜੇਕਰ ਮੈਂ ਇਹਨਾਂ, ਕਿਉਂਕਿ ਡਾਕਟਰ ਦੀਪ ਨੇ ਇਹਨਾਂ ਬਾਰੇ ਬਹੁਤ ਕੁਝ ਕਿਹਾ ਹੈ, ਜੇਕਰ ਮੈਂ ਕਹਾਂ ਤਾਂ ਇਹ ਇੰਨੇ ਉਦਮੀ ਨੇ ਕਿ ਬਹੁਤ ਸਾਰੀਆਂ ਮਾਜ਼ੂਰੀਆਂ ਤੇ ਇਹਨਾਂ ਨੇ ਆਪਣੇ ਆਪ ਨੂੰ ਕਵਰ ਕਰਕੇ ਉਹਨਾਂ ਤੋਂ ਉੱਪਰ ਉੱਠ ਕੇ ਇਹਨਾਂ ਨੇ ਮਨੁੱਖਤਾ ਲਈ, ਸਮਾਜ ਲਈ ਬਹੁਤ ਕੰਮ ਕੀਤਾ ਹੈ। ਔਰ ਜਿਹੜਾ ਇਸ ਵੇਲੇ ਇਸ ਸੰਕਟ ਦੇ ਸਮੇਂ ਦੇ ਵਿੱਚ ਸਭ ਨੂੰ ਗਾਈਡ ਕਰ ਰਹੇ ਨੇ ਅਖਬਾਰਾਂ ਰਾਹੀਂ, ਇਸ ਜ਼ਰੀਏ। ਸੋ ਮੈਨੂੰ ਲੱਗਦਾ ਹੈ ਕਿ ਸਾਡੇ ਇਸ ਪ੍ਰੋਗਰਾਮ ਦੀ ਸਫਲਤਾ ਇਸ ਗੱਲ ਦੇ ਵਿੱਚ ਆ ਕਿ ਅੱਜ ਡਾਕਟਰ ਸਾਹਿਬ ਸਾਨੂੰ ਉਸ ਪੱਖ ਤੋਂ ਵੀ ਜਾਣੂ ਕਰਾਉਣਗੇ ਕਿ ਕਰੋਨਾ ਵਾਲੀ ਮਹਾਮਾਰੀ ਨਾਲ ਅਸੀਂ ਇੱਕ ਮਨੁੱਖ ਵਜੋਂ ਕਿਵੇਂ ਵਿਚਰਨਾ ਹੈ, ਕਿਵੇਂ ਅਸੀਂ ਇਹ ਤੇ ਕਾਬੂ ਪਾਉਣਾ ਹੈ, ਕਿਵੇਂ ਅਸੀਂ ਆਪਣਾ ਬਚਾਅ ਕਰਨਾ ਹੈ, ਸੁਰੱਖਿਅਤ ਰਹਿਣਾ ਹੈ। ਤੇ ਦੂਸਰਾ ਜਿਹੜਾ ਆ ਸਾਹਿਤ ਦੇ ਪੱਖ ਤੋਂ ਵੀ ਇਹ ਸਾਨੂੰ ਜਾਣੂ ਕਰਾਉਣਗੇ ਕਿ ਇੱਕ ਸਾਹਿਤਕਾਰ ਕਿਵੇਂ ਮਹਿਸੂਸ ਕਰਦਾ ਹੈ। ਸੋ ਅਸੀਂ ਅੱਜ ਇਹਨਾਂ ਨੂੰ ਸੁਣਾਂਗੇ। ਔਰ ਮੈਨੂੰ ਇਸ ਗੱਲ ਦੀ ਤੁਹਾਨੂੰ ਦੱਸਦਿਆਂ ਬਹੁਤ ਖੁਸ਼ੀ ਹੁੰਦੀ ਆ ਕਿ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਲੇਖਕ, ਬਹੁਤ ਸਾਰੇ ਸਾਡੇ ਨਾਲ ਦਰਸ਼ਕ ਜੁੜਦੇ ਨੇ ਔਰ ਉਹਨਾਂ ਦਾ ਬਹੁਤ ਭਰਪੂਰ ਹੁੰਗਾਰਾ ਹੈ। ਇਸ ਵੇਲੇ WhatsApp ਤੇ ਮੈਂ ਵੇਖ ਰਹੀ ਹਾਂ, ਨਾਲ ਨਾਲ ਮੇਰੇ ਕੋਲੇ ਦੂਸਰੇ ਫੋਨ ਤੇ WhatsApp ਚੱਲ ਰਿਹਾ। ਬਹੁਤ ਸਾਰੇ ਸਾਡੇ ਨਾਲ ਸਰੋਤੇ ਜਿਹੜੇ ਨੇ ਜੁੜੇ ਹੋਏ ਨੇ। ਬਾਅਦ ਵਿੱਚ ਅਸੀਂ ਇਹਨਾਂ ਸਭ ਦੇ ਨਾਮ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਇੰਨੇ ਕੁ ਉਦਮ ਨਾਲ ਅਸੀਂ ਕੁਝ ਵੀ ਤਬਦੀਲੀ ਲਿਆ ਸਕੇ, ਕਿਉਂਕਿ ਇਸ ਵੇਲੇ ਅਸੀਂ ਰੂਬਰੂ ਨਹੀਂ ਹੋ ਸਕਦੇ, ਇੱਕ ਦੂਜੇ ਦੇ ਸੰਗ ਸਾਥ ਚ ਨਹੀਂ ਕਰ ਸਕਦੇ, ਅਸੀਂ ਸਾਹਮਣੇ ਨਹੀਂ ਹੋ ਸਕਦੇ, ਪਰ ਅਸੀਂ ਇਸ ਜ਼ਰੀਏ ਜੇ ਮਨੁੱਖ ਤੇ ਸੰਕਟ ਪੈਂਦਾ ਹੈ, ਮੁਸ਼ਕਲ ਆਉਂਦੀ ਆ, ਤਾਂ ਉਹਦਾ ਕੋਈ ਨਾ ਕੋਈ ਉਸ ਤੋਂ ਇੱਕ ਨਵਾਂ ਰਾਹ ਵੀ, ਸਾਨੂੰ ਇੱਕ ਨਵੀਂ ਸੇਧ ਵੀ ਮਿਲਦੀ ਆ। ਸੋ ਅਸੀਂ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਉਹ ਸੇਧ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੇਰੇ ਵੱਲੋਂ ਇੱਕ ਵਾਰੀ ਆਪ ਸਭ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਔਰ ਮੈਂ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ, ਸਾਡੇ ਨਾਲ ਜੁੜਦੇ ਹੋ, ਸਾਡੇ ਬਾਰੇ ਗੱਲ ਕਰਦੇ ਹੋ। ਜ਼ਰੂਰ ਸਾਨੂੰ ਇਹਦੀ ਫੀਡਬੈਕ ਦਿਆ ਕਰੋ ਤਾਂ ਕਿ ਅਸੀਂ ਇਸ ਨੂੰ ਹੋਰ ਚੰਗਾ ਕਰ ਸਕੀਏ। ਇਹ ਤੁਹਾਡਾ ਮੰਚ ਹੈ, ਤੁਹਾਡੇ ਲਈ ਹੈ। ਸੋ ਜਿੰਨੀ ਦੇਰ ਚਾਹੋਗੇ ਅਸੀਂ ਇਹ ਪ੍ਰੋਗਰਾਮ ਚਲਾਉਂਦੇ ਜਾਵਾਂਗੇ। ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਬਹੁਤ ਬਹੁਤ ਜੀ ਆਇਆਂ ਨੂੰ। ਔਰ ਮੈਂ ਦੱਸ ਦਿਆਂ ਕਿ ਡਾਕਟਰ ਕੁਲਦੀਪ ਦੀਪ ਵਾਹਿਦ ਅਜਿਹੇ ਸ਼ਖਸ ਨੇ ਜਿਹੜੇ ਸਾਰਾ ਦਿਨ ਇਸ ਤੇ ਕੰਮ ਕਰ ਰਹੇ ਹੁੰਦੇ ਨੇ, ਸ਼ਾਮ ਤੱਕ ਸਾਰੇ ਦਾ ਸਾਰਾ ਉਪਰਾਲਾ ਜਿਹੜਾ ਆ ਉਹ ਇਹੋ ਹੀ ਕਰਦੇ ਨੇ ਡਾਕਟਰ ਦੀਪ। ਤੇ ਮੈਂ ਇਹਨਾਂ ਦੀ ਵੀ ਸ਼ੁਕਰਗੁਜ਼ਾਰ ਆ ਕਿ ਇਹਨਾਂ ਦੇ ਜ਼ਰੀਏ ਅਸੀਂ ਸਾਰੇ ਇੱਥੋਂ ਤੱਕ ਪਹੁੰਚ ਸਕੇ ਹਾਂ। ਸਤਪਾਲ ਭਿੱਖੀ ਜੀ ਵੀ ਸਾਡੇ ਨਾਲ ਜੁੜੇ ਹੁੰਦੇ ਨੇ, ਉਹ ਵੀ ਸਾਡੇ ਅਕੈਡਮੀ ਦੇ ਮੈਂਬਰ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਅਸੀਂ ਮਿਲਦੇ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੂੰ। ਜੀ ਮੈਮ, ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਡਾਕਟਰ ਸ਼ਾਮ ਸੁੰਦਰ ਦੀਪਤੀ ਹੋਰਾਂ ਨੂੰ ਆਪਾਂ ਇਸ ਸਿੰਘਾਸਨ ਤੇ ਬਿਠਾਈਏ, ਮੈਂ ਹਰਭਗਵਾਨ ਚਾਵਲਾ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਦੇ ਸ਼ਾਇਰ ਦੇ ਤੌਰ ਤੇ ਸਾਨੂੰ ਕੀ ਸੁਣਾਉਣਾ ਚਾਹਣਗੇ। 5 ਤੋਂ ਲੈ ਕੇ 6 ਮਿੰਟ ਦੇ ਵਿੱਚ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜੋ ਕੁਝ ਵੀ ਉਹਨਾਂ ਦੇ ਮਨ ਦੇ ਵਿੱਚ ਹੈ ਉਹ ਸਾਡੇ ਨਾਲ ਸਾਂਝਾ ਕਰਨ। ਸੰਕਟ ਕਾਲ ਦੇ ਸਿਰਜਣਾ ਦੇ ਪਲ, ਹਰਭਗਵਾਨ ਚਾਵਲਾ ਜੀ। ਨਮਸਕਾਰ ਜੀ ਸਾਰਿਆਂ ਨੂੰ। ਨਮਸਕਾਰ। ਮੈਂ ਲਿਖਦਾ ਹਿੰਦੀ ਚ ਹਾਂ, ਪਰ ਪੰਜਾਬੀ ਵਾਲਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅੱਜ ਮੌਕਾ ਦਿੱਤਾ। ਤੇ ਪੰਜਾਬੀ ਚ ਮੈਂ ਸੈਲੂਟ ਵੀ ਕਰਦਾ ਪੰਜਾਬੀ ਵਾਲੇ ਸਾਰਿਆਂ ਨੂੰ ਕਿ ਉੱਥੇ ਪਾਠਕ ਬਹੁਤ ਨੇ ਤੇ ਬਹੁਤ ਗੰਭੀਰ ਪਾਠਕ ਨੇ। ਹਿੰਦੀ ਪੱਟੀ ਚ ਉਨੀ ਗੰਭੀਰਤਾ ਨਾਲ ਸਾਹਿਤ ਨੂੰ ਲਿਆ ਨਹੀਂ ਜਾਂਦਾ ਜਿੰਨਾ ਪੰਜਾਬੀ ਵਾਲੇ ਲੈਂਦੇ ਨੇ ਜੀ। ਤੇ ਅੱਜ ਮੈਂ 5 ਮਿੰਟ ਹੀ ਲਾਂਗਾ, ਉਸ ਤੋਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਕੁਝ ਕਵਿਤਾਵਾਂ ਨੇ ਜਦੋਂ ਮਜ਼ਦੂਰਾਂ ਦਾ ਪਲਾਇਨ ਹੋਇਆ। ਪਹਿਲੀ ਹੈ, ਉਹ ਕਿਸੇ ਜੀਵਾਣੂ ਵਿਸ਼ਾਣੂ ਤੋਂ ਨਹੀਂ ਡਰਦੇ, ਉਹ ਡਰਦੇ ਨੇ ਉਹਨਾਂ ਨੂੰ ਵਿਸ਼ਾਣੂ ਮੰਨਣ ਵਾਲੇ ਲੋਕਾਂ ਤੋਂ। ਉਹ ਡਰਦੇ ਨੇ ਭੁੱਖ ਤੋਂ,
ਉਹ ਡਰਦੇ ਨੇ ਪਰਦੇਸ ਵਿੱਚ ਲਾਵਾਰਿਸ ਮੌਤ ਮਰਨ ਤੋਂ। ਉਹ ਡਰਦੇ ਨੇ ਦਿਆਲੂ ਦਬੰਗ ਮਾਲਕਾਂ ਤੋਂ। ਬਹੁਤ ਅੱਛੇ। ਬਹੁਤ ਵਧੀਆ। ਦੂਜੀ ਹੈ, ਉਹ ਕਿਸੇ ਹਿਲ ਸਟੇਸ਼ਨ ਨਹੀਂ ਜਾ ਰਹੇ। ਤੇ ਕਿਸੇ ਨੇਤਾ ਨੇ ਕਿਹਾ ਸੀ ਕਿ ਉਹ ਛੁੱਟੀਆਂ ਮਨਾਉਣ ਜਾ ਰਹੇ ਨੇ। ਅੱਛਾ ਜੀ। ਉਹ ਕਿਸੇ ਹਿਲ ਸਟੇਸ਼ਨ ਨਹੀਂ ਜਾ ਰਹੇ, ਨਾ ਮौज ਮਨਾਉਣ ਸਮੁੰਦਰ ਕਿਨਾਰੇ। ਸਭ ਕੁਝ ਗੁਆ ਕੇ ਭੱਜਣ ਦਾ ਮਤਲਬ ਛੁੱਟੀ ਮਨਾਉਣਾ ਨਹੀਂ ਹੁੰਦਾ। ਵਾਹ, ਬਹੁਤ ਵਧੀਆ। ਬਹੁਤ ਅੱਛਾ। ਤੀਜੀ ਹੈ ਜੀ, ਅਜੇ 5 ਮੀਲ ਦਾ ਰਸਤਾ ਤੈਅ ਹੋਇਆ ਹੈ ਕਿ ਗਰਭ ਦੇ ਬੱਚੇ ਨੂੰ ਸੰਭਾਲਦੀ ਔਰਤ ਦਰਦ ਨਾਲ ਤੜਫਦੀ ਸੜਕ ਤੇ ਡਿੱਗ ਪਈ ਹੈ। 500 ਮੀਲ ਦਾ ਸਫ਼ਰ ਅਜੇ ਬਾਕੀ ਹੈ। ਬਹੁਤ ਅੱਛਾ। ਬਹੁਤ ਦਰਦ। ਇੱਕ ਭੁੱਖੇ ਮੁਸਾਫਿਰ ਨੇ ਬੇਟੀ ਦੇ ਗੋਰੇ ਚਿਹਰੇ ਤੇ ਤਵੇ ਦੀ ਕਾਲਖ ਮਲ ਦਿੱਤੀ ਕਿ ਬਚੀ ਰਹੇ ਗਿਰਜਾਂ ਦੀਆਂ ਨਜ਼ਰਾਂ ਤੋਂ। ਉਂਝ ਉਹ ਜਾਣਦਾ ਹੈ ਕਿ ਗਿਰਜਾਂ ਰੰਗ ਨਹੀਂ ਮਾਸ ਦੇਖਦੀਆਂ ਨੇ। ਵਾਹ ਵਾਹ, ਬਹੁਤ ਖੂਬ, ਬਹੁਤ ਖੂਬ। ਬਹੁਤ ਕਮਾਲ। ਇੱਕ ਹੈ ਜੀ, ਇੱਕ ਭੁੱਖਾ ਆਦਮੀ ਪਰਿਵਾਰ ਲਈ ਰੋਟੀ ਨਹੀਂ, ਆਪਣੀ ਮੁਟਿਆਰ ਹੋ ਰਹੀ ਧੀ ਦੇ ਹਟ ਚੁੱਕੇ ਕੁੱਤੇ ਲਈ ਸੇਫਟੀ ਪਿਨ ਮੰਗ ਰਿਹਾ ਹੈ। ਬਹੁਤ ਖੂਬ। ਅਗਲੀ ਹੈ ਜੀ, ਪਲਾਇਨ ਕਰਤਾ ਦੀ ਤਲਾਸ਼ੀ ਲਈ ਉਸਦੇ ਸਿਰ ਤੋਂ ਗਠੜੀ ਉਤਾਰੀ ਗਈ। ਗਠੜੀ 'ਚ ਇੱਕ ਸਾੜੀ ਤੇ 2 ਦਰਜਨ ਚੂੜੀਆਂ ਸੀ ਬਸ। ਐਸੈਸਰੀ ਦੀ ਲਾਸਟ ਹੈ, ਪਲਾਇਨ ਕਰ ਰਹੇ ਲੋਕ ਚਾਹੁੰਦੇ ਨੇ ਕਿ ਭੁੱਖੇ ਪਿਆਸੇ ਟੁੱਟੇ ਫੁੱਟੇ ਲੁੱਟੇ ਪਿੱਟੇ ਜਿਵੇਂ ਵੀ ਪਹੁੰਚਣ, ਬਸ ਪਹੁੰਚ ਜਾਣ ਆਪਣੇ ਘਰ। ਮੌਤ ਕਿਤੇ ਰਸਤੇ ਵਿੱਚ ਨਾ ਦਬੋਚ ਲਵੇ। ਬਹੁਤ ਅੱਛਾ। ਵਾਹ। ਅਗਲੀ ਕਵਿਤਾ ਹੈ ਜੀ, ਦੇਖਿਓ ਜੀ। ਸਮਾਂ। ਇਹ ਸਮਾਂ ਤਾਲੀ ਵਜਾਉਣ ਦਾ ਸਮਾਂ ਹੈ। ਇਹ ਸਮਾਂ ਦੀਵੇ ਜਗਾਉਣ ਦਾ ਸਮਾਂ ਹੈ। ਇਹ ਸਮਾਂ ਵਿਗਿਆਨ ਨੂੰ ਅੰਗੂਠਾ ਦਿਖਾਉਣ ਦਾ ਸਮਾਂ ਹੈ। ਇਹ ਸਮਾਂ ਸਿਖਰ ਦੁਪਹਿਰੇ ਬਦਲਾਂ ਦੇ ਛਾਣ ਦਾ ਸਮਾਂ ਹੈ। ਇਹ ਸਮਾਂ ਸਮੂਹਕ ਚੇਤਨਾ ਨੂੰ ਹਰਾਉਣ ਦਾ ਸਮਾਂ ਹੈ। ਇਹ ਸਮਾਂ ਮੂਰਖਤਾ ਦਾ ਉਤਸਵ ਮਨਾਉਣ ਦਾ ਸਮਾਂ ਹੈ। ਇਹ ਸਮਾਂ ਆਦਮ ਯੁੱਗ ਵਿੱਚ ਮੁੜ ਜਾਣ ਦਾ ਸਮਾਂ ਹੈ। ਇਹ ਸਮਾਂ ਮਨੁੱਖ ਨੂੰ ਭੇਡਾਂ ਬਣਾਉਣ ਦਾ ਸਮਾਂ ਹੈ। ਬਹੁਤ ਖੂਬ। ਇਹ ਸਮਾਂ ਚੱਪਣੀ 'ਚ ਨੱਕ ਡੋਬ ਕੇ ਮਰ ਜਾਣ ਦਾ ਸਮਾਂ। ਵਾਹ, ਵਾਹ ਜੀ, ਵਾਹ ਜੀ। ਬਹੁਤ ਤਿੱਖਾ ਵਿਅੰਗ ਸੀ। 2-3 ਕਵਿਤਾਵਾਂ ਨੇ ਜੀ। ਇੱਕ ਭੇਡ ਸੀਰੀਜ਼ ਹੈ, ਬਸ 1 ਮਿੰਟ ਲੱਗੇਗਾ ਇਹਨਾਂ ਤੇ ਜੀ। ਕਿ ਭੇਡਾਂ ਆਪਣੀ ਮਸਤੀ 'ਚ ਦੇਸ਼ ਭਗਤੀ ਦੇ ਗੀਤ ਗਾਣ ਤੇ ਭੇੜੀਏ ਨੂੰ ਚੁੱਪਚਾਪ ਆਪਣਾ ਕੰਮ ਕਰਨ ਦੇ। ਵਾਹ, ਬਹੁਤ ਖੂਬ। ਦੂਜੀ ਹੈ ਜੀ, ਦੁਨੀਆ 'ਚ ਹੁਣ ਕਿਤੇ ਨਹੀਂ ਬਚੀ ਤਾਨਾਸ਼ਾਹੀ। ਸਾਰੇ ਪਾਸੇ ਲੋਕਤੰਤਰ ਹੈ ਤੇ ਇਸ ਲੋਕਤੰਤਰ ਵਿੱਚ ਭੇਡਾਂ ਕਿਸੇ ਵੀ ਭੇੜੀਏ ਨੂੰ ਆਪਣਾ ਰਾਜਾ ਚੁਣਨ ਵਾਸਤੇ ਆਜ਼ਾਦ ਨੇ। ਬਹੁਤ ਖੂਬ, ਬਹੁਤ ਖੂਬ। ਕੀ ਬਾਤ ਜੀ, ਕੀ ਬਾਤ। ਭੇਡਾਂ ਬਾੜੇ 'ਚ ਬੈਠੀਆਂ ਆਰਾਮ ਕਰ ਰਹੀਆਂ ਨੇ ਤੇ ਭੇੜੀਏ ਘਾਤ ਲਾਈ ਬੈਠੇ ਨੇ। ਖਬਰਦਾਰ ਉੱਠ ਪਹਿਰੇਦਾਰਾ, ਅੱਗ ਨਾ ਬੁਝਣ ਦੇਈ। ਵਾਹ ਵਾਹ। ਲਾਸਟ ਹੈ ਜੀ। ਜੀ। ਹਾਂਜੀ, ਸਾਰੀਆਂ ਭੇਡਾਂ ਤੱਕ ਪਹੁੰਚ ਜਾਂਦੇ ਨੇ ਕਾਨੂੰਨ ਦੇ ਲੰਬੇ ਹੱਥ। ਇਹ ਹੱਥ ਭੇੜੀਏ ਤੱਕ ਵੀ ਪਹੁੰਚਦੇ ਨੇ, ਪਰ ਇਹ ਕਦੇ ਵੀ ਪਤਾ ਨਹੀਂ ਲੱਗਦਾ ਕਿ ਭੇੜੀਏ ਦੇ ਹੱਥ ਕਾਨੂੰਨ ਦੇ ਹੱਥਾਂ 'ਚ ਨੇ ਕਿ ਕਾਨੂੰਨ ਦੇ ਹੱਥ ਭੇੜੀਏ ਦੇ ਹੱਥਾਂ 'ਚ। ਵਾਹ ਵਾਹ ਵਾਹ, ਬਹੁਤ ਅੱਛੇ, ਬਹੁਤ ਅੱਛੇ। ਥੈਂਕ ਯੂ। ਹਰਭਗਵਾਨ ਚਾਵਲਾ ਜੀ, ਤੁਸੀਂ ਬਹੁਤ ਨਿੱਕੀਆਂ ਕਵਿਤਾਵਾਂ ਦੇ ਵਿੱਚ ਬਹੁਤ ਤਿੱਖੇ ਵਿਅੰਗ ਕੀਤੇ ਨੇ ਤੇ ਉਸ ਵਰਗ ਦੀ ਪੀੜਾ ਨੂੰ ਜ਼ੁਬਾਨ ਦਿੱਤੀ ਹੈ, ਜਿਹੜਾ ਵਰਗ ਕੋਲੇ ਕਹਿਣ ਵਾਸਤੇ ਸ਼ਬਦ ਨਹੀਂ, ਜਿਹੜੇ ਦਰਦ ਨੂੰ ਹੰਢਾਉਂਦੇ ਨੇ, ਦਰਦ ਨੂੰ ਜਿਉਂਦੇ ਨੇ ਤੇ ਦਰਦ ਦੇ ਵਿੱਚ ਮਰ ਜਾਂਦੇ ਨੇ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਮੈਂ ਸਿਰਫ 1 ਮਿੰਟ ਲੈਣਾ ਜੀ।
ਹਾਂ ਬਸ ਮੈਂ ਤੁਹਾਡਾ ਤੇ ਮੈਡਮ ਸੋਲ ਦਾ ਧੰਨਵਾਦ ਕਰਦਾ। ਜੀ ਮੈਂ ਚਾਵਲਾ ਜੀ ਨੂੰ ਪਹਿਲੀ ਵਾਰ ਸੁਣ ਰਿਹਾ। ਜੀ 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 ਐਡਾ ਕਮਾਲ ਦਾ ਬਿੰਬ ਔਰ ਐਡਾ ਮੌਲਿਕ ਬਿੰਬ ਔਰ ਸਮਕਾਲੀ ਸਮੇਂ ਦੀ ਜਿਹੜੀਆਂ ਦੁਸ਼ਵਾਰੀਆਂ ਨੇ ਉਹਦੇ ਤੇ ਐਡਾ ਢੁਕਵਾਂ ਬਿੰਬ ਮੈਂ ਮਤਲਬ ਨਵੀਂ ਕਵਿਤਾ ਦੇ ਵਿੱਚ ਲੱਭਦਾ ਤੇ ਔਰ ਮੈਂ ਲੱਭਿਆ ਅੱਜ ਤੇ ਮੈਂ ਰਹਿ ਨਹੀਂ ਸਕਿਆ, ਹਾਲਾਂਕਿ ਬਹੁਤ ਮੇਰਾ ਬਹੁਤ ਬੋਲਣ ਦਾ ਸ਼ੁਕਰੀਆ ਸਮਾਂ ਜੀ, ਨਹੀਂ ਸੀ। ਬਹੁਤ ਸ਼ੁਕਰੀਆ ਜੀ 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 ਬਹੁਤ ਅੱਛਾ ਲੱਗਿਆ, ਮੈਨੂੰ ਬਹੁਤ ਅੱਛਾ ਬਹੁਤ ਲੱਗਿਆ। ਜੀ ਸ਼ੁਕਰੀਆ ਸਤਿਕਾਰ। ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਦੋਸਤੋ ਸੱਚਮੁੱਚ ਸੰਕਟ ਕਾਲ ਦਾ ਸਮਾਂ, ਇਸ ਸਮੇਂ ਨੇ ਉਹ ਚੀਜ਼ਾਂ ਨੰਗੀਆਂ ਕੀਤੀਆਂ ਜੋ ਗੰਦ ਦਰੀ ਦੇ ਥੱਲੇ ਲੁਕਿਆ ਹੋਇਆ ਸੀ, ਤੇ ਉਸ ਗੰਦ ਦਾ ਕੁਝ ਅਹਿਸਾਸ ਇਹਨਾਂ ਕਵਿਤਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ। ਬਹੁਤ ਖੂਬਸੂਰਤ ਮੈਟਾਫਰ ਦੀਆਂ ਕਵਿਤਾਵਾਂ ਸੀ, ਕਿਤੇ ਭੇਡਾਂ ਦਾ ਮੈਟਾਫਰ ਸੀ ਤੇ ਕਿਤੇ ਗਰੀਬ ਦੀਆਂ ਲੜਕੀਆਂ ਦੇ ਨੰਗੇ ਹੋ ਰਹੇ ਜਿਸਮ ਦਾ ਜਿਹੜਾ ਮੈਟਾਫਰ ਸੀ। ਸੋ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਡਾਕਟਰ ਸ਼ਾਮ ਸੁੰਦਰ ਦੀਪਤੀ ਹੋਰਾਂ ਨੂੰ ਲੈ ਰਹੇ ਹਾਂ। ਡਾਕਟਰ ਸਾਹਿਬ, ਅੱਜ ਦੇ ਜੇ ਅੰਕੜੇ ਆਪਾਂ ਦੇਖੀਏ ਤਾਂ ਬਹੁਤ ਭਿਆਨਕ ਨੇ। ਲਗਭਗ ਭਾਰਤ ਦੇ ਵਿੱਚ ਮਰੀਜ਼ 8 ਲੱਖ ਦੇ ਕਰੀਬ ਹੋਣ ਜਾ ਰਹੇ ਨੇ ਤੇ ਦੁਨੀਆ ਦੇ ਵਿੱਚ ਤਾਂ ਗਿਣਤੀ ਬਹੁਤ ਜ਼ਿਆਦਾ ਪਹੁੰਚ ਗਈ। ਪਹਿਲੇ ਦਿਨ ਤੁਸੀਂ ਆਰਟੀਕਲ ਲਿਖਣਾ ਸ਼ੁਰੂ ਕੀਤੇ ਸੀ ਅਖਬਾਰਾਂ ਦੇ ਵਿੱਚ, ਸੱਚੀ ਦੱਸਿਓ ਕਿ ਤੁਸੀਂ ਇਸ ਸਥਿਤੀ ਦਾ ਕਿਆਸ ਕੀਤਾ ਸੀ ਉਦੋਂ ਕਿ ਵਿਸ਼ਵ ਦੇ ਵਿੱਚ ਫੈਲਿਆ ਕਰੋਨਾ ਇਸ ਹੱਦ ਤੱਕ ਚਲਾ ਜਾਏਗਾ? ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਜੁੜੇ ਬਹੁਤ ਸਾਰੇ ਦਰਸ਼ਕੋ ਤੇ ਖਾਸ ਤੌਰ ਤੇ ਪ੍ਰਧਾਨ ਮੈਡਮ ਸੋਲ ਤੇ ਡਾਕਟਰ ਦੀਪ, ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਸੰਕਟ ਕਾਲ ਦੇ ਬੈਨਰ ਹੇਠ, ਇਹ ਸਾਨੂੰ ਸੰਕਟ ਨੂੰ ਸਮਝਣ ਦਾ ਵੀ ਮੌਕਾ ਦੇ ਰਿਹਾ ਹੈ ਤੇ ਸੰਕਟ ਪ੍ਰਤੀ ਸੁਚੇਤ ਹੋਣ ਦਾ ਮੌਕਾ ਵੀ ਦੇ ਰਿਹਾ ਜੀ। ਇਸ ਸਵਾਲ ਤੇ ਆਨਾ, ਜਦੋਂ ਮੈਂ ਪਹਿਲਾ ਆਰਟੀਕਲ 17 ਮਾਰਚ ਨੂੰ ਲਿਖਿਆ ਸੀਗਾ, ਉਸ ਦਿਨ ਮੈਂ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀਗਾ ਕਿ ਇੱਕ ਰਾਤ ਪਹਿਲਾਂ ਜਿਹੜਾ ਐਂਕਰ ਸੀਗਾ ਉਹ ਬੋਲ ਰਿਹਾ ਸੀਗਾ ਦੇਸ਼ ਦੇ ਵਿੱਚ ਕੇਸਾਂ ਦਾ ਆਂਕੜਾ ਹੋਇਆ 100 ਤੋਂ ਪਾਰ। ਉਹ ਇਸ ਤਰ੍ਹਾਂ ਰਿਹਾ ਸੀ ਕਿ 100 ਸਿਰਫ ਕੇਸ ਹੋਏ ਸੀਗੇ, ਹਜੇ ਗ੍ਰੋਥ ਨਹੀਂ ਸੀ ਹੋਈ ਜੀ। ਤੇ ਆਪਣੇ ਨੂੰ ਸੰਕਟ ਮਹਾਮਾਰੀ ਕਹਿ ਰਹੀ ਹੈ, ਮਹਾਮਾਰੀ ਦੇ ਤੌਰ ਤੇ ਵਿਸ਼ਵ ਦੀ ਮਹਾਮਾਰੀ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪਹੁੰਚੀ ਹੈਗੀ ਹੈ। ਪਰ ਦੇਖੋ ਮਹਾਮਾਰੀ ਨੂੰ ਟੈਕਨੀਕਲੀ ਅਸੀਂ ਕਹਿੰਦੇ ਹਾਂ ਵੈਸੇ ਵੀ ਜੇ ਸਿਰਫ ਇੱਕ ਕੇਸ ਕਿਸੇ ਵੀ ਦੇਸ਼ ਦੇ ਵਿੱਚ ਉਹਦਾ ਆ ਜਾਏ ਜਿਹੜਾ ਪਹਿਲਾਂ ਕਦੇ ਅਸੀਂ ਨਹੀਂ ਦੇਖਿਆ, ਉਹ ਬਿਲਕੁਲ ਨਵਾਂ ਕੇਸ ਹੈ, ਕਿਸੇ ਵੀ ਸਾਡੀ ਪੁਰਾਣੀ ਬਿਮਾਰੀ ਉਹ ਫਿੱਟ ਨਹੀਂ ਬੈਠਦਾ, ਅਸੀਂ ਉਹਨੂੰ ਕਹਿੰਦੇ ਹਾਂ ਕਿ ਹੁਣ ਮਹਾਮਾਰੀ ਆ ਰਹੀ ਹੈ ਜੀ। ਤੇ ਜਦੋਂ ਚੀਨ ਦੇ ਮਤਲਬ ਕਿ ਪਹਿਲਾ ਕੇਸ ਜਿਹੜਾ ਆਇਆ ਵੁਹਾਨ ਤੋਂ, ਜਿਹੜਾ 31 ਦਸੰਬਰ ਨੂੰ WHO ਨੇ ਉਸ ਤੋਂ ਕੁਝ ਸਮੇਂ ਬਾਅਦ ਹੀ ਕਹਿਤਾ ਵੀ ਇਹ ਇੱਕ ਵਿਸ਼ਵੀ ਸੰਕਟ ਸਾਡੇ ਸਾਹਮਣੇ ਆ ਰਿਹਾ ਹੈਗਾ, ਕਿਉਂਕਿ ਜਦੋਂ ਇਹਨੇ ਉਹ ਗੱਲ ਕਹੀ ਸੀਗੀ ਉਦੋਂ ਕੁਝ ਦੇਸ਼ਾਂ ਵਿੱਚ ਜਾ ਚੁੱਕਾ ਸੀਗਾ, ਖਾਸ ਤੌਰ ਤੇ ਯੂਰਪ ਦੇ ਜਿਹੜੇ ਦੇਸ਼ ਨੇ, ਇਟਲੀ ਤੇ ਬ੍ਰਿਟੇਨ ਤੇ ਆਪਣੇ ਇਹਨਾਂ ਦੇਸ਼ਾਂ ਦੇ ਵਿੱਚ, ਤੇ ਵਿਸ਼ਵ ਸਿਹਤ ਸੰਸਥਾ ਨੇ ਵੀ ਕਿਹਾ ਸੀਗਾ ਕਿ ਇੱਕ ਵਿਸ਼ਵੀ ਸੰਕਟ, ਇਹਨੂੰ ਗਲੋਬਲ ਹੈਲਥ ਐਮਰਜੈਂਸੀ ਦੇ ਤੌਰ ਤੇ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ। ਉਹ ਸਮਾਂ ਸੀਗਾ। ਗੱਲ ਮੈਂ ਕਹਿ ਰਿਹਾ ਸੀ ਵੀ ਇੱਕ ਵੀ ਕੇਸ, ਕਹਿਣ ਦਾ ਮਤਲਬ ਸਾਡੇ ਦੇਸ਼ ਦੇ ਵਿੱਚ ਇਹ ਇੱਕ ਕੇਸ ਆਇਆ ਸੀਗਾ 30 ਜਨਵਰੀ ਨੂੰ। ਤੇ ਦੂਸਰੀ ਗੱਲ ਜਿਹੜੀ WHO ਨੇ ਕਹੀ, ਜਿਸ ਦਾ ਮਤਲਬ ਕਿ ਅੱਜ ਦੀ ਇਸ ਦੌਰ ਨਾਲ, ਅੱਜ ਦੇ ਸਮੇਂ ਨਾਲ, ਅੱਜ ਦੇ ਜਿਹੜੇ ਨੰਬਰ ਉਹਨਾਂ ਨਾਲ ਜੁੜਦਾ ਹੈਗਾ, ਉਹਨਾਂ ਨੇ ਇੱਕ ਗੱਲ ਹੋਰ ਚੇਤਾਵਨੀ ਦਿੱਤੀ ਸੀ ਵੀ ਇਹ ਬਿਮਾਰੀ ਜਿਹੜੀ ਹੈ ਇਸ ਦੀ ਰਫ਼ਤਾਰ ਫੈਲਣ ਦੀ ਬਹੁਤ ਤੇਜ਼ ਹੈ, ਪਰ ਇਹ ਬਿਮਾਰੀ ਘਾਤਕ ਨਹੀਂ ਹੈ। ਇਹ ਉਹਨਾਂ ਦੇ ਸ਼ੁਰੂਆਤੀ ਮਤਲਬ ਕੀ ਸਟੇਟਮੈਂਟ ਸੀਗੀ, ਤੇ ਅੱਜ ਵੀ ਆਪਾਂ ਕਹਿ ਸਕਦੇ ਹਾਂ ਕਿ ਬਿਮਾਰੀ ਦਾ ਫੈਲਾਅ ਵੱਧ ਹੈਗਾ ਤੇ ਬਿਮਾਰੀ ਦੀ ਜਿਹੜੀ ਘਾਤਕ ਅਜੇ ਵੀ ਘੱਟ ਹੈਗੀ। ਤਾਂ ਅੱਜ ਮੈਂ ਫਿਰ ਕਹਿ 17 ਮਾਰਚ ਨੂੰ ਮੈਂ ਲਿਖਿਆ ਸੀਗਾ ਜਦੋਂ, ਉਦੋਂ ਵਿਸ਼ਵ ਦੇ ਵਿੱਚ ਇਹਦਾ ਡੈਥ ਰੇਟ 2.7 ਸੀਗਾ। ਅੱਜ ਦੀ ਤਰੀਕ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖ ਲਓ 3% ਹੈਗਾ। ਜੇ ਤੁਸੀਂ ਆਪਣੇ ਇੰਡੀਆ ਦੀ ਜਿਹੜੀ ਵੈਬਸਾਈਟ ਹੈ ਜਿੱਥੇ ਅਸੀਂ COVID-19 ਦਾ ਡੇਲੀ ਦਾ ਅਪਡੇਟ ਦੇਖਦੇ ਹੈਗੇ ਆ, ਤੁਸੀਂ ਉੱਥੇ ਦੇਖੋਗੇ ਕੇਸ ਜਿਹੜੇ ਨੇ ਉਹ ਕਦੇ ਵੱਧ ਰਹੇ ਨੇ ਕਦੇ ਘਟ ਰਹੇ ਨੇ। ਗ੍ਰਾਫ ਜਿਹੜਾ ਬੜਾ ਜਿਗ ਜੈਗ ਹੈਗਾ, ਠੀਕ ਹੋਣ ਦਾ ਗ੍ਰਾਫ ਵੀ ਇਵੇਂ ਕਦੇ ਘਟ ਰਹੇ ਨੇ ਕਦੇ ਵੱਧ ਰਹੇ ਨੇ, ਜਿਗ ਜੈਗ ਹੈਗਾ। ਪਰ ਤੁਸੀਂ ਦੇਖੋ ਕਿ ਡੈਥ ਦਾ ਜਿਹੜਾ ਗ੍ਰਾਫ ਹੈ ਬਿਲਕੁਲ ਫਲੈਟ ਹੈਗਾ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ 5 ਮਹੀਨਿਆਂ ਦੇ ਵਿੱਚ ਡੈਥ ਰੇਟ ਸਿਰਫ 3% ਹੈਗਾ। ਮੈਂ ਸਿਰਫ ਇਸ ਕਰਕੇ ਕਹਿਣਾ ਕਿ ਇਹ ਮੈਡੀਕਲੀ ਸੱਚ ਹੈਗਾ। ਇਸ ਤੋਂ ਬਾਅਦ ਮਤਲਬ ਕਿ ਆਪਾਂ ਦੇਖਾਂਗੇ ਤਾਂ ਮਤਲਬ ਕਿ ਇਹ 3% ਵੀ ਜਿਹੜਾ ਹੈਗਾ ਉਹ ਕਿਹਨਾਂ ਲੋਕਾਂ 'ਚ ਹੈਗਾ, ਇਹ ਗੱਲ ਆਪਾਂ ਮਤਲਬ ਕਿ ਇਹਨੂੰ ਕਰਾਂਗੇ। ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਵੀ ਤੁਸੀਂ ਇੰਨਾ ਸੋਚਿਆ ਸੀ ਕਿ ਨਹੀਂ, ਕਿਉਂਕਿ ਫੈਲਾਅ ਸੀਗਾ, ਇਹ ਵਧਣ ਦੇ ਚਾਂਸਿਸ ਸੀਗੇ,
ਵੀ ਇਹ ਇਸ ਤਰ੍ਹਾਂ ਫੈਲੂਗਾ। ਅਸੀਂ ਥੋੜਾ ਜਿਹਾ ਭਰੋਸਾ ਇਹ ਕਰ ਸਕਦੇ ਸੀਗੇ ਕਿ ਸਾਡੇ ਕੋਲ ਇੱਕ ਇਤਿਹਾਸਕ ਮਤਲਬ ਕਿ ਇਸੇ ਤਰ੍ਹਾਂ ਦਾ ਪੈਨ ਜਿਹੜਾ 1918 ਦੇ ਵਿੱਚ ਸਪੈਨਿਸ਼ ਫਲੂ ਸੀਗਾ। ਸਪੈਨਿਸ਼ ਫਲੂ ਦੇ ਵਿੱਚ 5 ਕਰੋੜ ਲੋਕ ਤਕਰੀਬਨ ਮਰੇ ਸੀਗੇ ਜੀ ਤੇ ਹੋਇਆ ਸੀਗਾ ਇਹ ਲਗਭਗ 10 ਗੁਣਾ ਵੱਧ ਮਤਲਬ ਕਿ ਲੋਕਾਂ ਨੂੰ ਆਪਣੇ 100 ਗੁਣਾ ਵੱਧ 500 ਕਰੋੜ ਦੇ ਕਰੀਬ ਮਤਲਬ ਕਿ 50 ਕਰੋੜ ਦੇ ਕਰੀਬ ਲੋਕ ਅੰਨੇ ਤੋਂ ਹੋਏ ਸੀਗੇ ਮਤਲਬ ਕਿ ਤੇ ਪਰ ਅਸੀਂ ਸੋਚਦੇ ਸੀ ਕਿ ਹੁਣ ਅਸੀਂ 100 ਸਾਲ ਅੱਗੇ ਆ ਗਏ ਹੈ, ਸਾਡੇ ਕੋਲੋਂ ਹੁਣ ਨਵੇਂ ਤਰੀਕੇ ਹੋਣਗੇ ਬਿਮਾਰੀ ਨੂੰ ਸਮਝਣ ਦੇ, ਬਿਮਾਰੀ ਨੂੰ ਪਛਾਣਨ ਦੇ, ਬਿਮਾਰੀ ਨੂੰ ਸੰਭਾਲਣ ਦੇ। ਪਰ ਅਸੀਂ ਜਦੋਂ ਇਹ ਕੇਸ ਪਹਿਲਾਂ ਮਤਲਬ ਕਿ ਜਿਹੜਾ ਸੀਗਾ ਵਾਇਰਸ ਉਹ ਚੀਨ ਤੋਂ ਚਲਾ ਗਿਆ ਇਟਲੀ, ਚਲਾ ਗਿਆ ਯੂਰਪ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਦੇਖੋ ਸਾਡੇ ਕੋਲ ਭਾਵੇਂ ਕੇਸ ਆਇਆ 30 ਜਨਵਰੀ ਨੂੰ, ਅਸੀਂ ਕਦੋਂ ਸੁਚੇਤ ਹੁੰਦੇ ਹਾਂ। ਪਹਿਲੀ ਵਾਰੀ ਸਾਡੀ ਸਰਕਾਰ ਨੇ ਜਿਹੜੀ ਮੀਟਿੰਗ ਕੀਤੀ ਉਹ ਕੀਤੀ 4 ਮਾਰਚ ਨੂੰ। ਅਸੀਂ ਸਬਟੀ ਦਵਾਤਾ, ਇਹਨੂੰ ਅਸੀਂ ਸੀਰੀਅਸਲੀ ਨਹੀਂ ਲਿਆ ਤੇ ਇਸ ਸੀਰੀਅਸ ਨਾ ਲੈਣ ਦਾ ਤੁਸੀਂ ਉਦਾਹਰਨ ਦੇਖ ਲਓ ਕਿ ਅਸੀਂ ਇਹ ਕਹਿੰਦੇ ਰਹੇ ਕਿ ਦੇਖੋ ਵੀ ਜਦੋਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਚੱਲ ਰਹੀ ਸੀ ਵਿਸ਼ਵ ਦੇ ਵਿੱਚ ਤਾਂ ਅਸੀਂ ਕਹਿੰਦੇ ਰਹੇ ਦੇਖੋ ਅਸੀਂ ਭਾਰਤੀ ਸੱਭਿਅਤਾ ਦਾ ਹੱਥ ਜੋੜਨ ਵਾਲਾ ਇਹਨਾਂ ਨੂੰ ਸਾਰੀ ਦੁਨੀਆ ਨੂੰ ਸਿਖਾਤਾ ਕਿ ਸਾਡੀ ਸੱਭਿਅਤਾ ਸਿੱਖ ਰਹੇ ਨੇ। ਫਿਰ ਅਸੀਂ ਮਜ਼ਾਕ ਕਰਦੇ ਸੀਗੇ ਕਿ ਅਸੀਂ ਤਾਂ ਜ਼ਹਿਰਾਂ ਖਾਣ ਵਾਲੇ, ਜ਼ਹਿਰਾਂ ਪੀਣ ਵਾਲੇ, ਜ਼ਹਿਰਾਂ ਦਾ ਸਾਡੇ ਹਵਾਵਾਂ ਵਿੱਚ ਜ਼ਹਿਰ ਹੈਗੀ ਹੈ, ਸਾਡਾ ਕਰੋਨਾ ਕੀ ਵਿਗਾੜ ਲੂਗਾ। ਤੇ ਮਤਲਬ ਕਿ ਇਹਨੂੰ ਲੋਕਾਂ ਨੇ ਵੀ ਸੀਰੀਅਸਲੀ ਨਹੀਂ ਲਿਆ, ਸਰਕਾਰ ਨੇ ਵੀ ਬਿਲਕੁਲ ਸੀਰੀਅਸਲੀ ਇਹਨੂੰ ਨਹੀਂ ਲਿਆ। ਪਹਿਲੀ ਮੀਟਿੰਗ ਮੈਂ ਦੱਸਿਆ 4 ਮਾਰਚ ਨੂੰ ਹੋ ਰਹੀ ਹੈ, ਅਸੀਂ ਤਕਰੀਬਨ ਮਤਲਬ ਕਿ 40 ਦਿਨ ਇਸ 'ਚ ਗਵਾਏ। ਉਹ ਮੀਟਿੰਗ ਤੋਂ ਬਾਅਦ ਅਸੀਂ ਪਹਿਲਾਂ ਕੀ ਸਟੈਪ ਲਿਆ, ਅਸੀਂ 9 ਮਾਰਚ ਨੂੰ ਇੰਟਰਨੈਸ਼ਨਲ 에ਅਰ ਫਲਾਈਟ ਤੇ ਸਕਰੀਨਿੰਗ ਸ਼ੁਰੂ ਕੀਤੀ, ਉਹ ਜਿਹੜੀ ਥਰਮਲ ਸਕਰੀਨਿੰਗ ਹੈ। ਤੇ ਸਾਨੂੰ ਇਹ ਵੀ ਪਤਾ ਹੈ ਵੀ ਅਸੀਂ ਕਿੰਨੇ ਉਸਦੇ ਪ੍ਰਤੀ ਸੁਚੇਤ ਹੈਗੇ ਸੀਗੇ ਤੇ ਬਹੁਤ ਸਾਰੇ ਸਾਨੂੰ ਕੇਸ ਉਸ ਤਰ੍ਹਾਂ ਦੇ ਬਾਅਦ ਵਿੱਚ ਮਿਲੇ ਜਿਹੜੇ ਕਿ ਸਕਰੀਨਿੰਗ ਵਿੱਚੋਂ ਟੱਪ ਕੇ ਆ ਗਏ ਸੀਗੇ, ਜਿਹੜੇ ਕਿ ਵੱਡੇ ਅਫਸਰਾਂ ਦੇ ਬੱਚੇ ਉਹਨਾਂ ਦੇ ਉਹ ਸੀਗੇ। ਇਹ ਜਿਹੜਾ ਸਮਾਂ ਮਤਲਬ ਕਿ ਅਸੀਂ ਕੀਤਾ, ਫਿਰ 13 ਮਾਰਚ ਨੂੰ ਅਸੀਂ ਅਸੈਸ ਕੀਤਾ। ਉਹਨੇ ਸੋਚਿਆ ਵੀ ਅਸੀਂ ਫਿਰ ਇਹ ਗੱਲ ਡਿਕਲੇਅਰ ਕੀਤੀ, ਸਾਡੇ ਹੈਲਥ ਮਿਨਿਸਟਰ ਨੇ, ਸੈਂਟਰਲ ਹੈਲਥ ਮਿਨਿਸਟਰ ਨੇ, ਕਿ ਇਹ ਸਾਡੇ ਵਾਸਤੇ ਕੋਈ ਐਮਰਜੈਂਸੀ ਨਹੀਂ ਹੈਗੀ। ਤੇ ਫਿਰ ਇੱਕੋ ਦਮ 10 ਦਿਨਾਂ ਬਾਅਦ ਪਤਾ ਨਹੀਂ ਕੀ ਹੋਇਆ, ਅਸੀਂ ਇੱਕ ਜਨਤਾ ਕਰਫਿਊ ਲਾ ਲਿਆ। ਫਿਰ 23 ਮਾਰਚ ਰਾਤ ਨੂੰ 8 ਵਜੇ 4 ਘੰਟਿਆਂ ਦਾ ਟਾਈਮ ਦੇ ਕੇ ਲੋਕਡਾਊਨ ਲਾ ਲਿਆ 21 ਦਿਨਾਂ ਦਾ। ਤੇ ਜੇ ਅਸੀਂ ਇਹਦੀ ਥੋੜੀ ਜਿਹੀ ਹੋਰ ਬੈਕਗਰਾਉਂਡ ਦੇਖੀਏ, ਇਹ ਇਹਨਾਂ ਡਿਲੇ ਕਰਨ ਦੇ ਵਿੱਚ ਸਾਡੇ ਕੋਲੋਂ ਫਰਵਰੀ ਵਿੱਚ ਟਰੰਪ ਸਾਹਿਬ ਦਾ ਵੈਲਕਮ ਹੋ ਰਿਹਾ ਸੀਗਾ ਤੇ ਬਾਅਦ ਦੇ ਵਿੱਚ ਮੱਧ ਪ੍ਰਦੇਸ਼ ਦੀ ਜਿਹੜੀ ਸਰਕਾਰ ਸੀਗੀ ਉਹਨੂੰ ਸਿੱਟਣ ਤੇ ਉਹਨੂੰ ਬਣਾਉਣ ਦਾ ਚੱਕਰ ਦੇ ਵਿੱਚ ਇਹ ਸਾਰਾ ਕੁਝ ਹੋਇਆ। ਤੁਸੀਂ ਉਹ ਤਰੀਕਾ ਦੇਖ ਸਕਦੇ ਹੋ, ਉਹਦਾ ਤਰੀਕਾ ਦਾ ਵਿਸ਼ਲੇਸ਼ਣ ਕਰ ਸਕਦੇ ਹੋ। ਜੀ ਡਾਕਟਰ ਸਾਹਿਬ, ਅਸੀਂ ਇੱਕ ਬਹੁਤ ਵੱਡਾ ਸਮਾਂ ਜਿਹੜਾ ਸੀਗਾ ਇੱਥੇ ਹੋਇਆ, ਪਰ ਜਿਸ ਤਰ੍ਹਾਂ ਦੱਸਿਆ ਕਿ ਇਹਦੀ ਜੋ ਨੇਚਰ ਸੀ ਵਾਇਰਸ ਦੀ, ਅਸੀਂ ਇਹ ਦੇਖਣਾ ਹੀ ਸੀਗਾ। ਅਸੀਂ ਜਦੋਂ ਸੰਭਲੇ ਥੋੜਾ ਜਿਹਾ, ਫਿਰ ਅਸੀਂ ਇਹ ਗੱਲ ਕਹੀ ਵੀ ਇਹ ਜੇ ਸਾਡੇ ਦੇਸ਼ ਆ ਗਿਆ, ਸਾਡੇ ਤੋਂ ਸੰਭਲਿਆ ਨਹੀਂ ਜਾਣਾ। ਜਿਹੋ ਜੀ ਸਾਡੀ ਪਾਪੂਲੇਸ਼ਨ ਹੈ, ਜਿਹੋ ਜਿਹਾ ਸਾਡਾ ਲੋਕਾਂ ਦਾ ਰਹਿਣ ਸਹਿਣ ਹੈਗਾ, ਸਾਡੀ ਆਰਥਿਕਤਾ ਹੈਗੀ ਹੈ, ਤੇ ਸਾਡੇ ਕੋਲੋਂ ਸੰਭਾਲਣ ਵਾਸਤੇ ਸਾਡਾ ਪਬਲਿਕ ਹੈਲਥ ਸਿਸਟਮ ਵੀ ਬਹੁਤ ਜ਼ਿਆਦਾ ਚਰਮਰਾਇਆ ਹੋਇਆ ਹੈਗਾ। ਇਹ ਅਸੀਂ ਖਰਚੇ ਹਰ ਕਿਤੇ ਨਾਲੋਂ ਨਾਲ, ਤਾਂ ਇਸ ਕਰਕੇ ਇਹ ਕੋਈ ਨਵੀਂ ਗੱਲ ਮੈਂ ਕਹਿਣਾ ਕਿ ਨਹੀਂ ਸੀ, ਪਰ ਮੈਡੀਕਲ ਵਾਲਿਆਂ ਦੇ ਇਹ ਸੰਗਿਆਨ 'ਚ ਹੈਗਾ ਸੀਗਾ, ਉਹਨਾਂ ਦੀ ਨੌਲੇਜ ਵਿੱਚ ਸੀਗਾ ਕਿ ਇਹ ਸਥਿਤੀ ਕਿਵੇਂ ਬਣੂਗੀ ਜੇ ਅਸੀਂ ਇਸ ਨੂੰ ਸੀਰੀਅਸਲੀ ਲੈਣ ਦੀ ਕੋਸ਼ਿਸ਼ ਕਰਾਂਗੇ। ਜੀ ਡਾਕਟਰ ਸਾਹਿਬ, ਇਹਦਾ ਮਤਲਬ ਇਹ ਹੈ ਕਿ 130 ਕਰੋੜ ਆਬਾਦੀ ਵਾਲੇ ਮੁਲਕ ਦੇ ਵਿੱਚ ਇੱਕ ਬਹੁਤ ਭਿਆਨਕ ਬਿਮਾਰੀ ਨੂੰ ਅਸੀਂ ਸਿਆਸੀ ਟ੍ਰੀਟਮੈਂਟ ਦਿੱਤਾ, ਜਿਹਦਾ ਸਿੱਟਾ ਸ਼ਾਇਦ ਅਸੀਂ ਭੁਗਤ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੌਰ 'ਚ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਹੈਗੀਆਂ। ਇਹ ਗੱਲ ਸਾਡੇ ਸਮਝਣ ਵਾਲੀ ਹੈ। ਡਾਕਟਰ ਸਾਹਿਬ, ਇੱਕ ਮੌਤਾਂ ਉਹ ਨੇ ਜਿਹਨਾਂ ਦਾ ਡਾਟਾ ਤੁਸੀਂ ਦਿੱਤਾ ਹੈ ਕਿ ਲਗਭਗ 3% ਦੇ ਕਰੀਬ ਮੌਤਾਂ ਹਿੰਦੁਸਤਾਨ ਦੇ ਵਿੱਚ ਹੋਈਆਂ ਨੇ ਤੇ ਪੂਰੀ ਦੁਨੀਆ ਦੀ ਰੇਟ ਵੀ ਲਗਭਗ ਇੱਥੇ ਜਿਹਾ ਹੈ। ਪਰ ਇਹਨਾਂ ਮੌਤਾਂ ਤੋਂ ਬਿਨਾਂ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਉਸ ਪਾਸੇ ਵੱਲ ਕਿ ਇੱਕ ਮੌਤ ਤਾਂ ਸਾਹਮਣੇ ਦਿਸਦੀ ਹੁੰਦੀ ਹੈ, ਪਰ ਇੱਕ ਮੌਤ ਉਹ ਹੁੰਦੀ ਹੈ ਜਿਹੜਾ ਪਲ ਪਲ ਆਦਮੀ ਮਰਦਾ ਹੈ। ਇਸ ਸੰਕਟ ਕਾਲ ਨੇ ਬਹੁਤ ਸਾਰੇ ਲੋਕਾਂ ਨੂੰ ਟੈਨਸ਼ਨ ਦਿੱਤੀ ਹੈ। ਇਸ ਸੰਕਟ ਕਾਲ ਨੇ ਬਹੁਤ ਸਾਰੇ ਲੋਕਾਂ ਨੂੰ ਡਿਪਰੈਸ਼ਨ ਦਿੱਤੀ ਹੈ, ਜਿਹਦੇ ਵਿੱਚੋਂ ਖੁਦਕੁਸ਼ੀਆਂ ਵਰਗੇ ਰੁਝਾਨ ਤੇ ਕਤਲ ਵਰਗੇ ਰੁਝਾਨ ਵੀ ਸਾਹਮਣੇ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਮੌਤਾਂ ਤੋਂ ਬਾਅਦ ਬਾਕੀ ਜਿਹੜੀ ਸਥਿਤੀ ਹੈ ਸਾਡੇ ਸਮਾਜ ਦੀ, ਉਹਦੇ ਇਸ ਸੰਕਟ ਕਾਲ ਦਾ ਕੀ ਪ੍ਰਭਾਵ ਪੈ ਰਿਹਾ ਹੈ? ਬਿਲਕੁਲ ਠੀਕ ਗੱਲ ਹੈਗੀ ਹੈ ਕਿ ਇਸ ਦੇ ਜਿੰਨਾ ਮਤਲਬ ਕਿ ਨੁਕਸਾਨ ਸਾਡਾ ਸਰੀਰਕ ਨਹੀਂ ਕੀਤਾ, ਉਸ ਤੋਂ ਵੱਧ ਸਾਡਾ ਨੁਕਸਾਨ ਇਹਨੇ ਸਾਡਾ ਮਾਨਸਿਕ ਕੀਤਾ ਹੈਗਾ। ਤੇ ਉਹ ਮਾਨਸਿਕ ਦੀ ਝਲਕ ਸਾਡੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਵੀ ਹੈਗੀ, ਕਿਉਂਕਿ ਸਮਾਜ ਤੇ ਮਨ ਦੋਵੇਂ ਅੱਡ ਅੱਡ ਨਹੀਂ ਹੁੰਦੇ। ਤਾਂ ਇਸ ਕਰਕੇ ਇਹ ਗੱਲ ਪੱਕੀ ਹੈਗੀ ਹੈ।
ਸਵਾਲ ਹੈਗਾ ਕਿ ਮੈਂ ਫਿਰ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਇਹ ਸਥਿਤੀ ਹੈਗੀ ਸੀ, ਜਿਹਨੂੰ ਸਾਨੂੰ ਹੈਂਡਲ ਕਰਨਾ ਚਾਹੀਦਾ ਸੀਗਾ, ਇਹਨੂੰ ਸਮਝਣਾ ਚਾਹੀਦਾ ਸੀਗਾ, ਤੇ ਇਹਦਾ ਸਾਨੂੰ ਮਤਲਬ ਕਿ ਕੋਈ ਤਰੀਕਾ ਲੱਭਣਾ ਚਾਹੀਦਾ ਸੀਗਾ, ਉਹ ਸੀ ਉਸ ਚ ਪੁੰਜ ਗਏ ਹੈਗੇ ਆ। ਵੈਸੇ ਤਾਂ ਦੇਖੋ ਕੋਈ ਵੀ ਮਹਾਂਮਾਰੀ ਹੋਵੇ ਉਹਦੇ 4 ਪੜਾਅ ਹੁੰਦੇ ਆ। ਚਾਹੇ ਆਪਣੇ ਭਾਵੇਂ ਕੁਝ ਸਮੇਂ ਵਾਸਤੇ ਮਲੇਰੀਆ ਹੀ ਇੱਕਦਮ ਬਹੁਤ ਵੱਧ ਜਾਏ, ਡੇਂਗੂ ਬਹੁਤ ਵੱਧ ਜਾਏ, ਹਰ ਸਾਲ ਅਸੀਂ ਦੇਖਦੇ ਵੀ ਹਾਂ, ਹਰ 2 ਸਾਲ 4 ਸਾਲ ਬਾਅਦ ਬਹੁਤ ਜ਼ਿਆਦਾ ਕੇਸ ਆਉਂਦੇ ਹੈਗੇ ਨੇ, ਤਾਂ ਸਾਡੇ ਸਾਰੇ ਹਸਪਤਾਲ ਉਹਨਾਂ ਤਰਫ ਚਲੇ ਜਾਂਦੇ ਹੈਗੇ ਨੇ, ਅਸੀਂ ਸਾਡਾ ਸਾਰਾ ਧਿਆਨ ਉਸ ਬਿਮਾਰੀ ਵੱਲ ਚਲਾ ਜਾਂਦਾ ਹੈ। ਤਾਂ ਇਹ ਪਹਿਲਾ ਪੜਾਅ ਹੁੰਦਾ ਵੀ ਜਿਹੜੀ ਆਪਦਾ ਆਈ ਹੈ, ਜਿਹੜੀ ਆਫਤ ਆਈ ਹੈ, ਉਸ ਸੰਕਟ ਨੂੰ ਨਜਿੱਠਣਾ ਹੈਗਾ, ਇਹ ਪਹਿਲਾ ਪੜਾਅ ਹੁੰਦਾ ਹੈ। ਨੈਚੁਰਲੀ ਉਸ ਦੌਰਾਨ ਜਿਹੜੇ ਰੋਜ਼ਮर्रा ਦੇ ਜਿਹੜੇ ਮਰੀਜ਼ ਹੁੰਦੇ ਨੇ, ਜਾਂ ਜਿਹੜੇ ਮਰੀਜ਼ ਰੈਗੂਲਰ ਦਵਾਈ ਲੈ ਰਹੇ ਹੁੰਦੇ ਨੇ, ਉਹਨਾਂ ਦਾ ਵੀ ਥੋੜਾ ਜਿਹਾ ਜਿਹੜਾ ਹੈ ਉਹ ਪਿੱਛੇ ਪੈ ਜਾਂਦਾ ਹੈਗਾ ਕੰਮ, ਉਹਨਾਂ ਨੂੰ ਕੋਈ ਉੱਥੇ ਦੇਖਣ ਵਾਲਾ ਨਹੀਂ ਮਿਲਦਾ, ਕਿਉਂਕਿ ਅਸੀਂ ਹੁਣ ਦੇਖਿਆ ਹੈਗਾ। ਤੇ ਇੱਥੇ ਦਾ ਪ੍ਰਾਈਵੇਟ ਹਸਪਤਾਲ ਤਾਂ ਬਿਲਕੁਲ ਹੀ ਜਿਹੜੇ ਸੀਗੇ ਉਹ ਪਿੱਛੇ ਹਟ ਗਏ, ਉਹਨਾਂ ਨੇ ਆਪਣੀ ਸਿੰਪਲ OPD ਵੀ ਬੰਦ ਕਰ ਲਈ। ਇਹ ਦੂਜਾ ਪੜਾਅ ਹੁੰਦਾ ਹੈਗਾ। ਤੇ ਜਦੋਂ ਮਤਲਬ ਕਿ ਅਸੀਂ ਇਹਨਾਂ ਨੂੰ ਮਤਲਬ ਕਿ ਦੇਖਣ ਵਾਲੇ ਪਾਸੇ ਜਾਂਦੇ ਆ ਸੰਕਟ ਹਟਣ ਤੋਂ ਬਾਅਦ, ਤੀਸਰਾ ਪੜਾਅ ਹੁੰਦਾ ਹੈਗਾ ਆਰਥਿਕਤਾ ਦਾ। ਉਹ ਅਸੀਂ ਵੈਸੇ ਤਾਂ ਆਮ ਤੌਰ ਤੇ ਤਾਂ ਹੁੰਦਾ ਹੈ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਸੰਕਟ ਹਟ ਗਿਆ, ਤੇ ਹੁਣ ਅਸੀਂ ਦੇਖਿਆ ਵੀ ਆਰਥਿਕਤਾ ਦਾ ਸਾਡਾ ਕਿੰਨਾ ਨੁਕਸਾਨ ਹੋਇਆ ਹੈਗਾ। ਕਿਉਂਕਿ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ, ਮੈਂ ਘੱਟੋ ਘੱਟ 3 ਦੇਸ਼ਾਂ ਦੇ ਪ੍ਰੈਕਟੀਕਲ ਕੀ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਕੇ, ਅਮਰੀਕਾ, ਆਪਣੇ ਕੈਨੇਡਾ ਦਾ, ਤੇ ਨਿਊਜ਼ੀਲੈਂਡ ਦਾ, ਤੇ UK ਦਾ, ਜਿਨ੍ਹਾਂ ਸਰਕਾਰਾਂ ਨੇ ਆਪਣੇ ਸਾਰੇ ਲੋਕਾਂ ਦਾ ਖਿਆਲ ਰੱਖਿਆ, ਉਹਨਾਂ ਨੂੰ 3-3, 6-6 ਮਹੀਨੇ ਦਾ, ਉਹਨਾਂ ਨੇ ਕੋਈ ਗਰੀਬ ਅਮੀਰ ਵਾਲੀ ਗੱਲ ਨਹੀਂ ਕੀਤੀ, ਹਰੇਕ ਦੇ ਘਰ ਦੇ ਵਿੱਚ ਉਹਨਾਂ ਨੂੰ ਕਿਹਾ। ਕਿਉਂਕਿ ਲੋਕਡਾਊਨ ਦਾ ਮਤਲਬ ਹੀ ਇਹ ਸੀਗਾ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਆਹ 3 ਮਹੀਨਿਆਂ ਦਾ ਤੁਸੀਂ ਰਾਸ਼ਨ ਪਾਣੀ ਰਹਿਣ ਸਹਿਣ ਆਪਣਾ ਪੂਰਾ ਕਰ ਲਓ, ਤੇ 3 ਮਹੀਨੇ ਤੋਂ ਬਾਅਦ ਤੇ ਫਿਰ ਹੁਣ ਅਸੀਂ ਲੋਕਡਾਊਨ 'ਚ ਜਾ ਰਹੇ ਹੈਗੇ ਆ। ਅਸੀਂ ਕੀ ਕੀਤਾ ਕਿ ਅਸੀਂ 4 ਘੰਟਿਆਂ ਦਾ ਟਾਈਮ ਦਿੱਤਾ, ਉਹ ਵੀ ਜਿਹੜੇ ਅਸੀਂ ਘਰੇ ਬੈਠੇ ਸੀਗੇ ਉਹ ਫਟਾਫਟ ਭੱਜ ਕੇ ਇਹ 2 ਘੰਟਿਆਂ ਦੇ ਵਿੱਚ ਕੁਝ ਸਮਾਨ ਲੈ ਆਏ। ਪਰ ਜਿਹੜਾ ਗਰੀਬ ਆਦਮੀ ਸੀ, ਜਿਹਦੇ ਕੋਲ ਕੋਈ TV ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਨਹੀਂ ਸੀ ਜਿਹਦੇ ਖਪਤ ਲੈ ਸਕਦਾ, ਉਹ ਬਹੁਤ ਪਰੇਸ਼ਾਨ ਹੋਇਆ। ਤਾਂ ਆਰਥਿਕ ਸੰਕਟ ਦਾ ਸਾਡਾ ਉੱਥੋਂ ਹੀ ਸ਼ੁਰੂ ਹੋ ਗਿਆ, ਪਰ ਅਸੀਂ ਬਾਅਦ ਵਿੱਚ ਉਹਨੂੰ ਦੇਖਿਆ ਵੀ, ਤੇ ਇਸ ਤੋਂ ਬਾਅਦ ਵੀ ਹੁਣ ਦੇਖਾਂਗੇ ਜਦੋਂ ਅਸੀਂ ਕੰਟਰੀ ਦੀ GDP ਦੀ ਗੱਲ ਕਰਦੇ ਹਾਂ ਵੀ GDP ਬਹੁਤ ਡਾਊਨ ਆ ਰਹੀ ਹੈਗੀ ਹੈ। ਤੇ ਪਹਿਲਾਂ ਮਜ਼ਦੂਰ ਸੀਗੇ, ਹੁਣ ਸਾਡੀ ਜਿਹੜੀ ਛੋਟੇ ਸਨਅਤ ਹੈਗੀ ਹੈ ਉਹ ਵੀ ਹੁਣ ਵੱਡੀ ਸਨਅਤ ਵੀ ਜਿਹੜੀ ਇਸ ਦੇ ਵਿੱਚ ਆ ਰਹੀ ਹੈਗੀ ਹੈ। ਇਹ ਤੀਸਰਾ ਪੜਾਅ ਹੁੰਦਾ ਹੈ। ਚੌਥਾ ਪੜਾਅ ਹੁੰਦਾ ਹੈ ਮਾਨਸਿਕ ਦਾ, ਕਿਉਂਕਿ ਪਰੇਸ਼ਾਨੀ ਹੌਲੀ ਹੌਲੀ ਸਾਡੇ ਅੰਦਰ ਬਣ ਰਹੀ ਹੈ, ਪੈਦਾ ਹੋ ਰਹੀ ਹੈ, ਤੇ ਫਿਰ ਆਪਣਾ ਰੂਪ ਧਾਰਨ ਕਰਦੀ ਹੈ ਰੋਗ ਦੇ ਵਿੱਚ। ਜਦੋਂ ਮਨੋਰੋਗ ਬਣਦਾ ਹੈਗਾ, ਡਿਪਰੈਸ਼ਨ ਬਣਦਾ ਹੈਗਾ, ਪਹਿਲਾਂ ਪਰੇਸ਼ਾਨੀ ਹੁੰਦੀ ਹੈ, ਤਣਾਅ ਹੁੰਦਾ ਹੈ, ਜਿਸ 'ਚ ਅਸੀਂ ਮਤਲਬ ਕਿ ਆਪਣੇ ਆਪ ਨੂੰ ਸਾਰਿਆਂ ਨੂੰ ਦੇਖਦੇ ਹਾਂ ਲੰਘਦੇ ਹੋਏ, ਅਸੀਂ ਚੰਗੇ ਬੜੇ ਵੀ ਆਪਾਂ ਮਤਲਬ ਕਿ ਇਸ ਤਰ੍ਹਾਂ ਮਿਲ ਰਹੇ ਹੈਗੇ ਆ। ਇਹ ਮਿਲਣਾ ਵੀ ਜਿਹੜਾ ਹੈਗਾ ਇਹ ਆਪਾਂ ਨੂੰ ਇੱਕ ਰਾਹਤ ਤਾਂ ਦਿੰਦਾ ਹੈਗਾ, ਪਰ ਜਿਹੜੀ ਸੰਤੁਸ਼ਟੀ ਆਮਨੇ ਸਾਹਮਣੇ ਬੈਠ ਕੇ ਹੁੰਦੀ ਹੈ ਉਹ ਨਹੀਂ ਹੁੰਦੀ। ਤੇ ਜਿਹੜੀ ਗੱਲ ਹੈ ਇਸ ਤਣਾਅ ਨੂੰ, ਇਸ ਡਿਪਰੈਸ਼ਨ ਨੂੰ ਵਧਾਉਣ ਦੇ ਸਭ ਤੋਂ ਵੱਡਾ ਕਾਰਨ ਹੈਗਾ ਕਿ ਅਸੀਂ ਇਸ ਨੂੰ ਹੈਂਡਲ ਕਰਨ ਵਾਸਤੇ ਕੀ ਤਰੀਕਾ ਅਪਣਾਇਆ। ਸਭ ਤੋਂ ਪਹਿਲਾਂ ਤਾਂ ਜਿਹੜਾ ਲੋਕਡਾਊਨ ਸੀਗਾ, ਲੋਕਡਾਊਨ ਜ਼ਰੂਰਤ ਸੀ ਕਿ ਨਹੀਂ ਸੀ ਇਹ ਇੱਕ ਅਲੱਗ ਵਿਸ਼ੇ ਤੇ ਗੱਲ ਹੋ ਸਕਦੀ ਹੈ, ਪਰ ਜੇ ਲੋਕਡਾਊਨ ਲਗਾ ਵੀ ਦਿੱਤਾ ਹੈਗਾ ਸੀਗਾ ਤਾਂ ਅਸੀਂ ਕੋਈ ਤਿਆਰੀ ਵਾਸਤੇ ਸਮਾਂ ਨਹੀਂ ਦਿੱਤਾ। ਬਾਕੀ ਸਾਰੇ ਦੇਸ਼ਾਂ ਦੇ ਵਿੱਚ ਮਤਲਬ ਕਿ ਇਹ ਗੱਲ ਹੋਈ ਹੈ, ਕਿਸੇ ਨੇ 2 ਦਿਨ ਦਿੱਤੇ, ਕਿਸੇ 4 ਦਿੱਤੇ, ਹਫ਼ਤਾ ਤੱਕ ਲੋਕਾਂ ਨੇ ਆਪਣੇ ਦੇਸ਼ਾਂ ਨੇ ਦਿੱਤਾ। ਇਹ ਕੋਈ ਬਲੈਕ ਮਨੀ ਮਤਲਬ ਕਿ ਜ਼ਬਤ ਕਰਨ ਵਾਲਾ ਨਹੀਂ ਸੀਗਾ, ਲੋਕਾਂ ਨੂੰ ਬਿਮਾਰੀ ਦੇ ਬਾਰੇ ਦੱਸਣਾ ਸੀ, ਸਮਝਾਉਣਾ ਸੀਗਾ, ਤਾਂ ਲੋਕਡਾਊਨ ਉਸ ਹਿਸਾਬ ਨਾਲ ਲਾਉਣਾ ਸੀਗਾ। ਫਿਰ ਬਹੁਤ ਸਾਰੇ ਲੋਕ, ਮੈਂ ਆਪਣੇ ਬਾਰੇ ਵੀ ਕਹਿ ਸਕਦਾ, ਮੈਡੀਕਲੀ ਵੀ ਮੈਂ ਸਰਚ ਕਰਕੇ ਦੇਖੂਗਾ ਵੀ ਲੋਕਡਾਊਨ ਕਦੇ ਕਿਸੇ ਵੀ ਆਪਦਾ ਦੇ ਵਾਸਤੇ ਮੈਡੀਕਲੀ ਲੱਗਿਆ ਕਿ ਨਹੀਂ ਲੱਗਿਆ। ਪਰ ਜਿਹੜੇ ਵੀ ਲੋਕ ਅੱਜ ਜਿੰਦਾ ਨੇ 60-70 ਸਾਲ ਦੀ ਉਮਰ ਦੇ ਹੈਗੇ ਨੇ, ਜਿਨ੍ਹਾਂ ਨੇ ਪਲੇਗ ਤੱਕ ਦਾ ਵੀ ਦੇਖਿਆ ਸਮਾਂ, ਉਹਨਾਂ ਨੇ ਕਦੇ ਲੋਕਡਾਊਨ ਮਤਲਬ ਕਿ ਇਹ ਲੱਗਦਾ ਨਹੀਂ ਦੇਖਿਆ। ਤਾਂ ਉਹਨਾਂ ਦੇ ਵਾਸਤੇ ਇੱਕ ਪਰੇਸ਼ਾਨੀ ਸੀ ਕਿ ਲੋਕਡਾਊਨ ਕਿਉਂ ਲਾਤਾ, ਇਹ ਕਿੰਨੀ ਕੁ ਵੱਡੀ ਆਫਤ ਹੈਗੀ ਹੈ, ਕਿੰਨੀ ਕੁ ਵੱਡੀ ਬਿਮਾਰੀ ਹੈਗੀ ਹੈ। ਫਿਰ ਅਸੀਂ ਲੋਕਡਾਊਨ ਨੂੰ ਠੀਕ ਕਰਾਉਣਾ ਸੀ, ਉਹਦਾ ਮਤਲਬ ਕਿ ਇਹ ਦੇਖਦਾ ਸੀਗਾ ਵੀ ਲੋਕਡਾਊਨ ਜਿਹੜਾ ਹੈਗਾ ਇਹ ਪੂਰੀ ਤਰ੍ਹਾਂ ਇਹ ਲਾਗੂ ਹੋਵੇ। ਅਸੀਂ ਇਹ ਸਾਰਾ ਕੁਝ ਦੇਤਾ ਪੁਲਿਸ ਨੂੰ। ਜਦੋਂ ਪੁਲਿਸ ਦੇ ਹੱਥ 'ਚ ਆ ਗਿਆ ਤਾਂ ਪੁਲਿਸ ਦੇ ਹੱਥ ਵਿੱਚ ਆਈ ਚੀਜ਼, ਸਾਡਾ ਪੁਲਿਸ ਤੋਂ ਅੱਗੇ ਵੀ ਰਿਸ਼ਤਾ ਜਿਹੜਾ ਹੈਗਾ ਬੜਾ ਡਰ ਵਾਲਾ ਹੈਗਾ। ਕੋਈ ਆਦਮੀ ਜਿਹੜਾ ਸੜਕ ਤੇ ਖੜਾ ਪੁਲਿਸ ਵਾਲਾ, ਉਹ ਤੁਹਾਨੂੰ ਕਦੇ ਵੀ ਰੋਕ ਲਵੇ, ਸਿੰਪਲ ਤੁਸੀਂ ਜਾ ਰਹੇ ਹੋ, ਇੱਕਦਮ ਤੁਸੀਂ ਘਬਰਾ ਜਾਂਦੇ ਹੋ ਵੀ ਮੈਨੂੰ ਕਿਉਂ ਰੋਕ ਲਿਆ। ਤਾਂ ਇਹਨੂੰ ਇਸ ਤਰੀਕੇ ਦੇ ਨਾਲ ਪੁਲਿਸ ਨੇ ਮਤਲਬ ਕਿ ਇਹਨੂੰ ਹੈਂਡਲ ਕੀਤਾ, ਉਸ ਨੇ ਵੀ ਮਤਲਬ ਕਿ ਸਾਡਾ ਨੁਕਸਾਨ ਕੀਤਾ। ਤੀਸਰਾ ਜਿਹੜਾ ਡਿਪਰੈਸ਼ਨ ਤੇ ਤਣਾਅ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਮੀਡੀਆ ਨੇ ਮਤਲਬ ਕਿ ਕੀਤਾ ਹੈਗਾ। ਮੀਡੀਆ ਨੇ ਕਿਸੇ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਡਰਾਉਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀਗਾ ਕਿ ਪਹਿਲਾ ਜਿਹੜਾ ਮੈਂ ਆਰਟੀਕਲ ਲਿਖਿਆ
ਉਹ ਇਹ ਸੀਗਾ ਜਦੋਂ ਮੈਂ ਇਹ ਸੁਣੀ ਰਾਤ ਨੂੰ ਖਬਰ ਕਿ ਭਾਰਤ ਦੇ ਵਿੱਚ ਕੇਸਾਂ ਦਾ ਆંકੜਾ ਹੋਇਆ 100 ਤੋਂ ਪਾਰ। ਯਾਨੀ ਇਸ ਤਰ੍ਹਾਂ ਦੀ ਖਬਰ ਦੇ ਰਹੀ ਹੈ ਹਜੇ 100 ਕੇਸ ਨੇ, ਹਜੇ ਕੋਈ ਮਰਿਆ ਨਹੀਂ ਹੈਗਾ ਸੀਗਾ ਉਦੋਂ ਤੱਕ। ਤਾਂ ਕਹਿਣ ਦਾ ਮਤਲਬ ਇਸ ਤਰੀਕੇ ਦੇ ਨਾਲ ਮਤਲਬ ਕਿ ਸਾਡੇ ਮੀਡੀਆ ਨੇ ਸਾਰੀ ਗੱਲ ਜਿਹੜੀ ਪੇਸ਼ ਕੀਤੀ। ਤੇ ਚੌਥਾ ਜਿਹੜਾ ਪੁਆਇੰਟ ਹੈ ਜਿਹੜਾ ਸਾਡੇ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਤੇ ਡਿਪਰੈਸ਼ਨ ਤੇ ਟੈਨਸ਼ਨ ਨਾਲ, ਉਹ ਸੀਗਾ ਪੰਬਲ ਭੂਸਾ। ਸਾਡੇ ਦੇਸ਼ ਦੇ ਵਿੱਚ ਜਿਵੇਂ ਚਾਵਲਾ ਜੀ ਨੇ ਕਵਿਤਾਵਾਂ ਵੀ ਮਤਲਬ ਕਿ ਇਸ ਗੱਲ ਕੀਤੀ ਹੈ, ਸਮੇਂ ਦੀ ਗੱਲ ਸੀਗੀ। ਤੁਸੀਂ ਦੇਖੋ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਅਸੀਂ ਮਹਾਭਾਰਤ 18 ਦਿਨਾਂ 'ਚ ਜਿੱਤਿਆ ਸੀ, ਅਸੀਂ 21 ਦਿਨਾਂ 'ਚ ਜਿੱਤ ਲਾਂਗੇ। ਹੁਣ 21 ਦਿਨ ਹੋਣ ਚੱਲੇ ਨੇ ਤੇ ਹਜੇ ਅਸੀਂ ਮਤਲਬ ਕਿ ਇਸ ਲੜਾਈ ਦੇ ਵਿੱਚ ਜੇ ਕਹੀਏ ਤਾਂ ਮਤਲਬ ਕਿ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਕੋਈ ਕਾਮਯਾਬੀ ਹਾਸਲ ਕੀਤੀ ਹੈ। ਤਾਂ ਦੂਸਰਾ ਸੀਗਾ ਵੀ ਅਸੀਂ ਆ ਜਿਹੜਾ ਤਾਲੀਆਂ ਤੇ ਥਾਲੀਆਂ ਵਜਾਉਣ ਦੀ ਗੱਲ ਹੈਗੀ ਹੈ, ਇਹਨਾਂ ਨੂੰ ਵੀ ਭਾਵੇਂ ਇਹ ਪ੍ਰਧਾਨ ਮੰਤਰੀ ਨਹੀਂ ਕਿਹਾ ਪਰ ਸੋਸ਼ਲ ਮੀਡੀਆ ਤੇ ਗੱਲ ਆਂਦੀ ਰਹੀ ਕਿ ਅਸੀਂ ਮਤਲਬ ਕਿ ਜਿਹੜਾ ਸ਼ੁੱਕਰ ਗ੍ਰਹਿ ਜਿਹੜਾ ਹੈਗਾ 9 ਨੰਬਰ ਚੁਣਨਾ, 9 ਵਜੇ ਚੁਣਨਾ, 9 ਮਿੰਟ ਲਈ ਚੁਣਨਾ, ਇਹ 9 ਜਿਹੜਾ ਹੈਗਾ ਉਹ ਸ਼ੁੱਕਰ ਗ੍ਰਹਿ ਦਾ ਸਿੰਬਲ ਹੈਗਾ। ਉਹਨੂੰ ਮਤਲਬ ਕਿ ਅਸੀਂ ਖੁਸ਼ ਕਰ ਰਹੇ ਹੈਗੇ ਆ ਤੇ ਰਾਹੂ ਕੇਤੂ ਦਾ ਪ੍ਰਭਾਵ ਜਿਹੜਾ ਹੈਗਾ ਉਹ ਘਟਾ ਰਹੇ ਹੈ ਤੇ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਵਧਾ ਰਿਹਾ ਹੈ ਤੇ ਅਸੀਂ ਇਸ ਵਿੱਚੋਂ ਦੀ ਛੇਤੀ ਬਾਹਰ ਆ ਜਾਵਾਂਗੇ। ਫਿਰ ਇਸੇ ਤਰੀਕੇ ਨਾਲ ਜੋਤਸ਼ੀਆਂ ਨੇ ਕਿਹਾ ਕਿ ਸੰਵਤ ਆਉਣ ਵਾਲਾ ਹੈ 25 ਮਾਰਚ ਤੋਂ ਬਾਅਦ ਸਾਰੀ ਜਿਹੜੀ ਸਥਿਤੀ ਹੈਗੀ ਹੈ ਉਹ ਵਾਪਸ ਜਿਹੜੀ ਪੁੱਠਾ ਗੇੜਾ ਮਤਲਬ ਕਿ ਖਾ ਲੂਗੀ ਤੇ 25 ਅਪ੍ਰੈਲ ਤੋਂ ਬਾਅਦ। ਤੇ ਇਹ ਅਸੀਂ ਨਵੇਂ ਮਤਲਬ ਕਿ ਸਾਲ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਉਦੋਂ ਸੰਵਤ ਸੀਗੀ, ਨਵਾਂ ਸਾਲ ਜਿਹੜਾ ਆਪਣਾ ਦੇਸੀ ਮਹੀਨੇ ਦਾ ਚੱਲ। ਤਾਂ ਇਹਨਾਂ ਨੇ ਇੱਕ ਬਹੁਤ ਵੱਡਾ ਇੱਕ ਲੋਕਾਂ ਨੇ ਕਨਫਿਊਜ਼ਨ ਕ੍ਰੀਏਟ ਕੀਤਾ ਤੇ ਲੋਕਾਂ ਨੂੰ ਸਥਿਤੀ ਆਈ ਨਹੀਂ ਜੀ। ਦੇਖੋ ਅਕਸਰ ਗੱਲ ਇੱਕ ਸਹੀ ਹੈਗੀ ਹੈ, ਅੱਜ ਦੀ ਤਰੀਕ ਵਿੱਚ ਬਹੁਤੇ ਬੰਦਿਆਂ ਨੂੰ ਇਸ ਗੱਲ ਦਾ ਅਸੀਂ 21 ਦਿਨ ਕਿਉਂ ਚੁਣੇ ਲੋਕਡਾਊਨ ਵਾਸਤੇ, ਕਿਸੇ ਨੇ ਇਹ ਗੱਲ ਨਹੀਂ ਦੱਸੀ। ਅਸੀਂ 1 ਮਹੀਨਾ ਪੂਰਾ ਕਿਉਂ ਨਹੀਂ ਚੁਣ ਲਿਆ, 21 ਦਿਨ ਕਿੱਥੋਂ ਚੁਣੇ? 21 ਦਿਨ ਦਾ ਮਤਲਬ ਸੀਗਾ ਕਿ ਇਹ ਬਿਮਾਰੀ ਜਦੋਂ ਸਰੀਰ 'ਚ ਜਾਂਦੀ ਹੈਗੀ ਹੈ, ਇਹਦਾ ਵਾਇਰਸ ਜਦੋਂ ਜਾਂਦਾ ਹੈਗਾ, ਇਹ ਮੈਕਸਿਮਮ 2 ਤੋਂ 14 ਦਿਨਾਂ ਦੇ ਵਿੱਚ ਆਪਣੇ ਲੱਛਣ ਦਿਖਾਉਂਦਾ ਹੈਗਾ ਕਿ 2 ਤੋਂ 14 ਦਿਨਾਂ ਦੇ ਵਿੱਚ ਉਹ ਬਾਹਰ ਆ ਜਾਣੀ ਸੀਗੀ। ਜੇ ਕਿਸੇ ਨੂੰ ਬਿਮਾਰੀ ਹੁੰਦੀ ਸਾਰੇ ਲੋਕ ਅੰਦਰ ਰਹਿੰਦੇ ਤਾਂ ਅਸੀਂ ਉਹਨਾਂ ਨੂੰ ਛੇਤੀ ਪਕੜ ਲੈਂਦੇ। 1 ਹਫ਼ਤਾ ਅਸੀਂ ਗ੍ਰੇਸ ਮਾਰਕਸ ਦਿੱਤੇ ਸੀ ਵੀ 21 ਦਿਨ ਵੱਧ ਤੋਂ ਵੱਧ ਜੇ ਰੱਖਾਂਗੇ ਤਾਂ ਸਾਨੂੰ ਕੋਈ ਡਾਊਟ ਨਹੀਂ ਰਹੂਗਾ ਵੀ ਕੋਈ ਵੀ ਬੰਦਾ ਜਿਹਦੇ ਅੰਦਰ ਵਾਇਰਸ ਹੈਗਾ ਉਹ ਸਾਡੇ ਉਹਦੇ 'ਚ ਨਹੀਂ ਆਇਆ। ਦੂਸਰੀ ਗੱਲ 6 ਫੁੱਟ ਹੀ ਅਸੀਂ ਮਤਲਬ ਕਿ ਸਮਾਂ ਜਿਹੜਾ ਡਿਸਟੈਂਸ ਕਿਉਂ ਲਿਆ? ਪ੍ਰਧਾਨ ਮੰਤਰੀ ਸਾਡੇ ਚਲੋ ਮਾਹਰ ਨੇ 2 ਗਜ ਦੂਰੀ ਬਹੁਤ ਜ਼ਰੂਰੀ ਰਾਈਮ ਬਣਾਉਣ ਦੇ ਵਿੱਚ ਉਹਨਾਂ ਨੇ ਬਣਾ ਲਈ ਰਾਈਮ, ਪਰ ਦੱਸਿਆ ਵੀ ਅਸੀਂ 2 ਗਜ ਹੀ ਕਿਉਂ ਕਹਿ ਰਹੇ ਹੈਗੇ ਆ। 6 ਫੁੱਟ ਦਾ ਕੀ ਮਤਲਬ ਹੈ? 6 ਫੁੱਟ ਦਾ ਮਤਲਬ ਇਹ ਸੀਗਾ ਵੀ ਜਿਹੜਾ ਅਸੀਂ ਖਾਂਸੀ ਜਾਂ ਮਤਲਬ ਕਿ ਛਿੱਕ ਦੇ ਰਾਹੀਂ ਵਾਇਰਸ ਬਾਹਰ ਆ ਰਿਹਾ ਹੈਗਾ, ਜਿਹੜੇ ਉਹਦੇ ਬਾਹਰ ਤਰਲ ਪਦਾਰਥ ਜਿਹੜੇ ਖਾਣ ਨੇ ਵਾਇਰਸ ਜਿਹੜਾ ਹੈਗਾ ਉਹ ਜਿਹੜਾ ਭਾਰੀ ਹੋਊਗਾ ਉਹ ਲਗਭਗ 1 ਫੁੱਟ ਤੱਕ ਲਗਭਗ ਡਿੱਗ ਪਊਗਾ, 80-90% ਡਿੱਗ ਪਊਗਾ। ਫਿਰ ਇਹਨੂੰ ਟੈਲੀਸਕੋਪਿਕਲੀ ਕਿਸੇ ਨੂੰ ਦੇਖਿਆ ਗਿਆ ਚੈੱਕ ਕਰਕੇ ਛਿੱਕ ਮਰਵਾ ਕੇ ਕਿ ਜਿਹੜਾ ਵਾਇਰਸ ਹੈ ਵੱਧ ਤੋਂ ਵੱਧ ਉਹ 6 ਫੁੱਟ ਤੱਕ ਜਾ ਕੇ ਅਸਰ ਕਰ ਸਕਦਾ ਹੈ, ਰਹਿੰਦਾ ਹੈ ਉਸ ਹਵਾ ਦੇ ਵਿੱਚ 6 ਫੁੱਟ ਤੱਕ। ਤੇ 6 ਫੁੱਟ ਤੇ ਜੇ ਕੋਈ ਬੰਦਾ ਹੋਊਗਾ ਤਾਂ ਉਹਦੇ ਅੰਦਰ ਉਹ ਜਾ ਸਕਦਾ ਹੈ। ਤਾਂ ਇਹ ਕਿਹਾ ਵੀ ਅਸੀਂ 6 ਫੁੱਟ ਦੀ ਦੂਰੀ ਕਹਿਣ ਦਾ ਮਤਲਬ ਇਹ ਕਿ ਇਹਨਾਂ ਦਾ ਜੋ ਰੈਸ਼ਨਲ ਸੀਗਾ, ਇਹਦਾ ਜਿਹੜਾ ਲੌਜਿਕ ਸੀਗਾ, ਇਹਦੀ ਜਿਹੜੀ ਧਾਰਨਾ ਸੀ ਕਿ ਇਸ ਜਿਹੜੀ ਅਸੀਂ ਚੁਣੇ ਸੀਗੇ 21 ਦਿਨ 6 ਫੁੱਟ ਜਾਂ ਜੋ ਵੀ ਵਿਸ਼ਵ ਦੇ ਵਿੱਚ ਤੈਅ ਹੋ ਕੇ ਸਾਡੇ ਕੋਲ ਗਾਈਡਲਾਈਨਸ ਆਈਆਂ ਸੀਗੀਆਂ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਵਿਗਿਆਨਿਕ ਢੰਗ ਦੇ ਨਾਲ ਕਿਸੇ ਕੋਸ਼ਿਸ਼ ਨਹੀਂ ਕੀਤੀ ਜੀ। ਡਾਕਟਰ ਸਾਹਿਬ ਇਹਨਾਂ ਸਾਰਿਆਂ ਨੇ ਰਲ ਕੇ ਜਿਹੜਾ ਇੱਕ ਡਰ ਵਧਾਇਆ ਹੈਗਾ ਤੇ ਕਿਸੇ ਨੇ ਆ ਜਿਹੜੀ 3% ਦੀ ਗੱਲ ਕਹਿਣਾ, ਤੁਸੀਂ ਇਹ ਦੇਖੋ ਅਸੀਂ ਕੋਈ ਰਿਕਵਰੀ ਰੇਟ ਆ ਰਿਹਾ ਅੱਜ 70% ਹੋ ਗਿਆ, ਰਿਕਵਰੀ ਰੇਟ ਵੱਧ ਰਿਹਾ ਹੈਗਾ। ਤੁਸੀਂ ਦੇਖੋ ਵੀ ਅੱਜ ਤੱਕ ਜੇ 3% ਡੈਥ ਰੇਟ ਹੈ ਤਾਂ ਮਤਲਬ ਹੈ ਕਿ ਜਿਹਨੂੰ ਵੀ ਪੋਜ਼ਿਟਿਵ ਆਇਆ ਹੈਗਾ 97% ਨੇ ਠੀਕ ਹੋਣਾ ਹੈਗਾ। ਅੱਜ ਠੀਕ ਹੋ ਜਾਏ, ਕੱਲ ਠੀਕ ਹੋ ਜਾਏ, ਦਾਖਲ ਹੋਇਆ ਠੀਕ ਹੋ ਕੇ ਆਊਗਾ, 3% ਨੂੰ ਹੀ ਡੈਥ ਹੋਣੀ ਹੈਗੀ ਹੈ। ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ 3% ਡੈਥ ਰੇਟ ਹੈ, ਤੁਸੀਂ 97% ਤੁਹਾਡੇ ਚਾਂਸ ਹੈ ਕਿ ਤੁਸੀਂ ਠੀਕ ਹੋ ਜਾਓਗੇ। ਇਸ ਕਰਕੇ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇ ਜੇ 3% ਦਾ ਵੀ ਤੁਸੀਂ ਅੱਗੋਂ ਦੇਖ ਲਓ ਬਾਈਫਰਕੇਸ਼ਨ, ਉਹਨਾਂ ਨੂੰ ਡਿਵਾਈਡ ਕਰਕੇ ਵੀ ਕੌਣ ਮਰ ਰਹੇ ਨੇ, 3% ਵਿੱਚ ਵੀ ਬਹੁਤੇ ਬੰਦੇ ਉਹ ਮਰ ਰਹੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ, ਬਿਮਾਰੀ ਹੈਗੀ ਹੈ। ਕੋਈ ਵੀ ਬੰਦਾ ਜਿਹੜਾ ਹੈ 40 ਸਾਲ ਤੋਂ ਜੇ ਤੁਸੀਂ ਦੇਖੋ ਤਾਂ ਇਹ 3% ਕੀ 0.4% ਹੈਗੇ ਨੇ ਜਿਹੜੇ 40 ਸਾਲ ਤੋਂ ਥੱਲੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਹੈ। ਤਾਂ ਕਹਿਣ ਦਾ ਮਤਲਬ ਇਹ ਸਾਰੀਆਂ ਗੱਲਾਂ ਸਮਝਾਉਂਦੇ ਤਾਂ ਅਸੀਂ ਇਸ ਡਿਪਰੈਸ਼ਨ ਜਾਂ ਤਣਾਅ ਤੋਂ ਜਾਂ ਇਸ ਤੋਂ ਕਾਫੀ ਬਚ ਸਕਦੇ ਜੀ ਡਾਕਟਰ ਸਾਹਿਬ ਤੁਸੀਂ ਡਾਕਟਰੋਂ ਵਿਗਿਆਨ ਨਾਲ ਸੰਬੰਧਿਤ ਤੋਂ ਤੇ ਵਿਗਿਆਨ ਬਾਰੇ
ਧਾਰਨਾ ਇਹ ਹੈ ਕਿ ਵਿਗਿਆਨ ਉਹ ਘੋੜਾ ਹੈ ਜਿਹੜਾ ਬਹੁਤ ਸੋਹਣਾ ਵੀ ਹੈ, ਬਹੁਤ ਤੇਜ਼ ਵੀ ਹੈ ਤੇ ਬਹੁਤ ਵਧੀਆ ਵੀ ਹੈ, ਪਰ ਇਸ ਵਿਗਿਆਨ ਦੇ ਘੋੜੇ ਤੇ ਸਿਆਸਤ ਤੇ ਬਾਜ਼ਾਰ ਸਵਾਰ ਹੈ। ਇਸ ਵੇਲੇ ਉਹਦਾ ਸਿੱਟਾ ਇਹ ਨਿਕਲਿਆ ਕਿ ਵੈਕਸੀਨ ਦੇ ਰੌਲੇ ਬਹੁਤ ਪੈ ਰਹੇ ਨੇ। ਵਿਗਿਆਨ ਕੁਝ ਹੋਰ ਕਹਿ ਰਿਹਾ ਕਿ ਵੈਕਸੀਨ ਕਦੋਂ ਆਉਣੀ ਹੈ, ਪਰ ਸਿਆਸਤ ਤੇ ਬਾਜ਼ਾਰ ਕੁਝ ਹੋਰ ਕਹਿ ਰਿਹਾ ਕਿ ਵੈਕਸੀਨ ਕਦੋਂ ਆਉਣੀ ਹੈ। ਇੱਕ ਵਿਗਿਆਨੀ ਦੇ ਤੌਰ ਤੇ, ਇੱਕ ਡਾਕਟਰ ਦੇ ਤੌਰ ਤੇ ਤੁਸੀਂ ਇਸ ਸਿਆਸਤ ਬਾਰੇ ਕੀ ਕਹੋਗੇ ਜੋ ਵਿਗਿਆਨ ਦੇ ਨਾਤੇ ਕੀਤੀ ਜਾ ਰਹੀ ਹੈ? ਦੇਖੋ, ਅਸੀਂ ਵਿਗਿਆਨ ਦੀ ਜੇ ਗੱਲ ਕਰੀਏ ਇਹ ਆਪਣੇ ਵਿਗਿਆਨ ਦੇ ਇਤਿਹਾਸ ਤੋਂ ਦੇਖ ਸਕਦੇ ਆ, ਮਤਲਬ ਕਿ ਵਿਗਿਆਨ ਜਦੋਂ ਵੀ ਮਤਲਬ ਕਿ ਆਪਣੇ ਹਰਕਤ ਤੇ ਜਾਂਦਾ ਹੈ, ਵਿਗਿਆਨੀ ਜਦੋਂ ਵੀ ਕੋਈ ਸੋਚਦਾ ਹੈ, ਉਹਦੇ ਦਿਮਾਗ ਦੇ ਵਿੱਚ ਲੋਕਾਂ ਦੀ ਵੈਲਫੇਅਰ ਹੁੰਦੀ ਹੈਗੀ ਹੈ। ਜੀ ਬਿਲਕੁਲ ਬਿਲਕੁਲ। ਅਸੀਂ ਸਾਰਾ ਮੈਡੀਕਲ ਵਿਗਿਆਨ ਨੂੰ ਹੀ ਕਹੀਏ, ਅਸੀਂ ਕਹਿੰਦੇ ਡਿਜ਼ੀਜ਼ ਇਹਦਾ ਸ਼ਬਦ ਹੈਗਾ। ਡਿਜ਼ੀਜ਼ ਹੈਗਾ ਡਿਸਈਜ਼, ਆਪਣੇ ਆਪ ਨੂੰ ਸੁਖਾਵਾਂ ਮਹਿਸੂਸ ਨਾ ਕਰਨਾ, ਉਹ ਬਿਮਾਰੀ ਹੈ। ਉਹ ਚਾਹੇ ਸਰੀਰਕ ਹੈ, ਚਾਹੇ ਉਹ ਮਾਨਸਿਕ ਹੈ, ਚਾਹੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਸਾਡਾ ਜਦੋਂ ਵੀ ਤੁਸੀਂ ਅਣਸੁਖਾਵੇਂ ਹੁੰਦੇ ਹੋ, ਬਿਮਾਰੀ ਹੈ। ਇਹ ਸ਼ਬਦ ਡਿਜ਼ੀਜ਼ ਬਣੇ ਉੱਥੋਂ ਹੈ, ਡਿਸਈਜ਼, ਯਾਨੀ ਕਿ ਤੁਸੀਂ ਈਜ਼ੀ ਨਹੀਂ ਹੈਗੇ। ਤੇ ਇਸ ਕਰਕੇ ਵਿਗਿਆਨ ਤਾਂ ਉਸ ਡਿਸਈਜ਼ ਨੂੰ ਘੱਟ ਕਰਨ ਵਾਸਤੇ ਹੈਗਾ, ਵੀ ਸਾਡੀ ਡਿਜ਼ੀਜ਼ ਨੂੰ ਘੱਟ ਕਰਨਾ। ਸਾਨੂੰ ਇੱਕ ਕੰਫਰਟ ਦੇਣ ਦਾ ਉਹਦਾ ਮੋਟਿਵ ਹੁੰਦਾ ਜਦੋਂ ਵੀ ਉਹ ਕੰਮ ਕਰਦਾ ਹੈਗਾ। ਪਰ ਗੱਲ ਹੈਗੀ ਕਿ ਉਹ ਲੈਬਾਰਟਰੀ 'ਚ ਬੈਠਾ ਕੰਮ ਕਰ ਰਿਹਾ, ਉਹ ਸੋਚ ਰਿਹਾ ਹੈਗਾ ਵੀ ਇਹ ਆਪਾਂ ਦਵਾਈ ਬਣਾਈਏ, ਇਹ ਆਪਾਂ ਵੈਕਸੀਨ ਬਣਾਈਏ ਜਾਂ ਕੁਝ ਵੀ ਬਣਾਉਣਾ ਹੈਗਾ, ਤਾਂ ਕਿ ਜਿਹੜਾ ਵੀ ਵਿਅਕਤੀ ਨੂੰ, ਇਨਸਾਨ ਨੂੰ ਇਹ ਲੱਗੇਗੀ ਉਹ ਤਕਲੀਫ ਵਿੱਚ ਨਾ ਜਾਵੇ। ਤਾਂ ਉਹ ਉਹਦਾ ਮੋਟਿਵ ਹੁੰਦਾ ਹੈਗਾ। ਪਰ ਉਹਨੇ ਉਹ ਜਿਹੜੀ ਲੈਬਾਰਟਰੀ ਦੇ ਵਿੱਚ ਚੀਜ਼ ਬਣ ਰਹੀ ਹੈਗੀ ਹੈ, ਉਹਨੇ ਫਾਰਮੂਲਾ ਤਿਆਰ ਕੀਤਾ ਗੋਲੀ ਦਾ, ਉਹ ਗੋਲੀ ਉਹ ਦੇ ਰਿਹਾ ਹੈਗਾ ਕਿਸੇ ਬੰਦੇ ਨੂੰ, ਫੈਕਟਰੀ ਵਾਲੇ ਨੂੰ, ਜਿਹਨੇ ਉਹ ਬਣਾਉਣੀ ਹੈਗੀ ਹੈ ਤੇ ਅੱਗੋਂ ਡਿਸਟ੍ਰੀਬਿਊਟ ਕਰਨੀ ਹੈ। ਇਹ ਗੱਲ ਠੀਕ ਹੈਗੀ ਹੈ ਵੀ ਵਿਗਿਆਨ ਤੋਂ ਉਹ ਚਲੀ ਜਾਂਦੀ ਹੈਗੀ ਹੈ ਟੈਕਨੋਲੋਜੀ ਦੇ ਵਿੱਚ, ਜਿਹਦੇ ਕੋਲ ਟੈਕਨੋਲੋਜੀ ਹੈਗੀ ਹੈ, ਜਿਹਦੇ ਕੋਲ ਸਨਅਤ ਹੈਗੀ ਹੈ। ਪਰ ਇਹਨਾਂ ਦੋਵਾਂ ਦੇ ਵਿੱਚ ਇੱਕ ਪੋਲੀਟਿਕਲ ਰੋਲ ਇਹਨਾਂ ਵਿਚਕਾਰ ਹੈਗਾ, ਕਿਉਂਕਿ ਇਹ ਤੁਸੀਂ ਬਿਲਕੁਲ ਇਹਨੂੰ ਫ੍ਰੀ ਹੈਂਡ ਸਨਅਤ ਨੂੰ ਦਿਓਗੇ ਤਾਂ ਉਹਨੇ ਫਿਰ ਮਨਮਰਜ਼ੀ ਕਰਨੀ ਹੈ, ਉਹਨੇ ਫਿਰ ਮਨਮਰਜ਼ੀ ਦਾ ਰੇਟ ਰੱਖਣਾ, ਉਹਨੇ ਮਨਮਰਜ਼ੀ ਨਾਲ ਉਹਨੂੰ ਪਹੁੰਚਾਉਣਾ ਹੈ। ਜਿਵੇਂ ਅਸੀਂ ਵੈਕਸੀਨ ਦੀ ਗੱਲ ਵੀ ਹੁਣ ਕਰ ਰਹੇ ਹੈਗੇ ਆ ਵੀ ਇਹ ਕਿਹਨਾਂ ਨੂੰ ਦਿੱਤੀ ਜਾਂ ਕੀ ਹੋਊਗਾ। ਡਾਕਟਰ ਸਾਹਿਬ, ਮੈਂ ਪੁੱਛਣਾ ਇਹ ਚਾਹੁੰਦੀ ਹਾਂ ਕਿ ਇਹਦਾ ਹੁਣ ਭਵਿੱਖ ਕੀ ਹੋਏਗਾ? ਮਤਲਬ ਜਿਸ ਟੈਂਡੈਂਸੀ ਨਾਲ ਵੱਧ ਰਹੇ ਨੇ ਕੇਸ, ਈਵਨ ਸਾਡੇ IPS ਆਫੀਸਰਸ, SDMs, SSP ਸਾਰੇ ਇਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ। ਤੇ ਕਿਸ ਤਰ੍ਹਾਂ ਹੁਣ ਇੱਕ ਪਾਸੇ ਸਕੂਲਸ ਕਾਲਜਸ ਨੂੰ ਖੋਲਣ ਦੀ ਗੱਲ ਚੱਲ ਰਹੀ ਆ, ਤੇ ਇਹ ਕੀ ਹੈਗਾ? ਤੁਸੀਂ ਥੋੜਾ ਜਿਹਾ ਸਾਨੂੰ ਇਹ ਵੀ ਗਾਈਡ ਕਰ ਦਿਓ। ਤੇ ਦੂਸਰਾ, ਸਾਡੇ ਕੋਲੇ ਜਿਹੜਾ ਸਾਡਾ ਸਿਸਟਮ ਸੀ ਆਯੁਰਵੈਦਿਕ ਵਾਲਾ, ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਉਸ ਪਾਸੇ ਵਾਲੀ ਮਤਲਬ ਕਿ ਚਲੋ ਆਪਾਂ ਗੱਲ ਕਰਾਂਗੇ। ਮੈਂ ਗੱਲ ਕਰਾਂ ਵੀ ਸਿਆਸਤ ਜਿਹੜੀ ਹੈਗੀ ਹੈ ਉਹਦਾ ਰੋਲ ਹੁੰਦਾ ਹੈ। ਦੇਖੋ, ਅਸੀਂ ਮਤਲਬ ਕਿ ਆਪਣਾ ਇੱਕ ਹੈਲਥ ਡਿਪਾਰਟਮੈਂਟ ਪੂਰਾ ਮਹਿਕਮਾ ਹੈਗਾ ਦੇਸ਼ ਦੇ ਵਿੱਚ। ਉਸ ਤੋਂ ਬਾਅਦ ਉਹ ਮਹਿਕਮਾ ਹਰੇਕ ਸਟੇਟ ਦੇ ਵਿੱਚ ਹੈਗਾ, ਕਿਉਂਕਿ ਸਟੇਟ ਦਾ ਇਹ ਜਿਹੜਾ ਆਪਾਂ ਜੇ ਕਨਸਟੀਟਿਊਸ਼ਨ ਦੇ ਵਿੱਚ ਹੈਲਥ ਜਿਹੜਾ ਹੈਗਾ ਉਹ ਸਟੇਟ ਚੈਪਟਰ ਹੈਗਾ, ਵੀ ਸਟੇਟ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਹੈਲਥ, ਕਿਉਂਕਿ ਹਰੇਕ ਸਟੇਟ ਦੀ ਆਪਣੀ ਇੱਕ ਸਟਰਕਚਰ ਹੈਗੀ, ਆਪਣੀਆਂ ਇੱਕ ਅਲੱਗ-ਅਲੱਗ ਬਿਮਾਰੀਆਂ ਹੁੰਦੀਆਂ ਨੇ। ਜਿਹੜੀਆਂ ਬਿਮਾਰੀਆਂ ਪੰਜਾਬ ਵਿੱਚ ਨੇ ਉਹ ਕਿਤੇ ਸਾਊਥ ਦੇ ਵਿੱਚ ਜਾਂ ਸੈਂਟਰਲ ਇੰਡੀਆ ਦੇ ਵਿੱਚ, ਮੱਧ ਪ੍ਰਦੇਸ਼, ਉੜੀਸਾ ਦੇ ਵਿੱਚ ਨਹੀਂ ਹੈਗੀਆਂ, ਅਲੱਗ-ਅਲੱਗ ਹੋਣਗੀ। ਇਸ ਕਰਕੇ ਕਿ ਫਿਰ ਤੁਸੀਂ ਦੇਖੋ ਵੀ ਇੱਕ ਪ੍ਰਾਈਸ ਕੰਟਰੋਲ ਕਮੇਟੀ ਹੁੰਦੀ ਸੀ ਕਿਸੇ ਵਕਤ, ਅਸੈਂਸ਼ੀਅਲ ਡਰੱਗ ਦੀ ਲਿਸਟ ਹੁੰਦੀ ਸੀਗੀ, ਜਿਹੜੀ ਕਿ ਹੌਲੀ ਇਹ ਕਾਰਪੋਰੇਟ ਦੇ ਵਿੱਚ ਆ ਕੇ ਇਹਨਾਂ ਨੇ ਸਿਆਸਤ ਨੂੰ ਮਤਲਬ ਕਿ ਆਪਣੇ ਹੱਥ ਦੇ ਵਿੱਚ ਕਰ ਲਿਆ ਹੈਗਾ। ਉਹ ਡਾਕਟਰ ਨੂੰ ਵੀ ਆਪਣੇ ਹੱਥ ਦੇ ਵਿੱਚ ਕਰ ਲੈਂਦੀ ਹੈ। ਜਿਹੜੀ ਖੋਜ ਡਾਕਟਰ ਆਪ ਕਰਨੀ ਸੀ, ਆਪਣੇ ਤਰੀਕੇ ਨਾਲ ਕਰਨੀ ਸੀਗੀ, ਇਹ ਫਿਰ ਉਹਨੂੰ ਕੁਝ ਵੱਧ ਲਾਲਚ ਦੇ ਕੇ ਤੇ ਖੋਜਾਂ ਵੀ ਆਪਣੇ ਹਿਸਾਬ ਨਾਲ ਕਰਵਾਉਂਦੇ ਆ ਤੇ ਉਹਨਾਂ ਤੋਂ ਰਿਕਮੈਂਡੇਸ਼ਨ ਲੈਂਦੇ ਆ। ਫਿਰ ਸਰਕਾਰ ਨੂੰ ਇਨਫਲੂਐਂਸ ਕਰਦੇ ਆ। ਫਿਰ ਉਹ ਸਰਕਾਰ ਤੋਂ ਉਹਨਾਂ ਨੂੰ ਜਿਹੜੀ ਅਸੈਂਸ਼ੀਅਲ ਡਰੱਗ ਦੀ ਲਿਸਟ ਹੈ, ਕਿਸੇ ਵਕਤ 350 ਆਉਂਦੀ ਸੀਗੀ ਕਿ ਮੈਂ 1960 ਤੇ ਹੁਣ ਇਹ 50 ਤੋਂ ਵੀ ਘੱਟ ਹੈਗੀ ਹੈ। ਉਹਦੇ ਚ ਕੁਝ ਦਵਾਈਆਂ ਨੇ ਜਿਹੜੀਆਂ ਕਿ ਸਾਨੂੰ ਸਰਕਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਦਾ ਰੇਟ ਰੱਖਣਾ ਪੈਂਦਾ ਹੈਗਾ। ਜੀ ਡਾਕਟਰ ਸਾਹਿਬ, ਆਪਾਂ ਥੋੜਾ ਜਿਹਾ ਇਸ ਪਾਸਿਓਂ ਵੱਲ, ਕਿਉਂਕਿ ਸਮਾਂ ਆਪਣੇ ਕੋਲ ਘੱਟ ਹੈ, ਜਿਹੜੇ ਸਵਾਲ ਤੇ ਮੈਡਮ ਨੇ ਫੋਕਸ ਕੀਤਾ ਸੀ ਕਿ ਇੱਕ ਪਾਸੇ ਸਾਡੇ ਕੋਲੇ ਸਾਡਾ ਪੁਰਾਣੀ ਪੈਥੀ ਹੈ ਜਿਹੜੀ ਸਦੀਆਂ ਤੋਂ ਚੱਲਦੀ ਆ ਰਹੀ ਹੈ, ਤੇ ਇੱਕ ਪਾਸੇ ਸਾਡੇ ਕੋਲੇ ਐਲੋਪੈਥੀ ਹੈ ਜਿਹਦੇ ਵਿੱਚ ਵੈਕਸੀਨ ਆ ਰਹੀ ਹੈ। ਤੁਸੀਂ ਕੀ ਲੱਗਦਾ ਤੁਹਾਨੂੰ, ਇਹਨਾਂ ਦੋਨਾਂ ਦੇ ਵਿਚਕਾਰ ਕੋਈ ਰਸਤਾ ਨਿਕਲਣਾ ਹੈ ਤਾਂ ਕਿਹੜੀ ਪੈਥੀ ਠੀਕ ਹੈ? ਸਾਹਿਬ ਵੀ ਜਿਸ ਤਰ੍ਹਾਂ ਮੈਡਮ ਨੇ ਇਹ ਕੀਤਾ ਕਿ ਕੇਸ ਐਨੇ ਵੱਧ ਰਹੇ ਨੇ ਤੇ ਇਹਨਾਂ ਦਾ ਮਤਲਬ ਕਿ ਕੀ ਅੱਗੋਂ ਭਵਿੱਖ ਕੀ ਹੈਗਾ। ਦੇਖੋ, ਭਵਿੱਖ ਦਾ ਕਿਉਂਕਿ ਇਹਨਾਂ ਨਾਲ ਗੱਲ ਜੁੜੀ ਹੈ, ਵੈਕਸੀਨ ਵੀ ਗੱਲ ਹੈਗੀ ਹੈ ਵੀ ਇੱਕ ਵੈਕਸੀਨ ਹੁੰਦੀ ਹੈ ਜਿਹੜੀ ਅਸੀਂ ਲਗਾ ਦਿੰਦੇ ਹਾਂ, ਜਿਹੜੀ ਸਾਨੂੰ ਪ੍ਰੋਟੈਕਟ ਕਰਦੀ ਹੈ। ਜਿਹੜਾ ਸਾਡੀ ਬੋਡੀ ਦਾ ਇਮਿਊਨ ਸਿਸਟਮ ਹੈ, ਜਿਹੜਾ ਇਮਿਊਨ ਸਿਸਟਮ ਨੂੰ ਉਹ ਬੋਡੀ ਐਂਟੀਬੋਡੀ ਚ ਬਣਾ ਦਿੰਦੀ ਹੈ ਵੈਕਸੀਨ। ਇਹ ਸਾਡਾ ਇੱਕ ਮਤਲਬ ਕਿ ਸਾਇੰਟਿਫਿਕ ਤਰੀਕਾ ਹੈਗਾ, ਸਾਇੰਸ ਉਹਨੂੰ ਕਰਦੀ ਹੈਗੀ ਹੈ। ਦੂਜਾ ਹੈਗਾ ਕਿ ਹਰਡ ਇਮਿਊਨਿਟੀ ਹੈਗੀ ਹੈ,
ਇਹ ਹਰਡ ਇਮਿਊਨਿਟੀ ਦੀ ਗੱਲ ਚੱਲ ਰਹੀ ਹੈਗੀ ਹੈ। ਜਦੋਂ ਵੈਕਸੀਨ ਸਾਡੇ ਕੋਲ ਹੈ ਨਹੀਂ ਤਾਂ ਜਿਹੜਾ ਵਾਇਰਸ ਹੈਗਾ ਇਹ ਸਾਡੀ ਬੋਡੀ ਦੇ ਵਿੱਚ ਜਾਊਗਾ ਤੇ ਐਂਟੀਬੋਡੀ ਉਹਨੇ ਬਣਾਉਣੀਆਂ ਹੈਗੀਆਂ ਨੇ। ਤਾਂ ਇਹਨੂੰ ਮਤਲਬ ਕਿ ਜਿਹੜਾ ਕੰਮ ਵੈਕਸੀਨ ਨੇ ਕਰਨਾ ਸੀਗਾ ਉਹ ਹੁਣ ਲਾਈਵ ਜਿਹੜਾ ਵਾਇਰਸ ਹੈਗਾ ਸਾਡੇ ਆਲੇ ਦੁਆਲੇ ਘੁੰਮ ਰਿਹਾ ਹੈਗਾ ਉਹਨੇ ਮਤਲਬ ਕਿ ਉਹ ਕੰਮ ਕਰਨਾ ਹੈਗਾ। ਤਾਂ ਇਸ ਲੈਵਲ ਤੇ ਇਹਨੂੰ ਠੱਲ ਇੱਕ ਵਾਰੀ ਉਦੋਂ ਪਊਗੀ ਜਦੋਂ ਇੱਕ ਹਰਡ ਇਮਿਊਨਿਟੀ ਬਣ ਜਾਊਗੀ। ਹਰਡ ਇਮਿਊਨਿਟੀ ਲਗਭਗ 60-70% ਲੋਕ ਜਿਹੜੇ ਨੇ ਇਸ ਬਿਮਾਰੀ ਤੋਂ ਜਦ ਤੱਕ ਇਨਫੈਕਟ ਨਹੀਂ ਹੁੰਦੇ ਤੇ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਹੁਣ ਇਸ ਵਕਤ ਹੈਗਾ ਕਿ ਲਗਭਗ 30% ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਇੰਡੀਆ ਦੀ ਉਹਨੂੰ ਇਹ ਇਨਫੈਕਸ਼ਨ ਹੋ ਚੁੱਕੀ ਹੈ, ਹੋ ਕੇ ਹਟ ਵੀ ਗਈ। ਹਾਂਜੀ ਉਹ ਜਿਸ 80% ਵਾਲਾ ਤੇ 13-14% ਵਾਲਾ ਤੇ 6% ਵਾਲਾ ਜਿਹੜਾ ਬ੍ਰੈਕਟ ਹੈਗਾ ਮਾਈਲਡ ਮੋਡਰੇਟ ਤੇ ਜਿਹਨੂੰ ਥੋੜੀ ਜਿਹੀ ਗੰਭੀਰ ਹੁੰਦੀ ਹੈ ਜਿਹਨੂੰ ਹਸਪਤਾਲ ਦੀ ਲੋੜ ਪੈਂਦੀ ਹੈ 80% ਹੋ ਕੇ ਤਾਂ ਵਾਸਤੇ ਜਿਹੜਾ ਹੁਣ ਰੈਪਿਡ ਟੈਸਟ ਜਿਹੜਾ ਹੋ ਰਿਹਾ ਉਹਦੇ ਤੋਂ ਪਤਾ ਲੱਗੂਗਾ ਵੀ ਕਿੰਨਿਆਂ ਨੂੰ ਹੋ ਕੇ ਹਟ ਗਈ ਹੈ। ਤਾਂ ਕਹਿਣ ਦਾ ਸਾਨੂੰ ਹਰਡ ਇਮਿਊਨਿਟੀ ਦੀ ਇੱਕ ਤਸਵੀਰ ਆਊਗੀ ਜਿਹੜੀ ਕਿ ਜੇ ਜਿਸ ਤਰੀਕੇ ਨਾਲ ਅਸੀਂ ਚੱਲ ਰਹੇ ਹੈਗੇ ਆ ਤਾਂ ਹੋ ਸਕਦਾ ਹੈ ਕਿ ਜੁਲਾਈ ਦਾ ਅਖੀਰ ਵੱਧ ਤੋਂ ਵੱਧ ਹੋਰ 15 ਅਗਸਤ ਜਾਂ ਲਾਸਟ ਤੱਕ ਇਹਦੀ ਹਰਡ ਇਮਿਊਨਿਟੀ ਬਣ ਜਾਊਗੀ। ਤੇ ਫਿਰ ਹਰਡ ਇਮਿਊਨਿਟੀ ਦਾ ਮਤਲਬ ਇਹ ਹੈ ਕਿ ਵਾਇਰਸ ਨੂੰ ਕੋਈ ਨਵਾਂ ਆਦਮੀ ਨਹੀਂ ਮਿਲੂਗਾ ਜਿਸ ਬੋਡੀ ਜਾ ਕੇ ਉਹ ਬਿਮਾਰੀ ਕਰ ਸਕੇ, ਉਹਦੀ ਘੇਰਾਬੰਦੀ ਹੋ ਜਾਊਗੀ। ਮੈਂ ਹਰਡ ਇਮਿਊਨਿਟੀ ਨੂੰ ਮਤਲਬ ਕਹਿੰਦਾ ਇਹ ਘੇਰਾਬੰਦੀ ਕਰਨੀ ਹੈ, ਉਹ ਵੈਕਸੀਨ ਨੇ ਕਰਨੀ ਹੁੰਦੀ ਹੈ, ਉਹ ਵੈਕਸੀਨ ਹੁਣ ਸਾਡੇ ਕੋਲ ਹੈ ਨਹੀਂ, ਫਿਰ ਹਰਡ ਇਮਿਊਨਿਟੀ ਕਰੂਗੀ। ਜਿਹੜਾ ਇਮਿਊਨ ਸਿਸਟਮ ਦੀ ਗੱਲ ਹੈਗੀ ਹੈ, ਜਿਹੜਾ ਆਯੁਰਵੈਦਿਕ ਹੁਣ ਗੱਲਾਂ ਚੱਲਦੀਆਂ ਨੇ ਵੀ ਸਾਡੇ ਕੋਲ ਬੜੇ ਵਧੀਆ ਕਾੜੇ ਕੂੜੇ ਹੈਗੇ ਨੇ, ਹਲਦੀ ਦੀ ਗੱਲ ਕਰ ਰਹੇ ਹਾਂ, ਅਦਰਕ ਦੀ ਗੱਲ ਕਰ ਰਹੇ ਹਾਂ, ਲਸਣ ਦੀ ਗੱਲ ਕਰ ਰਹੇ ਹਾਂ, ਦਾਲਚੀਨੀ ਵਗੈਰਾ ਸਾਰੀਆਂ ਦੀ ਗੱਲ ਕਰ ਰਹੇ ਹਾਂ। ਦੇਖੋ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇਮਿਊਨ ਸਿਸਟਮ ਨੂੰ ਵਧੀਆ ਕਰਦੀਆਂ ਨੇ। ਇਮਿਊਨ ਸਿਸਟਮ ਨੂੰ ਵਧੀਆ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਪੈਂਦਾ ਹੈਗਾ ਜੀ। ਬਿਮਾਰੀ ਦੇ ਜਿਹੜਾ ਇੱਕ ਬੰਦਾ ਜਿਸ ਨੂੰ ਹੁਣ ਸਾਹ ਚੜ੍ਹਨਾ ਸ਼ੁਰੂ ਹੋਇਆ ਹੈ, ਜਿਸ ਨੂੰ ਹੁਣ ਹਸਪਤਾਲ ਦੀ ਲੋੜ ਹੈ ਜਾਂ ਆਕਸੀਜਨ ਦੀ ਲੋੜ ਹੈਗੀ ਹੈ, ਇਹ ਦੇ ਉੱਤੇ ਕੰਮ ਨਹੀਂ ਕਰਦੀਆਂ। ਇਹ ਆਪਾਂ ਨੂੰ ਮੰਨਣਾ ਚਾਹੀਦਾ ਹੈਗਾ। ਇਹ ਕੰਮ ਕਰਦੀ ਹੈ। ਜੇ ਹੁਣ ਤੁਸੀਂ ਦੇਖੋ ਸਾਡੇ ਕੋਲ ਉਦਾਹਰਨ ਹੈ ਆਪਣੇ ਦੇਸ਼ ਦਾ ਹੀ, ਕੇਰਲਾ ਦੇ ਵਿੱਚ ਆਯੁਰਵੈਦਿਕ ਸਿਸਟਮ ਆਲਰੇਡੀ ਵੀ ਉੱਥੇ ਮਜ਼ਬੂਤ ਹੈ ਬਾਕੀ ਦੇਸ਼ ਨਾਲੋਂ, ਤੇ ਉੱਥੇ ਜਿਹੜੀਆਂ ਸਪਾਈਸਿਸ ਤੇ ਲੌਂਗ ਇਲਾਇਚੀ ਉੱਥੇ ਪੈਦਾ ਹੁੰਦੀ ਹੈ ਤੇ ਸਾਡੀ ਡਾਈਟ ਦਾ ਹਿੱਸਾ ਹੈਗੇ ਨੇ। ਤਾਂ ਤੁਸੀਂ ਦੇਖ ਲਓ ਵੀ ਅੱਜ ਤੱਕ ਜਿੰਨੇ ਵੀ ਉੱਥੇ ਕੇਸ ਹੋਏ ਹੈ, ਹਸਪਤਾਲ 'ਚ ਵੀ ਦਾਖਲ ਹੋਇਆ ਪਰ ਕਿਸੇ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਈ ਤੇ ਉਹਨਾਂ ਦਾ ਡੈਥ ਰੇਟ 0.04% ਹੈਗਾ ਜੀ, 1% ਵੀ ਨਹੀਂ ਹੈਗਾ। ਤੇ ਕਾਰਨ ਇਹ ਹੈਗਾ ਕਿ ਉਹਨਾਂ ਨੂੰ ਉਸ ਸਿਸਟਮ ਨੇ ਬਚਾਇਆ, ਪਰ ਉਹ ਸਿਸਟਮ ਨੇ ਅੱਜ ਨਹੀਂ ਬਚਾਇਆ, ਨਹੀਂ ਬਚਾਇਆ। ਉਹਨਾਂ ਦੀ ਟ੍ਰੈਡੀਸ਼ਨ ਹੈਗੀ ਹੈ। ਤਾਂ ਜਿਹੜੀ ਸਾਡੀ ਆਯੁਰਵੈਦਿਕ ਚੀਜ਼ਾਂ ਨੇ, ਜਿਹੜੀਆਂ ਵਧੀਆ ਚੀਜ਼ਾਂ ਨੇ, ਇਹਨਾਂ ਨੂੰ ਟ੍ਰੈਡੀਸ਼ਨ ਬਣਾਉਣ ਦੀ ਲੋੜ ਹੈਗੀ ਹੈ। ਦੇਖੋ ਪਰ ਅਸੀਂ ਇਸ ਨੂੰ ਟ੍ਰੈਡੀਸ਼ਨਲੀ ਫਾਲੋ ਨਹੀਂ ਕਰ ਰਹੇ। ਅਸੀਂ ਜੋ ਖਾ ਰਹੇ ਹਾਂ ਅੱਜ, ਸਾਡੇ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ, ਜੋ ਸਾਡਾ ਖਾਣ ਪਾਨ ਹੈਗਾ ਉਹ ਸਾਡੀ ਇਮਿਊਨਿਟੀ ਨੂੰ ਘਟਾਉਣ ਵਾਲਾ ਹੈਗਾ, ਇਮਿਊਨਿਟੀ ਨੂੰ ਵਧਾਉਣ ਵਾਲਾ ਨਹੀਂ ਹੈ। ਚਾਹੇ ਉਹ ਸਾਡੇ ਰੈਸਟੋਰੈਂਟ ਦੇ ਖਾਣੇ ਨੇ, ਚਾਹੇ ਉਹ ਸਾਡੀਆਂ ਚਿਕਨ ਕਰੀਆਂ ਨੇ, ਤੇ ਚਾਹੇ ਉਹ ਸਾਡੇ ਨੂਡਲਸ ਨੇ ਜਾਂ ਹੋਰ ਫਾਸਟ ਫੂਡ ਹੈਗਾ, ਇਹ ਸਾਰੇ ਦੇ ਸਾਰੇ ਸਾਡੇ ਇਮਿਊਨ ਸਿਸਟਮ ਨੂੰ ਵੀਕ ਕਰਦੇ ਹੈਗੇ ਨੇ। ਇਸ ਕਰਕੇ ਨਾ ਸਾਨੂੰ ਮਤਲਬ ਕਿ ਇਹ ਗੱਲ ਜਿਹੜੀ ਸਮਝਣੀ ਚਾਹੀਦੀ ਹੈਗੀ ਹੈ। ਤੇ ਲਾਸਟ ਗੱਲ ਜਿਹੜੀ ਵੈਕਸੀਨ ਦੇ ਵਿੱਚ ਤੇ ਹਰਡ ਇਮਿਊਨਿਟੀ ਦੇ ਵਿੱਚ ਗੱਲ ਹੈਗੀ ਹੈ, ਜੋ ਬਾਬਾ ਰਾਮਦੇਵ ਨੇ ਆਪਣਾ ਉਹ ਲੈ ਕੇ ਆ ਗਿਆ ਹੈਗਾ ਪ੍ਰੋਡਕਟ, ਤੇ ਤੁਸੀਂ ਇੱਥੋਂ ਵੀ ਸਮਝ ਸਕਦੇ ਹੋ ਕਿ ਉਹ ਕਿਵੇਂ ਉਹਨੂੰ ਇੰਨਾ ਕੌਨਫੀਡੈਂਸ ਸੀਗਾ ਕਿ ਮੈਂ ਜੋ ਮਰਜ਼ੀ ਲੈ ਆਵਾਂ ਤੇ ਇਸ ਦੇਸ਼ ਦੇ ਵਿੱਚ ਲੋਕੀ ਜਿਹੜੇ ਨੇ ਮਤਲਬ ਕਿ ਚਾਹੇ ਬੇਵਕੂਫ ਨੇ ਚਾਹੇ ਅਨਪੜ੍ਹ ਨੇ, ਸਰਕਾਰ ਮੇਰੇ ਹੱਕ 'ਚ ਹੈਗੀ ਹੈ, ਜਾਂ ਮੈਂ ਇੱਕ ਇਹੋ ਜਿਹਾ ਔਰਾ ਬਣਾਤਾ ਹੈਗਾ ਸਾਰੇ ਹਿੰਦੁਸਤਾਨ ਦੇ ਵਿੱਚ ਕਿ ਮੈਂ ਜੋ ਵੀ ਕਰ ਰਿਹਾ ਵਧੀਆ ਕਰ ਰਿਹਾ। ਤੇ ਉਹਨੂੰ ਇਮਿਊਨ ਸਿਸਟਮ ਦੇ ਉਹਨੇ ਕਿਹਾ ਕਿ ਇਹ ਕੋਵਿਡ ਦੀ ਦਵਾਈ ਹੈ, ਫਿਰ 2 ਦਿਨ ਬਾਅਦ ਮੁੱਕਰ ਜਾਂਦਾ ਹੈਗਾ। ਦੇਖੋ ਉਸਦੇ ਕੋਲੋਂ ਵੈਕਸੀਨ ਦੇ ਵਿੱਚ ਤੇ ਜਿਹੜਾ ਉਹਦਾ ਸਿਸਟਮ ਹੈਗਾ ਜਿਹੜਾ ਸਾਡੇ ਪੈਰਲਲ ਚੱਲਣ ਦੀ ਗੱਲ ਹੈਗੀ ਹੈ। ਦੇਖੋ ਤੁਸੀਂ ਇੱਕ ਭਾਵੁਕਤਾ ਦੇ ਨਾਲ ਇੱਕ ਗ੍ਰੰਥ ਦਾ ਹਵਾਲਾ ਦੇ ਕੇ ਤੁਸੀਂ ਮਤਲਬ ਕਿ ਲੋਕਾਂ ਨੂੰ ਭਾਵੁਕ ਕਰਕੇ ਉਹਨੇ ਮਗਰ ਤਾਂ ਲਾ ਸਕਦੇ ਹੈਗੇ ਹੋ, ਪਰ ਜਿਹੜੀ ਤੱਥ ਤੇ ਸੱਚ ਦੇ ਉੱਤੇ ਵਿਗਿਆਨਕ ਖੋਜ ਉਹਦਾ ਤਰੀਕਾ ਹੈਗਾ, ਉਹਦਾ ਟ੍ਰਾਇਲ ਦਾ ਤਰੀਕਾ ਹੈਗਾ, ਉਸਦਾ ਜਿਹੜਾ ਮਤਲਬ ਕਿ ਵੈਕਸੀਨ ਦੇ ਉੱਤੇ ਜੋ ਟਾਈਮ ਲੱਗਣਾ ਹੈਗਾ। ਮੈਂ ਖੁਦ ਇੱਕ ਆਪਣੇ ਡਿਪਾਰਟਮੈਂਟ ਵਿੱਚ ਵੈਕਸੀਨ ਦੇ ਟ੍ਰਾਇਲ ਦੇ ਨਾਲ ਜੁੜਿਆ ਰਿਹਾ ਹੈਗਾ। ਰੇਬੀਜ਼ ਦਾ ਵੈਕਸੀਨ ਅਸੀਂ ਆਪਣੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਉਹਦਾ ਟ੍ਰਾਇਲ ਕੀਤਾ, ਉਹਦੀ ਪੂਰੀ ਪ੍ਰੋਸੈਸ ਹੈਗੀ ਹੈ। ਅਸੀਂ ਲਾਸਟ ਟ੍ਰਾਇਲ ਕੀਤਾ ਜਦੋਂ ਕਿ 2-3 ਟ੍ਰਾਇਲ ਆਲਰੇਡੀ ਹੋ ਚੁੱਕੇ ਸੀਗੇ। ਉਹਦੇ ਵਿੱਚ ਵੀ ਉਹੀ ਗੱਲ ਹੈਗੀ ਹੈ, ਅਸੀਂ ਉਹਨੂੰ ਇੰਜੈਕਸ਼ਨ ਲਗਾਉਣਾ ਹੈ, ਪੇਸ਼ੈਂਟ ਚੁਣਨੇ ਹੈ, ਕਿਵੇਂ ਪੇਸ਼ੈਂਟ ਚੁਣਨੇ ਹੁੰਦੇ ਹੈ, ਇੱਕ ਪੂਰਾ ਪ੍ਰੋਸੀਜਰ ਹੈਗਾ। ਫਿਰ ਜਿਹੜੀ ਹੈ ਡਰੱਗ ਕੰਟਰੋਲ ਆਫ ਇੰਡੀਆ ਜਿਹੜੀ ਹੈਗੀ ਹੈ ਉਹ ਸਾਰੇ
ਦੇਖ ਕੇ ਫਿਰ ਸਰਟੀਫਿਕੇਟ ਦਿੰਦੀ ਹੈਗੀ ਹੈ। ਸ਼ੁਰੂ ਤੋਂ ਹੀ ਕਿਹਾ ਜਾ ਰਿਹਾ ਵੀ ਇਹਨੂੰ ਘੱਟੋ ਘੱਟ 1.5 ਤੋਂ 1.5 ਸਾਲ ਲੱਗੂਗਾ, ਇਸ ਸਾਲ ਆਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ। ਤਾਂ ਇਸ ਕਰਕੇ ਤੇ ਅਸੀਂ ਇੱਥੋਂ ਵੀ ਦੇਖ ਡਾਕਟਰ ਸਾਹਿਬ ICMR ਨੇ ਜਿਹੜੀ 15 ਅਗਸਤ ਦੀ ਡੇਟ ਡਿਕਲੇਅਰ ਕੀਤੀ ਸੀ ਵੈਕਸੀਨ ਦੀ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ। ਉਹੀ ਵੇਖਦਾ, ਉਹਨਾਂ ਨੇ ਨਹੀਂ ਡਿਕਲੇਅਰ ਕੀਤੀ, ਉਹ ਕਰਵਾਈ ਗਈ ਹੈ। ਉਹਨਾਂ ਨੂੰ ਤੁਸੀਂ ਉਹਦੀ ਚਿੱਠੀ ਪੜ੍ਹ ਕੇ ਦੇਖ ਲਓ ਵੀ ਇਹ ਹੁਣ ਤੁਸੀਂ ਦੇਖੋ ਵੀ ਆਪਾਂ ਮਤਲਬ ਕਿ ਐਵੇਂ ਕਹੀਏ ਨਾ ਵੀ ਜੇ ਇੱਕ ਮਜ਼ਦੂਰ ਨੂੰ ਆਪਾਂ ਮਤਲਬ ਕਿ ਘਰ ਬਣਾਉਣ ਵਾਸਤੇ ਕਹੀਏ ਤੇ ਉਹਨੂੰ ਕਹੀਏ ਵੀ ਮੈਨੂੰ 15 ਦਿਨਾਂ ਚਾਹੀਦਾ ਹੋਊਗਾ, 10 ਮਜ਼ਦੂਰ ਲੈ ਆਓ ਤੇ ਇਹ ਬਣ ਜਾਊਗਾ। ਤੁਸੀਂ ਲੇਬਰ ਫੋਰਸ ਲਾ ਸਕਦੇ ਹੋ। ਇੱਥੇ ਤੁਸੀਂ ਮੈਂ ਕਹਿੰਦਾ ਜੀ ਪੇਸ਼ੈਂਟ ਨੰਬਰ ਦੀ ਗੱਲ ਨਹੀਂ ਹੈ ਵੀ ਕਿਤੇ ਪੇਸ਼ੈਂਟ ਦੇ ਟੈਸਟ ਕਰਨਾ ਹੈ, ਪਰ ਤੁਸੀਂ ਉਹਨੂੰ ਇੱਕ ਟਾਈਮ ਦੇਣਾ ਹੈ। ਅੱਜ ਤੁਸੀਂ ਇੰਜੈਕਸ਼ਨ ਲਗਾਓਗੇ, ਐਂਟੀਬੋਡੀਜ਼ ਬਣਨ ਦੇ ਵਿੱਚ ਜਿਹੜਾ ਟਾਈਮ ਲੱਗਣਾ ਹੈਗਾ, ਉਸ ਤੋਂ ਬਾਅਦ ਤੁਸੀਂ ਉਹਦਾ ਬਲੱਡ ਲੈਣਾ ਹੈ, ਫਿਰ ਉਹਦੀ ਐਂਟੀਬੋਡੀ ਟੈਸਟ ਕਰਨੀਆਂ ਹੈਗੀਆਂ ਨੇ। ਉਹ ਜਿਹੜਾ ਟਾਈਮ ਲੱਗਣਾ ਹੈਗਾ ਤੁਸੀਂ ਉਹਨੂੰ ਰਿਡਿਊਸ ਨਹੀਂ ਕਰ ਸਕਦੇ। ਤੁਸੀਂ ਜਿਵੇਂ ਉਹ ਕਬੀਰ ਹੋਣਾ ਦਾ ਹੈਗਾ ਕਿ ਮਾਲੀ ਸੀਕੇ ਸੋ ਬੜਾ ਰਿਤੂ ਆਏ ਫਲ ਹੋਏ, ਤਾਂ ਕੁਦਰਤ ਦੇ ਨਾਲ ਜੋ ਕੁਦਰਤ ਦੇ ਸਰੀਰ ਦੀ ਬਣਤਰ ਹੈਗੀ ਹੈ ਅਸੀਂ ਉੱਥੋਂ ਹੀ ਸਿੱਖਿਆ। ਵੈਕਸੀਨ ਅਸੀਂ ਬਣਾਇਆ ਜ਼ਰੂਰ ਹੈ, ਸਿੱਖਿਆ ਅਸੀਂ ਕੁਦਰਤ ਤੋਂ ਹੀ ਹੈ ਕਿ ਐਂਟੀਬੋਡੀਜ਼ ਕਦੋਂ ਪੈਦਾ ਹੁੰਦੀਆਂ, ਕਿੰਨੇ ਦਿਨ ਲੱਗਦੇ ਹੈਗੇ ਨੇ, ਤੇ ਉਸ ਤੋਂ ਬਾਅਦ ਸਫੀਸ਼ੀਐਂਟ ਵੀ ਹੈਗੀਆਂ ਨੇ ਕਿ ਨਹੀਂ, ਇਹ ਵੈਕਸੀਨ ਬਣ ਵੀ ਜਾਊਗਾ ਤਾਂ ਅਸਰਦਾਰ ਹੋਊਗਾ ਵੀ ਕਿ ਨਹੀਂ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਅਲਟੀਮੇਟਲੀ ਰਿਜੈਕਸ਼ਨ ਹੋ ਜਾਂਦੀ ਹੈ ਕਿ ਤੁਹਾਡਾ ਵੈਕਸੀਨ ਠੀਕ ਨਹੀਂ ਹੈਗਾ, ਇਹ ਹੈ, ਦੁਬਾਰਾ ਇਸ ਤੇ ਰਿਸਰਚ ਕਰੋ, ਦੁਬਾਰਾ ਟ੍ਰਾਇਲ ਕਰੋ, ਫਿਰ ਆਉਣਾ। ਸਾਲ ਵੀ ਲੱਗ ਜਾਂਦੇ ਨੇ ਵੈਕਸੀਨ ਨੂੰ ਬਣਨ ਦੇ ਵਾਸਤੇ। ਜੇ ਅਸੀਂ ਸ਼ੁਰੂ ਦਾ ਇਤਿਹਾਸ ਦੇਖੀਏ, ਹੁਣ ਸਾਡੇ ਕੋਲ ਤਕਨੀਕ ਵਧੀਆ ਹੈਗੀ ਹੈ, ਅਸੀਂ ਵੈਕਸੀਨ ਬਣਾਉਣ ਦੇ ਵਿੱਚ ਥੋੜੀ ਜਿਹੀ ਹਿੰਮਤ ਕਰ ਲਈ ਹੋ ਗਈ ਹੈ, ਪਰ ਟ੍ਰਾਇਲ ਤੋਂ ਬਗੈਰ ਇਹ ਮਾਰਕੀਟ ਦੇ ਵਿੱਚ ਆਊਗਾ ਤਾਂ ਅਸੀਂ ਸਗੋਂ ਨੁਕਸਾਨ ਕਰਾਂਗੇ, ਕਿਉਂਕਿ ਉਹ ਫਿਰ ਫਾਲਸ ਸੈਂਸ ਇੱਕ ਬੰਦੇ ਨੂੰ ਵੈਸੇ ਹੀ ਆ ਜਾਂਦਾ ਕੌਨਫੀਡੈਂਸ ਕਿ ਮੇਰੇ ਵੈਕਸੀਨ ਲੱਗਿਆ ਤੇ ਮੈਨੂੰ ਕੁਝ ਨਹੀਂ ਹੋਣਾ ਜੀ। ਕਿਉਂਕਿ ਕੋਈ ਵੀ ਵੈਕਸੀਨ 100% ਇਫੈਕਟਿਵ ਕੋਈ ਵੀ ਨਹੀਂ ਹੁੰਦੀ, ਉਹਨਾਂ ਦੀ ਅਲੱਗ-ਅਲੱਗ ਐਫੀਕੇਸੀ ਹੁੰਦੀ ਹੈ 60-70%। ਪਹਿਲੀ ਗੱਲ ਤਾਂ ਇਹ ਹੈਗੀ ਹੈ। ਦੂਸਰੀ ਗੱਲ ਇਹ ਹੈ ਕਿ ਜੇ ਟ੍ਰਾਇਲ ਨਹੀਂ ਕੀਤਾ ਤਾਂ ਸਾਨੂੰ ਉਹ ਵੀ ਨਹੀਂ ਪਤਾ ਵੀ ਇਹਦੀ ਅਸਰ ਕਿੰਨਾ ਕਰੂਗੀ। ਡਾਕਟਰ ਸਾਹਿਬ ਇੱਕ ਇਹਦੇ ਨਾਲ ਇੱਕ ਬਸ ਛੋਟੀ ਜਿਹੀ ਗੱਲ ਹੋਰ ਉਹ ਹੈ ਕਿ ਵੈਕਸੀਨ ਤੇ ਆ ਗਈ ਕਿ ਸਾਡੀ ਰੇਂਜ ਦੇ ਵਿੱਚ ਹੋਊਗੀ, ਉਹਦੀ ਰੇਟ ਰੂਟ ਕੀ ਹੋਊਗਾ, ਮਤਲਬ ਆਮ ਆਦਮੀ ਉਹਨੂੰ ਲੈ ਸਕਦਾ ਕਿ ਨਹੀਂ ਲੈ ਸਕਦਾ ਹੈਗਾ? ਨਹੀਂ ਦੇਖੋ, ਜੇ ਤਾਂ ਉਹੀ ਮੈਂ ਗੱਲ ਕਰ ਰਿਹਾ ਵੀ ਇਹ ਬਾਜ਼ਾਰ ਤੇ ਸਿਆਸਤ ਦਾ ਜਿਹੜਾ ਖੇਡ ਹੈਗਾ ਉਹਦੇ 'ਚ ਬਿਲਕੁਲ ਉਹੀ ਗੱਲ ਹੈ ਵੀ ਇਹ ਰੇਟ ਕੰਟਰੋਲ ਜਿਹੜੇ ਰੇਟ ਜਿਹੜੇ ਉਹ ਫਿਕਸ ਕਰਨੇ ਆ ਸਰਕਾਰ ਨੇ, ਸਰਕਾਰ ਦਾ ਉੱਥੇ ਰੋਲ ਹੈਗਾ। ਤੇ ਜਿਹੜੀ ਹੁਣ ਚਲੋ ਇਹ ਗੱਲ ਹੋ ਰਹੀ ਹੈ ਵੀ ਜਦੋਂ ਬਣੂਗੀ ਮਤਲਬ ਇਹਦਾ ਰੇਟ ਹੋਊਗਾ, ਰੇਟ ਦੱਸਿਆ ਨਹੀਂ ਜਾ ਰਿਹਾ ਭਾਵੇਂ, ਪਰ ਦੂਜਾ ਹੈਗਾ ਕਿ ਦਿੱਤੀ ਕਿਹਨੂੰ ਜਾਊਗੀ। ਮੰਨ ਲਓ ਕਿ ਸਾਡੇ ਕੋਲ 50,000 ਡੋਜ਼ਾਂ ਹੀ ਆਈਆਂ ਹੈਗੀਆਂ ਨੇ, 50,000 ਵੈਕਸੀਨ ਬਣੇ ਹੈਗੇ ਨੇ, ਤਾਂ ਤੁਸੀਂ ਪਹਿਲੇ 50,000 ਕਿਹਨੂੰ ਦਿਓਗੇ? ਇਹ ਗੱਲ ਆ ਰਹੀ ਹੈ ਵੀ ਜਿਹੜੇ ਫਰੰਟ ਲਾਈਨ ਮਤਲਬ ਕਿ ਸਾਡੇ ਹੈਗੇ ਨੇ ਹੈਲਥ ਵਰਕਰ ਨੇ ਉਹਨਾਂ ਨੂੰ ਦਿਆਂਗੇ, ਪੁਲਿਸ ਵਾਲੇ ਹੈਗੇ ਨੇ ਉਹਨਾਂ ਨੂੰ ਦਿਆਂਗੇ, ਜਿਹੜੇ ਫੀਲਡ ਵਿੱਚ ਜਾ ਕੇ ਮਤਲਬ ਕਿ ਡੇ ਟੂ ਡੇ ਲੋਕਾਂ ਦੇ ਜਾ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਨੂੰ ਦਿਆਂਗੇ। ਪਰ ਉਹ ਅੱਗੋਂ ਕਿੰਨਾ ਕੁ ਹੋਊਗਾ, ਕਿਉਂਕਿ ਜਿਹੜਾ ਪੈਸੇ ਵਾਲਾ ਹੈਗਾ, ਅਸੀਂ ਹੁਣ ਵੀ ਦੇਖਿਆ ਇੱਕ ਡਰੱਗ ਜਿਹੜੀ ਹੈਗੀ ਹੈ ਉਹ ਜਿਹਨੂੰ ਪਰਮਿਸ਼ਨ ਮਿਲੀ ਹੈ, ਐਂਟੀਵਾਇਰਲ ਡਰੱਗ ਹੈਗੀ ਹੈ, ਇਬੋਲਾ ਵਿੱਚ ਅਸੀਂ ਇਸਤੇਮਾਲ ਕੀਤੀ ਸੀਗੀ। ਉਹਨਾਂ ਨੇ ਟਰਾਈ ਕੀਤੀ ਵੀ ਇਹਦੇ ਵਿੱਚ ਵੀ ਅਸਰ ਕਰੂਗੀ, ਥੋੜਾ ਜਿਹਾ ਮੌਤ ਦਰ ਘਟਾਊਗੀ, ਪਰ ਉਹਦੇ ਵਾਸਤੇ ਵੀ ਮਤਲਬ ਕਿ ਜਿਹੜਾ ਹੈਗਾ ਅਮੀਰ ਲੋਕਾਂ ਨੇ ਜਿਹੜੀ ਉਹਨਾਂ ਨੇ ਡੋਜ਼ ਦਾ ਰੇਟ ਰੱਖਿਆ 3,000 ਰੁਪਈਆ, ਤੇ ਜਿਹੜੀ ਕਿ 15-15 16,000 ਦੇ ਵਿੱਚ ਬਲੈਕ ਦੇ ਵਿੱਚ ਜਿਹੜੇ ਅਮੀਰ ਆਦਮੀ ਨੇ, ਪੈਸੇ ਵਾਲੇ ਨੇ, ਜਿਹਨਾਂ ਕੋਲ ਹੈਗਾ, ਉਹ ਬਲੈਕ ਦੇ ਵਿੱਚ ਲੈ ਰਹੇ ਨੇ, ਬੈਕ ਡੋਰ ਤੋਂ ਲੈ ਰਹੇ ਨੇ। ਪਰ ਇਹ ਤਾਂ ਇੱਕ ਸਾਰਾ ਦਾ ਸਾਰਾ ਜਦੋਂ ਕੰਟਰੋਲ ਇੱਕ ਸਰਕਾਰ ਆਪਣੇ ਹੱਥ ਰੱਖੂਗੀ ਤਾਂ ਇਹ ਸੰਭਵ ਹੋ ਪਾਊਗਾ। ਡਾਕਟਰ ਸਾਹਿਬ ਸਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸੋ ਜਿਹੜਾ ਬੱਚਿਆਂ ਨੂੰ ਵੀ ਸਮਝ ਆ ਜਾਏ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਵਿਦਿਆਰਥੀ ਵੀ ਜੁੜੇ ਹੋਏ ਨੇ, ਕਿ ਉਹਨਾਂ 'ਚ ਡਰ ਨਾ ਹੋਵੇ, ਸਹਿਮ ਨਾ ਹੋਵੇ, ਪਰ ਉਹ ਆਪਣਾ ਬਚਾਅ ਕਰ ਸਕਣ। ਦੇਖੋ ਮੈਂ ਗੱਲ ਕੀਤੀ ਵੀ ਡਰ ਤੇ ਗਿਆਨ ਦਾ ਤੁਸੀਂ ਆਪੇ ਇੱਕੋ ਘਰ ਦੇ ਵਿੱਚ ਨਹੀਂ ਰਹਿ ਸਕਦੇ। ਸਾਨੂੰ ਹੁਣ ਮੈਂ ਗਿਆਨ ਦੀ ਗੱਲ ਜਿਹੜੀ ਹੈਗੀ ਹੈ ਕਿ ਸਾਨੂੰ ਪਤਾ ਹੈ ਵੀ ਇਹ 6 ਫੁੱਟ ਤੋਂ ਵੱਧ ਮਤਲਬ ਕਿ ਜਿਹੜਾ ਹੈ ਇਹਦਾ ਟਰੈਵਲ ਨਹੀਂ ਹੈਗਾ, ਤਾਂ ਇਸ ਕਰਕੇ ਜੇ ਅਸੀਂ 6 ਫੁੱਟ ਦਾ ਡਿਸਟੈਂਸ ਰੱਖ ਕੇ ਨਹੀਂ ਕਰ ਸਕਦੇ, ਕਿਉਂਕਿ ਅਸੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਤੇ ਹਜੇ ਲੋਕਾਂ ਦੇ ਦਿਮਾਗ 'ਚ ਬੈਠਾ ਵੀ ਨਹੀਂ ਹੈਗਾ 6 ਫੁੱਟ ਵਾਲਾ, ਫਿਰ ਉਹਦਾ ਹੱਲ ਸੀਗਾ ਮਾਸਕ ਪਾ ਕੇ ਪਾਉਣ ਵਾਲੀ ਗੱਲ। ਵੀ ਜੇ ਤੁਸੀਂ ਮਾਸਕ ਪਾਉਂਦੇ ਹੈਗੇ ਹੋ, ਫਿਰ ਜੇ ਉਹ 6 ਫੁੱਟ ਤੋਂ ਤੁਸੀਂ ਨੇੜੇ ਵੀ ਖੜੇ ਹੋ ਤਾਂ ਵੀ ਤੁਸੀਂ ਉਸ ਤੋਂ ਬਚਤ ਮਤਲਬ ਕੀ ਕਰ ਸਕਦੇ ਹੈਗੇ ਹੋ। ਤਾਂ ਇਸ ਕਰਕੇ ਇੱਕ ਤਾਂ ਇਹ ਜਿਹੜਾ ਹੈਗਾ ਮਾਸਕ ਜਿਹੜਾ ਹੈਗਾ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਿੰਨਾ ਕਰ ਸਕਦੇ ਹੋ ਠੀਕ ਹੈ, ਪਰ ਮਾਸਕ ਜਿਹੜਾ ਹੈਗਾ ਉਹਨੂੰ ਜ਼ਰੂਰ ਮਤਲਬ ਕਿ ਥੋੜਾ ਜਿਹਾ ਸੀਰੀਅਸਲੀ ਲਿਆ ਜਾਵੇ। ਘੱਟੋ ਘੱਟ ਜਿੱਥੇ ਤੁਸੀਂ ਭੀੜ ਵਾਲੀ ਥਾਂ ਤੇ ਜਾ ਰਹੇ ਹੋ ਉੱਥੇ ਜ਼ਰੂਰ ਇਸਦਾ ਮਤਲਬ ਕਿ ਰੱਖਿਆ ਜਾਵੇ। ਦੂਸਰਾ ਹੈਗਾ ਕਿ ਤੁਸੀਂ ਇਹ ਦੇਖੋ ਇਮਿਊਨ ਸਿਸਟਮ ਦੇ ਵਾਸਤੇ ਚਲੋ ਜਿਹੜਾ ਹੁਣ ਠੀਕ ਹੈਗਾ ਉਹ ਥੋੜਾ ਜਿਹਾ ਇਹ ਜਿਹੜਾ ਫਾਸਟ ਫੂਡ ਤੋਂ ਹਜੇ ਵੀ ਬਚ ਸਕਦਾ ਹੈਗਾ, ਇਹ ਆਦਤ ਬਣ ਸਕਦੀ ਹੈ ਜੇ ਮੰਨ ਲਓ ਇਹ ਬਣਾ ਲਈ ਜਾਵੇ। ਤੇ ਜਿਹੜੀਆਂ ਸਾਡੇ ਘਰ ਦੇ ਵਿੱਚ
ਮੈਂ ਕਹਿ ਰਹਾ ਵੀ ਕਿ ਇੱਕ ਦਾਲਚੀਨੀ ਹੈ, ਮਲੱਠੀ ਹੈ, ਤੇ ਜਿਹੜੀ ਲੌਂਗ ਹੈਗਾ, ਤੇ ਇਹਨਾਂ ਚੀਜ਼ਾਂ ਨੂੰ ਅਸੀਂ ਇੱਕ ਵਾਰੀ ਉਬਾਲ ਕੇ ਇੱਕ ਵਾਰੀ 2 ਵਾਰੀ ਪੀ ਲਈਏ, ਜਿਹੜਾ ਬੰਦਾ ਠੀਕ ਹੈਗਾ ਉਹਦੀ ਸੰਭਾਵਨਾ ਹੈਗੀ ਹੈ ਕਿ ਜੇ ਉਹਦੇ ਅੰਦਰ ਵਾਇਰਸ ਦੀ ਅਲੱਗ ਹੈਗੀ ਹੈ ਵੀ ਕਿੰਨੇ ਵਾਇਰਸ ਸਾਡੇ ਅੰਦਰ ਜਾ ਰਹੇ ਨੇ। ਘੱਟੋ ਘੱਟ ਮਤਲਬ ਕਿ ਜਿਹੜੇ ਵਾਇਰਸ ਸਾਡੀ ਬੋਡੀ ਦੇ ਜਾਣੇ ਚਾਹੀਦੇ ਨੇ ਉਹ 1000। ਹਾਂਜੀ ਡਾਕਟਰ ਸਾਹਿਬ, ਮੈਂ ਅੰਬਾਲਾ ਤੋਂ ਗੁਰਦੇਵ ਸਿੰਘ ਬੋਲ ਰਿਹਾ ਜੀ। ਤੁਹਾਡੀ ਜਾਣਕਾਰੀ ਬਹੁਤ ਹੀ ਵਿਗਿਆਨਕ ਢੰਗ ਨਾਲ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਹੈ। 2 ਗੱਲਾਂ ਜਿਹੜੀਆਂ ਨੇ ਉਹ ਇਹ ਕਿ ਇਸ ਵੇਲੇ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਅਸੀਂ ਜਿਹੜਾ ਹੈਗਾ ਲੋਕਡਾਊਨ ਖੋਲ ਦਿੱਤਾ ਹੈ, ਰਾਜਨੀਤਿਕ ਤੌਰ ਤੇ ਜਾਂ ਪ੍ਰਸ਼ਾਸਨਿਕ ਤੌਰ ਤੇ ਇਸ ਵੇਲੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਸਮਾਜ ਦੇ ਵਿੱਚ ਕਿ ਉਹ ਆਪਣੇ ਆਪਣੇ ਕੰਮ ਤੇ ਪਰਤਣ ਤੇ ਵਿਦਿਆਰਥੀਆਂ ਨੂੰ, ਬੱਚੇ ਜਿਹੜੇ ਹੈਗੇ ਮਾਪੇ ਆਪਣੇ ਸਕੂਲਾਂ 'ਚ ਭੇਜਣ ਨੂੰ ਤਿਆਰ ਨਹੀਂ, ਕਾਲਜਾਂ ਦੇ ਵਿੱਚ ਜਾਣ ਨੂੰ ਤਿਆਰ ਨਹੀਂ। ਤੇ ਅਜੇ ਵੀ ਲੋਕਾਂ ਦੇ ਵਿੱਚ ਇੱਕ ਡਰ ਹੈ ਕਿ ਨਾ ਤਾਂ ਪ੍ਰੋਪਰ ਸੈਨੀਟਾਈਜੇਸ਼ਨ ਹੋਈ ਹੈ ਦਫ਼ਤਰਾਂ ਦੀ, ਉੱਥੇ ਦੇ ਸਮਾਨ ਦੀ, ਤੇ ਨਾ ਹੀ ਜਿਹੜਾ ਹੈਗਾ ਇਹਦੀ ਕੋਈ ਵੈਕਸੀਨ ਹੋਈ ਹੈ, ਤੇ ਬੜੇ ਅਨਸਾਇੰਟਿਫਿਕ ਢੰਗ ਦੇ ਨਾਲ ਲੋਕਡਾਊਨ ਖੋਲ ਵੀ ਦਿੱਤਾ ਗਿਆ ਹੈ। ਤਾਂ ਇਸ ਸਾਰੇ ਸੰਦਰਭ ਦੇ ਵਿੱਚ ਕੀ ਕੁਛ ਜਿਹੜਾ ਹੈਗਾ ਪ੍ਰਕਾਸ਼ਨ ਲੈਣੇ ਚਾਹੀਦੇ ਹੈ, ਚਾਹੇ ਉਹ ਅਧਿਆਪਕ ਵਰਗ ਹੈ, ਚਾਹੇ ਵਿਦਿਆਰਥੀ ਵਰਗ ਹੈ, ਤੇ ਚਾਹੇ ਦਫ਼ਤਰ ਦਾ ਜਾਂ ਸਮਾਜ ਦਾ ਕੋਈ ਹੋਰ ਵਰਗ ਹੈ, ਤੇ ਇਸ ਤੋਂ ਕਿਵੇਂ ਜਿਹੜਾ ਹੈਗਾ ਛੁਟਕਾਰਾ ਪਾਇਆ ਜਾਏ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਆਪਾਂ ਡਰ ਤੇ ਸਹਿਮ ਦੇ ਵਿੱਚੋਂ ਤੇ ਵਹਿਮ ਦੇ ਵਿੱਚੋਂ ਨਿਕਲ ਸਕਦੇ ਹਾਂ। ਜੀ ਜੀ ਜੀ। ਹਾਂਜੀ ਦੀਪਤੀ ਸਾਹਿਬ। ਹਾਂਜੀ ਹਾਂਜੀ, ਉਹ ਪਤਾ ਨਹੀਂ ਕਨੈਕਟ ਠੀਕ, ਹਾਂ ਬਿਲਕੁਲ ਜੀ। ਹਾਂਜੀ ਹਾਂਜੀ, ਇਸ ਕਰਕੇ ਡਰ ਤੇ ਮੈਂ ਕਹੇ ਗਿਆਨ ਦੀ ਗੱਲ ਹੈਗੀ ਹੈ, ਪਰ ਸਮਝੀਏ ਵੀ ਅਸੀਂ ਡਾਕਟਰ ਸਾਹਿਬ ਗੁਰਦੇਵ ਸਿੰਘ ਦੇਵ ਹੋਰਾਂ ਦਾ ਸਵਾਲ ਸੀ ਕਿ ਇਸ ਵੇਲੇ ਸਕੂਲ ਕਾਲਜ ਬੇਸ਼ੱਕ ਬੰਦ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਖੁੱਲਣਗੇ ਜਾਂ ਲੋਕ ਆਪਣੇ ਕੰਮਾਂ ਤੇ ਜਾ ਰਹੇ ਨੇ, ਕੀ ਪ੍ਰੀਕਾਸ਼ਨ ਰੱਖਣ ਹੋ, ਕੀ ਸਾਵਧਾਨੀਆਂ ਰੱਖਣ ਕਿ ਜ਼ਿੰਦਗੀ ਥੋੜੀ ਜਿਹੀ ਰਵਾਂ ਹੋ ਸਕੇ? ਦੇਖੋ ਮੈਂ ਕਹਿੰਦਾ ਜੋ ਵੀ ਖੁੱਲ ਰਿਹਾ ਹੈਗਾ, ਦੇਖੋ ਅਸੀਂ ਜਦੋਂ ਰੈਸਟੋਰੈਂਟ ਖੋਲਦੇ ਆ 50% ਦੇ ਨਾਲ, ਅਸੀਂ ਮਤਲਬ ਕਿ ਉੱਥੇ ਗੱਲ ਹੋਈ ਹੈਗੀ ਵੀ ਤੁਸੀਂ ਡਿਸਟੈਂਸ ਮੇਨਟੇਨ ਕਰਨਾ ਹੈਗਾ। ਕਈ ਦੇਸ਼ਾਂ ਨੇ ਇਸ ਤਰ੍ਹਾਂ ਹੀ ਕੀਤਾ ਹੈਗਾ ਵੀ ਉਹਨਾਂ ਨੇ ਕਾਲਜ ਖੋਲੇ ਹੈਗੇ ਨੇ, ਉਹਨਾਂ ਨੇ ਇਹ ਗੱਲ ਕੀਤੀ ਹੈ ਜੀ, ਇੱਕ ਤਾਂ ਮਾਸਕ ਵਾਲੀ ਗੱਲ ਹੈਗੀ ਹੈ, ਪਲੱਸ ਜਿਹੜੀ ਬੈਠਣ ਦੀ ਗੱਲ ਹੈ, ਉਹਨਾਂ ਨੇ ਕਿਹਾ ਵੀ ਜਿਹੜੀ ਸੀਟ ਇੱਕ ਬੱਚੇ ਨੂੰ ਅਲਾਟ ਕਰਤੀ, ਮੰਨ ਲਓ ਇੱਕ ਅਸੀਂ ਹਰ ਰੋਜ਼ ਜਦੋਂ ਦੇਖਦੇ ਹਾਂ ਵੀ ਜਿੱਥੇ ਮਰਜ਼ੀ ਜਾ ਕੇ ਬੈਠ ਜਾਈਏ, ਬੱਚੇ ਆਉਂਦੇ ਆ ਜਦੋਂ ਐਂਟਰ ਕਰਦੇ ਆ ਜਿਹੜੀ ਸੀਟ ਖਾਲੀ ਹੈ ਬੈਠ ਜਾਂਦੇ ਆ, ਉਹਨਾਂ ਨੇ ਇੱਕ ਸੀਟ ਦੇਤੀ ਵੀ ਤੂੰ ਰੋਜ਼ ਇੱਥੇ ਹੀ ਆ ਕੇ ਬੈਠਣਾ ਹੈਗਾ। ਤਾਂ ਉਹ ਮਤਲਬ ਕਿ ਅਸੀਂ ਇੱਕ ਇਹੋ ਜਿਹੇ ਤਰੀਕੇ ਲੱਭੀਏ ਤੇ ਅਸੀਂ ਸਕੂਲ ਮਤਲਬ ਕਿ ਸ਼ੁਰੂ ਕਰ ਸਕਦੇ ਹਾਂ, ਕਿਉਂਕਿ ਜਿਹੜੀ ਮੈਂ ਫਿਰ ਗੱਲ ਕਹਿ ਰਿਹਾ ਕਿ ਇਹ ਨੌਜਵਾਨਾਂ ਦੇ ਵਿੱਚ ਇਸ ਦੀ ਸੰਭਾਵਨਾ ਬਹੁਤ ਘੱਟ ਹੈਗੀ ਹੈ। ਤੁਹਾਨੂੰ ਦੱਸਿਆ ਕਿ 40 ਸਾਲ ਤੋਂ ਘੱਟ ਦੀ ਜਿਹੜੀ ਡੈਥ ਰੇਟ ਹੈਗਾ ਉਹ 0.4% ਮਤਲਬ ਕਿ ਕੱਢਿਆ ਗਿਆ ਹੈਗਾ ਅੱਜ ਦੇ ਆંકੜਿਆਂ ਦੇ ਵਿੱਚ, ਜਿੰਨੀਆਂ ਹੁਣ ਤੱਕ ਡੈਥਸ ਹੋਈਆਂ ਹੈਗੀਆਂ ਨੇ। ਮਤਲਬ ਇੱਕ ਹੋਰ ਡਾਕਟਰ ਸਾਹਿਬ ਇਹਦੇ ਨਾਲ ਜੁੜਿਆ ਸਵਾਲ ਹੈ ਕਿ ਅੱਜ ਕੱਲ ਜਿਹੜੀ ਗੱਲ ਤੁਰੀ ਜਾ ਰਹੀ ਹੈ ਕਿ ਜਿਹੜਾ ਅਸੀਂ ਮਾਸਕ ਪਾ ਰਹੇ ਹਾਂ, ਇਹ ਮਾਸਕ ਜਿਹੜਾ ਹੈਗਾ ਉਹ ਸਾਡੇ ਅੰਦਰਲੇ ਵਿਸ਼ਾਣੂਆਂ ਨੂੰ, ਜੀਵਾਣੂਆਂ ਨੂੰ ਸਰਕੂਲੇਟ ਕਰਕੇ ਬਾਰ-ਬਾਰ ਸਾਡੇ ਸਾਹ ਰਾਹੀਂ ਆਪਣੇ ਆਪ ਨੂੰ ਹੀ ਜਿਹੜਾ ਹੈਗਾ ਅੰਦਰ ਕੀਤਾ ਜਾ ਰਿਹਾ ਹੈ, ਤੇ ਇਹਦੇ ਨਾਲ ਕੋਈ ਬਹੁਤੀ ਸੇਫਟੀ ਵਾਲੀ ਗੱਲ ਨਹੀਂ ਹੈ। ਤੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨਿਕ ਆਰਡਰ ਹੈ ਉਹ ਇਹ ਹੈ ਕਿ ਮਾਸਕ ਪਾਏ ਬਗੈਰ ਤੁਸੀਂ ਬਾਜ਼ਾਰ ਵਿੱਚ ਜਾਂ ਮਾਰਕੀਟ ਦੇ ਵਿੱਚ ਨਹੀਂ ਆਉਣਾ, ਤੇ ਉਹਦੇ ਨਾਲ ਚਲਾਨ ਵੀ ਹੈ। ਤੇ ਮਾਸਕ ਦਾ ਜਿਹੜਾ ਡਰ ਹੈ ਜਾਂ ਇਹ ਜਿਹੜਾ ਫੋਬੀਆ ਹੈ, ਇਹ ਪ੍ਰਸ਼ਾਸਨਿਕ ਪੱਧਰ ਤੇ ਜਿਹੜਾ ਹੈਗਾ ਮੈਡੀਕਲ ਪੱਧਰ ਤੇ ਇਹਨੂੰ ਵੀ ਥੋੜਾ ਜਿਹਾ ਕਲੀਅਰ ਕਰੋ। ਜੀ ਜੀ, ਅਸੀਂ ਕੁਝ ਹੋਰ ਸਵਾਲ ਵੀ ਨਾਲ ਲੈ ਰਹੇ ਹਾਂ, ਉਹਦੇ ਬਾਅਦ ਇਕੱਠੇ ਡਾਕਟਰ ਸਾਹਿਬ ਜਵਾਬ ਦੇਣਗੇ। ਹੋਰ ਕਿਸੇ ਨੇ ਪਲੀਜ਼ ਕੋਈ ਸਵਾਲ ਕਰਨਾ ਹੋਵੇ ਤਾਂ ਦੱਸ ਸਕਦੇ ਜੀ, ਉਹਨਾਂ ਜਵਾਬ ਆਪਾਂ ਇਕੱਠੇ ਲੈ ਲਓ। ਜੀ ਡਾਕਟਰ ਮੈਂ ਸਰਸੇ ਤੋਂ ਪਰਮਾਨੰਦ ਸ਼ਾਸਤਰੀ। ਜੀ ਜੀ ਬੋਲੋ ਜੀ, ਬੋਲੋ ਜੀ। ਮੈਂ ਪੁੱਛ ਰਿਹਾ ਸੀ ਡਾਕਟਰ ਸਾਹਿਬ ਤੋਂ ਵੀ ਜਿਸ ਤਰੀਕੇ ਨਾਲ ਆਨਲਾਈਨ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਹੁਣ, ਉਸ ਦਾ ਬੱਚਿਆਂ ਦੇ ਮਾਨਸਿਕ ਕਿਸ ਤਰੀਕੇ ਦਾ ਪ੍ਰਭਾਵ ਪੈ ਰਿਹਾ ਹੈ? ਕਿਉਂਕਿ ਇੱਕ ਬਹਿਸ ਚੱਲ ਰਹੀ ਹੈ ਮੈਂ ਜਾਣਨਾ ਚਾਹੁੰਦਾ ਸੀ ਕਿ ਕੀ ਅਸਰ ਹੈ ਤੇ ਕਿਵੇਂ ਬਚਿਆ ਜਾ ਸਕਦਾ। ਜੀ ਤੁਹਾਡੀ ਆਵਾਜ਼ ਟੁੱਟ ਗਈ ਪਰ ਤੁਹਾਡਾ ਸਵਾਲ ਪਹੁੰਚ ਗਿਆ ਡਾਕਟਰ ਸਾਹਿਬ ਕੋਲੇ। ਹਾਂਜੀ, ਹੋਰ ਕੋਈ ਸਵਾਲ ਪਲੀਜ਼? ਕੋਈ ਵੀ ਦੋਸਤ ਕੋਈ ਹੋਰ ਸਵਾਲ ਕਰਨਾ ਚਾਹੁੰਦਾ ਹੈ ਤਾਂ ਪਲੀਜ਼। ਡਾਕਟਰ ਸਾਹਿਬ ਮੈਂ ਗੱਲ ਕਹਿਣੀ ਹੈ ਜੀ। ਮੈਂ ਕਹਿੰਦਾ ਵੀ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਔਰ ਮੈਂ ਮੈਡਮ ਕੋਲ ਤੋਂ ਵੀ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ
ਡਾਕਟਰ ਦੀਪਤੀ ਹੋਰਾਂ ਦਾ ਇੱਕ ਹੋਰ ਸੰਵਾਦ ਪਾਰ ਚਾਹੀਏ, ਜੀ ਕਿਉਂਕਿ ਗੱਲਾਂ ਬਹੁਤ ਨੇ, ਸਮਾਂ ਥੋੜਾ ਹੈ। ਇਸ ਕਰਕੇ ਜੀ। ਮੈਂ ਬੇਨਤੀ ਕਰੂੰਗਾ ਅਕੈਡਮੀ ਨੂੰ ਕਿ ਆਉਣ ਵਾਲੇ ਸਮੇਂ 'ਚ 10 ਦਿਨਾਂ 20 ਦਿਨਾਂ ਨੂੰ ਇੱਕ ਹੋਰ ਸੰਵਾਦ ਇਹਨਾਂ ਨਾਲ ਰਚਾਇਆ ਜਾਵੇ। ਜਰੂਰ ਜਰੂਰ ਜਰੂਰ। ਜੀ ਮੈਂ ਵੀ ਇਸ ਗੱਲ ਅਸੀਂ ਜੀ ਇਹ ਹੁਣ ਬਹੁਤ ਵੀ 10 ਮਿੰਟ ਜ਼ਰੂਰੀ ਲੈ ਸਕਦੇ ਹਾਂ। ਮੈਂ ਇੱਕ ਗੱਲ ਹੋਰ, ਮੈਂ ਪ੍ਰੈਕਟੀਕਲੀ ਗੱਲ ਕਰ ਰਹੀ ਹਾਂ, ਇਹ ਮੈਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੇ ਪੱਖ ਤੋਂ ਹੀ ਮੈਂ ਦੱਸ ਰਹੀ ਹਾਂ, ਕਿਉਂਕਿ ਮੈਂ ਪ੍ਰਿੰਸੀਪਲ ਹਾਂ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ 'ਚ। ਤੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਅਸੀਂ ਕਿਵੇਂ ਉਸ ਨੂੰ ਖੋਲਣਾ ਆ, ਕਾਲਜ ਦੇ ਵਿੱਚ ਜਾਣਾ ਆ, ਬੱਚਿਆਂ ਨੂੰ ਕਿਵੇਂ ਅਟੈਂਡ ਕਰਨਾ, ਤਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਇੱਕ ਤਾਂ ਜਿਹੜਾ ਮਾਸਕ ਪਾਉਣਾ ਉਹ ਲਾਜ਼ਮੀ ਹੈ। ਮੈਂ ਅੱਜ ਕਾਲਜ ਦੇ ਵਿੱਚ ਇਹ ਵੀ ਲਗਵਾ ਦਿੱਤਾ ਕਿ ਜੇਕਰ ਕਈ ਵਾਰੀ ਉਹ ਸੋਚਦੇ ਆ ਕਿ ਅਸੀਂ ਨਹੀਂ ਆ ਹੁਣ ਇਸ ਵੇਲੇ, ਤਾਂ ਮਾਸਕ ਨਹੀਂ ਲਾਉਣਾ, ਕਿ ਜਿਹੜਾ ਮਾਸਕ ਨਹੀਂ ਪਾਊਗਾ ਉਹਨੂੰ ਫਾਈਨ ਮਤਲਬ ਲੱਗੂਗਾ। ਤਾਂ ਉਹਦੇ ਨਾਲ ਇਹ ਆ ਕਿ ਜਿਹੜੇ ਮਾਲੀ ਨੇ, ਜਿਹੜੇ ਸਫਾਈ ਕਰਮਚਾਰੀ ਨੇ, ਸਾਰੇ ਹੀ ਇੱਕ ਦੂਜੇ ਦੇ ਨੇੜੇ ਜੇ ਜਾਂਦੇ ਵੀ ਆ, ਲੋੜ ਪੈਂਦੀ ਆ, ਤਾਂ ਉਹ ਮਾਸਕ ਉਹਨਾਂ ਦਾ ਬਚਾਅ ਰੱਖਦਾ ਹੈ। ਦੂਸਰਾ, ਕਾਲਜ ਦੀ ਐਂਟਰੈਂਸ ਤੇ ਜਿੱਥੋਂ ਬੱਚਿਆਂ ਨੇ ਆਉਣਾ ਆ, ਉੱਥੇ ਸੈਨੀਟਾਈਜ਼ਰ ਜਿਹੜਾ ਪੈਰ ਵਾਲਾ ਹੁੰਦਾ, ਉਹ ਪੈਰ ਨਾਲ ਪ੍ਰੈਸ ਕਰਦੇ ਆ, ਹੱਥ ਸੈਨੀਟਾਈਜ਼ ਕਰਦੇ ਆ। ਬਾਹਰ ਸਿੰਕ ਲੱਗੇ ਆ, ਉੱਥੇ ਡਿਟੋਲ ਸੋਪ ਰੱਖੇ ਆ, ਤੇ ਬੱਚਿਆਂ ਨੂੰ ਆਪ ਇੱਕ ਬੰਦੇ ਦੀ ਡਿਊਟੀ ਲਾਤੀ ਕਿ ਉਹਨੇ ਆਉਂਦੇ ਬੱਚੇ ਨੂੰ ਪਹਿਲਾਂ ਉੱਥੇ ਸਰਕਲ ਲਗਾ ਦਿੱਤੇ ਦਫ਼ਤਰ ਦੇ ਵਾਲੇ ਪਾਸੇ, ਜਿਹਨੇ ਜਿੱਧਰ ਨੂੰ ਜਾਣਾ ਹੈ ਉਹਨਾਂ ਨੂੰ ਗਾਈਡ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਸਰਕਲ ਤੋਂ ਅੱਗੇ ਜਾਣਾ, ਮੂਵ ਕਰਨਾ। ਤੇ ਸਟਾਫ ਨੂੰ ਵੀ ਅਸੀਂ ਜਿਵੇਂ 1/3 ਕਰਤਾ ਜਾਂ ਹਾਫ, ਲੋੜ ਅਨੁਸਾਰ ਉਹਨਾਂ ਨੂੰ ਬੁਲਾ ਲਈਦਾ। ਤੇ ਸੈਨੀਟਾਈਜ਼ਰਸ ਜਿਹੜੇ ਆ ਉਹ ਥਾਂ ਥਾਂ ਤੇ ਆਪਾਂ ਰੱਖੇ ਹੋਏ ਆ। ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਉਹਨਾਂ ਨੂੰ ਜਾਗਰਿਤ ਵੀ ਕਰੋ। ਆਨਲਾਈਨ ਬੱਚੇ ਜਿਹੜੇ ਪੋਸਟਰ ਬਣਾਉਂਦੇ ਪਏ ਨੇ, ਬਹੁਤ ਕੁਝ ਇਹੋ ਜਿਹਾ ਜਿਹੜਾ ਅਸੀਂ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਇਹ ਗੱਲ, ਤੇ ਜਿਹੜੀ ਮਾਸਕ ਵਾਲੀ ਗੱਲ ਹੈ, ਇੱਕ ਬਹੁਤ ਸਾਰੇ ਜਾਣੇ ਪੁੱਛ ਰਹੇ ਨੇ, ਮੇਰੇ ਕੋਲੇ ਮੈਸੇजेस ਆ ਰਹੇ ਨੇ ਕਿ ਮਾਸਕ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਡਾਕਟਰ ਦੀਪਤੀ, ਇਹ ਕਿਉਂਕਿ ਥੋੜਾ ਜਿਹਾ ਉਹਦੇ ਨਾਲ ਰਿਲੇਟਡ ਆ, ਤੇ ਕੋਈ N95, ਕੋਈ ਕਈ ਤਰ੍ਹਾਂ ਦੇ ਮਾਸਕ ਨੇ, ਕਈ ਆਪਾਂ ਕੱਪੜੇ ਦੇ। ਸੋ ਮਾਸਕ ਬਾਰੇ ਵੀ ਜ਼ਰੂਰ ਸਾਰਿਆਂ ਨੂੰ ਕਰ ਦਿਓ ਜਾਗਰਿਤ ਕਿ ਕਿਹੋ ਜਿਹਾ ਮਾਸਕ ਹੋਵੇ ਜਿਹੜਾ ਸਾਡਾ ਬਚਾਅ ਕਰ ਸਕਦਾ। ਜੀ ਡਾਕਟਰ ਸਾਹਿਬ। ਹਾਂਜੀ, ਦੇਖੋ ਜੀ, ਮਾਸਕ ਦੀ ਜਿੱਥੋਂ ਤੱਕ ਗੱਲ ਹੈਗੀ ਹੈ, ਦੇਖੋ ਜਿਹੜੀ ਮੈਂ ਗੱਲ ਕਰਾਂ ਵੀ ਆਪਣੇ ਮਤਲਬ ਕਿ ਅਸੀਂ ਬਿਲਕੁਲ ਇੰਨਾ ਨੇੜੇ ਹੋ ਕੇ ਮਤਲਬ ਕਿ ਆਪਸ ਦੇ ਵਿੱਚ ਇੰਨਾ ਨਹੀਂ ਵਿਚਰਦੇ ਜਿੰਨਾ ਡਾਕਟਰ ਪੇਸ਼ੈਂਟ ਦੇ ਨੇੜੇ ਹੋ ਕੇ ਵਿਚਰਦਾ ਹੈਗਾ। ਕਿਉਂਕਿ ਉਹਨੇ ਉਸਨੂੰ ਮਤਲਬ ਕਿ ਨੱਕ ਦੇ ਵਿੱਚ ਉਹਨੇ ਨਲੀ ਵੀ ਪਾਣੀ ਹੈ, ਉਹਦੇ ਬਲੱਡ, ਉਹਦੇ ਤੇ ਗਲੂਕੋਜ਼ ਵਾਸਤੇ, ਇੰਜੈਕਸ਼ਨ ਵਾਸਤੇ ਉਹਦੇ ਨੇੜੇ ਜਾਣਾ ਹੁੰਦਾ ਹੈਗਾ ਉਹਦਾ। ਤੇ ਨਾਲੇ ਉਹ ਮਰੀਜ਼ ਹੈਗਾ, ਅਸੀਂ ਜਦੋਂ ਆਪਸ ਵਿੱਚ ਮਿਲ ਰਹੇ ਹਾਂ, ਅਸੀਂ ਸਿਰਫ ਸ਼ੱਕ ਦੇ ਕਰਕੇ ਪਾ ਰਹੇ ਹਾਂ ਵੀ ਕਿਸੇ ਨੂੰ ਨਾ ਹੋਵੇ। ਇਸ ਕਰਕੇ ਜਿਹੜਾ ਮਾਸਕ ਹੈਗਾ, ਉਹ ਕੋਈ ਵੀ ਕੱਪੜੇ ਵਾਲਾ, ਜਿਹੜਾ N95 ਜਿਹੜਾ ਅਸੀਂ ਗੱਲ ਕਰਦੇ ਆ, ਉਹ ਮਾਸਕ ਸਿਰਫ ਮੈਡੀਕਲ ਦੇ ਵਾਸਤੇ ਹੀ ਰਾਖਵਾਂ ਰੱਖਿਆ ਹੋਇਆ ਹੈਗਾ। ਉਹ ਮਹਿੰਗਾ ਵੀ ਹੈਗਾ, ਐਵੇਂ ਹਰੇਕ ਬੰਦੇ ਦਾ ਉਹਦੇ ਵਾਸਤੇ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਐਵੇਂ ਪਤਾ ਡਰਨ ਦੀ, ਘਬਰਾਉਣ ਦੀ ਲੋੜ ਨਹੀਂ ਹੈਗੀ। ਉਹ ਤੁਹਾਡਾ ਬਚਾਅ ਕਰਦਾ ਹੈਗਾ ਜਿਹੜਾ ਵੀ ਤੁਸੀਂ ਕੱਪੜੇ ਦਾ ਮਾਸਕ ਪਾਉਂਦੇ ਹੋ। ਇੱਥੋਂ ਤੱਕ ਕਿ ਇੱਕ ਜੇ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਇਕੱਠ 'ਚ ਚਲੇ ਗਏ ਹੋ, ਤਾਂ ਤੁਸੀਂ ਇੱਕ ਚੰਗੀ ਤਰੀਕੇ ਨਾਲ ਉਹਨੂੰ ਰੁਮਾਲ ਵੀ ਜਿਹੜਾ ਹੈਗਾ ਉਹਨੂੰ ਵੀ ਮਤਲਬ ਕਿ ਬੰਨ ਕੇ ਤੇ ਉਸ ਤੋਂ ਬਚਾਅ ਕਰ ਸਕਦੇ ਹੈਗੇ ਹੋ। ਇਸ ਕਰਕੇ ਇਹ ਠੀਕ ਹੈ ਕਿ ਉਹ ਜਿਹੜੀ ਹੁਣ ਸਰਕਾਰ ਨੇ ਮਤਲਬ ਕਿ ਕਿਉਂਕਿ ਮੈਂ ਦੱਸਿਆ ਜੀ, ਆਪਾਂ ਜਦੋਂ ਪੁਲਿਸ ਦੇ ਹੱਥ ਵਿੱਚ ਚੀਜ਼ ਚਲੀ ਜਾਂਦੀ ਹੈ, ਜਦੋਂ ਪੁਲਿਸ ਉਹਨੂੰ ਸੰਭਾਲਣ ਲੱਗਦੀ ਹੈ, ਤਾਂ ਅਸੀਂ ਹਰੇਕ ਗੱਲ ਨੂੰ ਫਿਰ ਫਾਈਨ ਨਾਲ ਜੋੜਨ ਦੀ ਗੱਲ ਕਰਦੇ ਆ। ਇਹਨੇ ਵੀ ਸਗੋਂ ਇੱਕ ਡਰ ਪੈਦਾ ਕੀਤਾ ਹੈਗਾ ਲੋਕਾਂ ਦੇ ਮਨ ਦੇ ਵਿੱਚ, ਭੰਬਲ ਭੂਸਾ ਹੈਗਾ ਵੀ ਸ਼ਨੀ ਐਤਵਾਰ ਨੂੰ ਤੁਸੀਂ ਲੋਕਡਾਊਨ ਕਿਉਂ ਕਰ ਰਹੇ ਹੈਗੇ ਹੋ। ਇਹ ਸਵਾਲ ਹੈਗਾ, ਕੋਈ ਪੁੱਛੇ ਵੀ ਇਹਦਾ ਕੀ ਮਤਲਬ, ਕੋਈ ਲੌਜਿਕ ਸਮਝਾਇਆ ਜਾਵੇ। 5 ਦਿਨ ਵਾਇਰਸ ਜਿਹੜਾ ਹੈਗਾ ਉਹ ਆਰਾਮ ਨਾਲ ਮਤਲਬ ਕਿ ਸੁਣਦਾ ਹੈਗਾ, ਤੇ ਸ਼ਨੀਵਾਰ ਹੁੰਦਾ ਹੈਗਾ, ਤੇ ਇਸ ਕਰਕੇ ਸ਼ਨੀ ਐਤਵਾਰ ਨੂੰ ਬਚਾਅ ਕਰਨਾ ਹੈਗਾ। ਤਾਂ ਇਸ ਮਤਲਬ ਇਹ ਗੱਡੀ 'ਚ ਪਲੇ ਕਰ ਲੈਂਦੇ, ਇਹ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਤੁਸੀਂ ਦੇਖੋ ਵੀ ਉਹ ਮਤਲਬ ਕਿ ਮਾਸਕ ਨਹੀਂ ਪਾਇਆ, ਉਹਦਾ ਫਾਈਨ ਕਰ ਰਿਹਾ, 500 ਰੁਪਇਆ ਲੈ ਰਿਹਾ, 200 ਰੁਪਇਆ ਲੈ ਕੇ ਛੱਡ ਵੀ ਰਹੇ ਹੈ। ਪਰ ਜਿਹੜੀ ਮੈਂ ਗੱਲ ਕਰਦਾ, ਉਹਨਾਂ ਨੇ ਆਪਣੇ ਕੋਲ ਮਾਸਕ ਨਹੀਂ ਰੱਖੇ ਕਿ ਅੱਲਾ ਤੇਰਾ ਫਾਈਨ ਆ 500 ਰੁਪਏ ਦੀ ਪਰਚੀ, ਨਾਲੇ ਮਾਸਕ ਵੀ ਲੈ ਜਾ ਵੀ ਹੁਣ ਤੂੰ ਮਾਸਕ ਪਾ ਕੇ ਜਾ। ਮਾਸਕ ਵੀ ਉਹਨਾਂ ਨੇ ਆਪਣੇ ਕੋਲ ਨਹੀਂ ਰੱਖੇ ਹੋਏ, ਕਿੰਨੇ ਕੁ ਮਤਲਬ ਹੋ ਸਕਦਾ ਕਿਸੇ NGO ਨੇ ਦੇਤੇ ਹੋਣ ਜਾਂ ਉਹ ਖੜ ਜਾਂਦੇ ਹੋਣ, ਉਹ ਦਿੰਦੇ ਹੋਣ। ਜਿਹੜੀ ਗੱਲ ਕੀਤੀ ਆਨਲਾਈਨ ਐਜੂਕੇਸ਼ਨ ਵਾਲੀ, ਦੇਖੋ ਇਹਨਾਂ ਦਿਨਾਂ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੇ ਬਹੁਤ ਬਹਿਸ ਹੋ ਰਹੀ ਹੈ। ਅਸੀਂ ਇੱਕ ਤਰੀਕਾ ਲੱਭਿਆ ਹੈਗਾ, ਪਰ ਇਹਦੇ ਜਿਹੜੇ ਮਤਲਬ ਕਿ ਅਸੀਂ ਜਿਹੜਾ ਸਾਡਾ ਟੋਟਲ ਸਾਡਾ ਡੈਮੋਗ੍ਰਾਫੀ ਹੈ, ਸਾਡੇ ਦੇਸ਼ ਦੀ ਬਣਤਰ ਹੈ, ਅਸੀਂ ਬਿਲਕੁਲ ਸ਼ਰੇਆਮ ਇੱਕ ਡਿਵਾਈਡ ਕਰ ਰਹੇ ਹਾਂ ਵੀ ਇੱਕ ਕੋਲੋਂ ਮਤਲਬ ਕਿ ਇਹ ਸਾਧਨ ਹੈਗੇ ਨੇ, ਇੰਟਰਨੈਟ ਦਾ ਸਾਧਨ ਹੈਗਾ, ਲੈਪਟਾਪ ਹੈਗਾ, ਸਮਾਰਟਫੋਨ ਹੈਗਾ, ਉਹਦੇ ਕੋਲੋਂ ਇੰਟਰਨੈਟ ਹੈਗਾ, ਉਹਦੇ ਬਿਜਲੀ ਹਰ ਵਕਤ ਆ ਰਹੀ ਹੈਗੀ ਹੈ, ਜਾਂ ਉਹ ਪੈਕ ਪਵਾਉਣ ਜੋਗੇ ਉਹਦੇ ਕੋਲ ਸਹੂਲਤਾਂ ਹੈਗੀਆਂ ਨੇ। ਇੱਕ ਤਾਂ ਇਹ ਗੱਲ ਹੈਗੀ ਹੈ।
दूसरा जो मनोविग्यानिक पक्ष है, जे तुसी ऑनलाइन ते कर भी देंदे हो, आप दे दो सारिਆਂ ਨੂੰ लैपटॉप, पर ਜਿਹੜਾ आमने सामने ਜਿਹੜੇ विद्यार्थी ने क्लासरूम तो ਵੱਧ ਉਹ क्लासरूम तो बाहर पढ़ते ने, आपस ਵਿੱਚ डिस्कस करके पढ़ते ने, जो कैंटीन 'ਚ बैठ के पढ़ते ने, जो करते तुरते पढ़ते ने। ਇਹ ਦੇਖਣ 'ਚ ਆਇਆ ਹੈਗਾ ਕਿ ਜੇ ਤੁਸੀਂ ਇਕੱਲੇ ਕਮਰੇ 'ਚ ਬੈਠ ਕੇ ਪੜ੍ਹਦੇ ਹੈਗੇ ਹੋ, ਤੁਹਾਡੀ ਮੈਮਰੀ ਜਿਹੜੀ ਹੈਗੀ ਹੈ ਉਹਦੇ ਤੇ ਵੀ ਅਸਰ ਪੈਂਦਾ ਹੈਗਾ, ਤੁਹਾਡੀ ਯਾਦਦਾਸ਼ਤ ਜਿਹੜੀ ਹੈਗੀ ਹੈ ਬਹੁਤ ਹੋਰ ਹੁੰਦੀ ਹੈ। ਸੋਸ਼ਲ ਰਿਲੇਸ਼ਨ ਜਿਹੜੇ ਨੇ ਉਹਨਾਂ ਦੀ ਆਪਣੀ ਅਹਿਮੀਅਤ ਹੈ, ਮਿਲਣ ਜੁਲਣ ਦੀ ਅਹਿਮੀਅਤ ਹੈਗੀ ਹੈ। ਖਾਸ ਨੌਜਵਾਨ ਨੇ ਜਦੋਂ ਉਹ ਇਸ ਉਮਰ ਦੇ ਵਿੱਚ ਘਰੇ ਬੈਠੇ ਇਕੱਲੇ ਆਪਸ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨੀ, ਮਦਦ ਕਰਨੀ ਚਾਹੀਦੀ ਹੈ, ਉਹ ਸਿੱਖਦਾ ਹੈ ਜਦੋਂ ਬੰਦਾ ਇਕੱਠਾ ਹੁੰਦਾ ਹੈਗਾ। ਇਹ ਨਾ ਸੋਚੀਏ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਹੁਣ ਸ਼ੁਰੂ ਹੋਈ ਹੈ ਤੇ ਅਸੀਂ ਇਸ ਨੂੰ ਕੱਲ ਨੂੰ ਬਹਾਨਾ ਬਣਾ ਕੇ ਇਹਨੂੰ ਪੱਕਾ ਮੋਡ ਬਣਾਉਣ ਦੇ ਪਾਸੇ ਵੀ ਤੁਰੇ ਹੋਏ ਹੈਗੇ ਨੇ। ਮੇਰੀ ਇੱਕ ਐਜੂਕੇਸ਼ਨ ਡਿਪਾਰਟਮੈਂਟ ਹਾਇਰ ਐਜੂਕੇਸ਼ਨ ਦੇ ਡਿਪਟੀ ਡਾਇਰੈਕਟਰ ਨਾਲ ਗੱਲ ਹੋਈ ਹੈ ਕਿ ਉਹਨਾਂ ਨੇ ਇਸ ਤੇ ਵਰਕ ਕਰਨਾ ਸ਼ੁਰੂ ਕਰਤਾ ਹੈ ਵੀ ਆਨਲਾਈਨ ਐਜੂਕੇਸ਼ਨ ਪ੍ਰਵਾਨਗੀ ਦਿੱਤੀ ਜਾਵੇ। ਇਹਦੇ ਨਾਲ ਜਿਹੜੇ ਮਤਲਬ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਪ੍ਰਾਈਵੇਟ ਵਾਲੇ, ਉਹਨਾਂ ਦੀਆਂ ਬਿਲਡਿੰਗਸ, ਉਹਨਾਂ ਦੇ ਖਰਚੇ, ਉਹਨਾਂ ਦੇ ਅਧਿਆਪਕ ਉਹ ਸਭ ਬਚਾਉਣ ਦੀ ਕੋਸ਼ਿਸ਼ ਕਰਨਗੇ ਤੇ ਇੱਕ ਵਾਰੀ ਤੁਹਾਡਾ ਲੈਕਚਰ ਰਿਕਾਰਡ ਕਰਾ ਕੇ ਉਹਨਾਂ ਨੇ ਰੱਖ ਲੈਣਾ ਹੈਗਾ ਤੇ ਉਸ ਤੋਂ ਬਾਅਦ ਉਸੇ ਨੂੰ ਉਹ ਕਰਨਾ ਹੈਗਾ, ਹਰ ਵਾਰੀ ਚਲਾ ਦੇਣਾ ਹੈਗਾ। ਇਹ ਤਾਂ ਉਹਨਾਂ ਦਾ ਪੱਖ ਹੈ, ਪਰ ਮੈਂ ਗੱਲ ਕਰ ਰਿਹਾ ਇੱਕ ਨੌਜਵਾਨ ਦੇ ਉਸ ਪੱਖ ਤੋਂ ਜਿਹੜੀ ਅਸੀਂ ਉਸਦੀ ਮਾਨਸਿਕਤਾ ਨੂੰ ਖੁੰਡਾ ਕਰ ਰਹੇ ਹੈਗੇ, ਉਹਦੇ ਸੋਸ਼ਲ ਮਤਲਬ ਰਿਲੇਸ਼ਨਸ ਨੂੰ ਵੀ ਖਰਾਬ ਕਰ ਰਹੇ ਹੈਗੇ, ਉਹਦੀ ਡਿਸੀਜਨ ਮੇਕਿੰਗ ਜਿਹੜੀ ਉਹਦੀ ਕਪੈਸਿਟੀ ਹੈਗੀ ਹੈ। ਜਦੋਂ ਬੰਦਾ ਬਾਹਰ ਨਿਕਲਦਾ ਹੈ, ਬੱਚਾ ਜਾ ਰਿਹਾ ਘਰੋਂ ਬਾਹਰ, ਉਹਨੂੰ ਅਸੀਂ ਕਹਿੰਦੇ ਆ ਵੀ ਉੱਥੇ ਉਹਨੇ ਬੱਸ ਫੜਨੀ ਹੈ, ਆਟੋ ਫੜਨਾ ਹੈ, ਉੱਥੇ ਬੱਸ ਨਹੀਂ ਮਿਲੀ, ਆਟੋ ਨਹੀਂ ਮਿਲੀ, ਹੁਣ ਉਹ ਕੀ ਕਰੇ? ਉਹ ਜਿਹੜੇ ਫੈਸਲੇ ਲੈਣੇ ਹੁੰਦੇ ਆ, ਉਹਨੇ ਵੀ ਸਾਡੀ ਬ੍ਰੇਨ ਦੀ ਜਿਹੜੀ ਕਪੈਸਿਟੀ ਹੈ ਉਹਨੂੰ ਵਧੀਆ ਬਣਾਉਣਾ ਹੁੰਦਾ ਹੈ। ਇਹ ਫੈਸਲੇ ਲੈਣੇ ਬੰਦਾ ਉਦੋਂ ਸਿੱਖਦਾ ਹੈ ਜਦੋਂ ਬੰਦਾ ਘਰ ਤੋਂ ਬਾਹਰ ਨਿਕਲਦਾ ਹੈ। ਜੀ ਡਾਕਟਰ ਸਾਹਿਬ, ਇਹ ਜਿਹੜੀ ਮਾਨਸਿਕਤਾ ਤੇ ਅਸਰ ਹੋ ਰਿਹਾ ਹੈ ਜੀ। ਸੋਲ ਮੈਮ ਕੁਛ ਨਾਂ ਪੜ੍ਹ ਦੋ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ। ਜੀ ਅੱਜ ਤਾਂ ਬਿਲਕੁਲ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਸਾਡੇ ਪਾਠਕ, ਦਰਸ਼ਕ ਸਾਡੇ ਨਾਲ ਜੁੜੇ ਨੇ ਔਰ ਮੈਂ ਜੇ ਨਾਂ ਲੈਣ ਲੱਗੀ ਤੇ ਬਹੁਤ ਲੰਬੀ ਚੌੜੀ ਲਿਸਟ ਹੈ ਮੇਰੇ ਕੋਲੇ, ਪਰ ਫਿਰ ਵੀ ਆਪਾਂ ਗੱਲ ਕਰਦੇ ਹਾਂ। ਰਣਜੀਤ ਕੌਰ ਬਾਜਵਾ ਜੀ, ਸ਼੍ਰੀ ਰਾਮ ਅਰਸ਼ ਜੀ, ਫਿਰ ਗੁਰਮੀਤ ਸਿੰਘ ਗੁਰਦਾਸਪੁਰ ਤੋਂ, ਅਮਨਦੀਪ, परमजीत विर्क, जगमोहन सिंह विर्क, छिंदर कौर, गुरबरिंदर धालीवाल, गुरभगत सिद्धू, विक्रमजीत सिंह, मनजिंदर नूरपुर, हरजीत सिंह, डॉक्टर फकीर चंद शुक्ला, बरजिंदर चौहान, नीलू बग्गा, हरनीत कौर, गुरमीत कड़ियालवी, परमानंद शास्त्री जी, निर्लेप कौर सेखो, then ਧਰਮਿੰਦਰ ਸਿੰਘ ਉਬਾ ਜੀ, ਪ੍ਰਿੰਸੀਪਲ ਸਾਹਿਬ ਨੇ ਪਟਿਆਲੇ ਤੋਂ। ਦੈਨ ਸਾਡੇ ਨਾਲ ਨੇ ਜੀ ਵਰਨ ਮਾਨ, ਸਦੀਕ ਕੰਗ, ਰਿੰਪਲ ਕੌਰ, ਦੀਪਤੀ ਸ਼ਿਆਮ, ਗੁਰਬਾਜ ਸਿੰਘ, ਇਰਾਦੀਪ ਵੇਰਕੇ ਤੋਂ, ਕੁਲਜੀਤ ਕੌਰ ਭਵਾਨੀਗੜ੍ਹ ਤੋਂ, ਮੀਨਾਕਸ਼ੀ ਮਨਹਰ, ਜਗਮੋਹਨ ਸਿੰਘ ਵਿਰਕ, ਪਵਨਪ੍ਰੀਤ ਖਹਿਰਾ, ਰਿੰਪੀ ਕੌਰ, ਸੁਰਿੰਦਰਪ੍ਰੀਤ ਕਣੀਆ, ਮੀਤ ਖੰਨਾ ਜੀ ਕੈਨੇਡਾ ਤੋਂ। ਇਸੇ ਤਰ੍ਹਾਂ ਸਾਡੇ ਨਾਲ ਨੇ ਜੀ ਰਿਤੂ ਗਰਗ, ਹਰਭਗਵਾਨ ਚਾਵਲਾ ਜੀ, ਸੁਨੰਦਨ ਘਈ ਜੀ, ਪੁਸ਼ਪਿੰਦਰ ਜੋਸਨ, ਨੀਤਾ ਵਿਰਕ, ਇਹ ਵੀ ਕੈਨੇਡਾ ਤੋਂ ਨੇ, ਮਨਦੀਪ ਸਿੰਘ ਧਾਲੀਵਾਲ, ਪ੍ਰਭਪ੍ਰੀਤ ਸਿੰਘ, ਇਹ ਸਾਡੇ ਵਿਦਿਆਰਥੀ ਨੇ ਪੁਰਾਣੇ, ਪਰਮਿੰਦਰ ਕੌਰ, ਪੂਜਾ, ਸੰਦੇ ਸੁਖਬੀਰ, ਜਸਵੰਤ ਬਰਾੜ, ਦਰਸ਼ਨ ਜੋਗਾ ਜੀ, ਪ੍ਰਭਜੋਤ ਸੋਹੀ, ਬਮਲਜੀਤ ਕੌਰ ਮਾਨ, ਸਰਾਂ ਜੀ ਵੀ ਨੇ, ਸੰਦੀਪ ਜਸਵਾਲ, ਅਵੀ ਸੰਧੂ, ਗੁਰਬਰਿੰਦਰ ਧਾਲੀਵਾਲ, ਡਾਕਟਰ ਰਜਨੀਕਾਂਤ ਸਿਨਹਾ ਚੌਧਰੀ, ਹਰਦੀਪ ਸਿੰਘ ਧਾਲੀਵਾਲ, ਸ਼ਰਨ ਗੁੰਨੂ, ਬਲਦੀਪ ਸੰਧੂ, ਸੀਮਾ ਹਾਂਡਾ, ਸ਼ਿੰਦਰਪਾਲ ਕੌਰ, ਅਮਨਪ੍ਰੀਤ ਸਿੰਘ ਫੈਜ਼ਲਾਪੁਰ, ਇਕਬਾਲ ਸਿੰਘ ਚਾਨਾ, ਸ਼ਿੰਗਾਰ ਸਿੰਘ ਢਿੱਲੋਂ, ਦੀਪਿਕਾ, ਬਲਜੀਤ ਸਿੰਘ, ਮਨੀਸ਼ ਕੁਮਾਰ, ਦਿਨੇਸ਼ ਰਿਸ਼ੀ, ਅਸ਼ੋਕ ਭੰਡਾਰੀ ਨਾਦਰ ਜੀ, ਸਿਮਰਜੀਤ ਕੌਰ, ਨੀਨਾ ਬਵਾਲੀ, ਮੀਨਾ ਗਰੇਵਾਲ, ਚਾਹਲ ਜਗਪਾਲ, ਗੁਰਬਿੰਦਰ ਸਿੰਘ ਮਾਣਕ,
ਸੰਦੀਪ ਜਸਵਾਲ, ਕਵਲਜੀਤ ਟਿੰਨਾ ਅੰਮ੍ਰਿਤਸਰ ਤੋਂ, ਪਰਮਾਨੰਦ ਸ਼ਾਸਤਰੀ, ਨਗਿੰਦਰ ਢਿੱਲੋਂ, ਜਗਦੀਸ਼ ਕੁਲਰੀਆ, ਸੁਖਦਰਸ਼ਨ ਕੌਰ, ਬਲਵਿੰਦਰ ਸਿੰਘ ਚਾਹਲ, ਨਿਰਮਲ ਯਾਦੀ ਢੀਂਡਸਾ, ਇਹ ਵੀ ਸਾਡਾ ਪੁਰਾਣਾ ਸਟੂਡੈਂਟ ਹੈ, ਇਸ ਵੇਲੇ ਕੈਨੇਡਾ ਹੈਗਾ, ਜਸਬੀਰ ਕੌਰ, ਨਰਿੰਦਰਪਾਲ ਕੰਗ, GPS ਬਹਿਰਾਮਪੁਰ ਤੋਂ, ਰਣਜੀਤ ਕੌਰ ਬਾਜਵਾ, ਅਕਵਿੰਦਰ ਕੌਰ, ਅੰਬਾਲਾ ਤੋਂ ਗੁਰਦੇਵ ਸਿੰਘ ਦੇਵ, ਅਰਤਿੰਦਰ ਸੰਧੂ, ਪ੍ਰਭਪ੍ਰੀਤ ਸਿੰਘ, ਪਰੀ ਕੰਬੋਜ। ਸੋ ਇਹ ਸਾਰੇ ਸਾਡੇ ਮੁਹੱਬਤੀ ਦਰਸ਼ਕ ਪਾਠਕ, ਸਾਡੇ ਸਰੋਤਾ ਸਾਡੇ ਨਾਲ ਜੁੜੇ ਨੇ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੀ ਕਿ ਇਹ ਸਾਰੀ ਗੱਲਬਾਤ ਦੇ ਵਿੱਚੋਂ ਅਸੀਂ ਸਾਰ ਤੱਤ ਇਹ ਜ਼ਰੂਰ ਦੇਖਣਾ ਕਿ ਹੱਥ ਜ਼ਰੂਰ ਧੋਣੇ ਆ। ਹੱਥਾਂ ਨੂੰ ਕਈ ਵਾਰੀ ਅਸੀਂ ਮਾਸਕ ਜ਼ਰੂਰ ਲਾਉਂਦੇ ਆ ਡਾਕਟਰ ਸਾਹਿਬ, ਪਰ ਉਹ ਮਾਸਕ ਨੂੰ ਅਸੀਂ ਘੜੀ ਮੁੜੀ ਹੱਥਾਂ ਨਾਲ ਛੂੰਹਦੇ ਆ, ਉਹਨੂੰ ਠੀਕ ਕਰਦੇ ਆ, ਉਹਨੂੰ ਇਸ ਤਰ੍ਹਾਂ ਹੈ ਨਾ, ਤਾਂ ਉਹ ਜਿਹੜੀ ਚੀਜ਼ ਆ ਉਹ ਨਹੀਂ ਕਰਨੀ ਚਾਹੀਦੀ। ਯਾਨੀ ਇਹ ਸਾਡੇ ਹੱਥ ਜਿਹੜਾ ਵਾਇਰਸ ਆ ਉਹ ਹੱਥਾਂ ਤੋਂ ਮੂੰਹ ਤੱਕ ਨਹੀਂ ਜਾਣਾ ਚਾਹੀਦਾ। ਕਈ ਵਾਰੀ ਮੈਂ ਦੇਖਿਆ ਮੇਰੇ ਕੁਲੀਗਸ ਰੁਮਾਲ ਬੰਨ ਲੈਂਦੇ ਨੇ, ਫਿਰ ਉਹਨੂੰ ਠੀਕ ਕਰਨਗੇ, ਫਿਰ ਲਾਉਣਗੇ, ਗੋਦੀ 'ਚ ਰੱਖਣਗੇ। ਸੋ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ ਰੱਖਣਾ ਪਊਗਾ ਕਿ ਕੋਈ ਵੀ ਵਾਇਰਸ ਹੱਥ ਚੀਜ਼ ਜਿਹਨੂੰ ਅਸੀਂ ਕਿਸੇ ਕਾਗਜ਼ ਨੂੰ ਛੂਇਆ, ਪੈਨ ਨੂੰ ਛੂਇਆ, ਤੇ ਉਦੋਂ ਬਾਅਦ ਅਸੀਂ ਮੂੰਹ ਨੂੰ ਨਹੀਂ ਹੱਥ ਲਾਉਣਾ। ਸਾਡਾ ਮੂੰਹ, ਸਾਡਾ ਨੱਕ ਜਿਹੜਾ ਆ ਉਹ ਇਸ ਤੋਂ ਮਤਲਬ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦਾ, ਤੇ ਇਹੋ ਹੀ ਖਤਰਨਾਕ ਆ। ਇੱਕ ਹੋਰ ਟੋਟਕਾ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਜਦੋਂ ਜ਼ੁਕਾਮ ਹੁੰਦਾ ਤਾਂ ਕਹਿੰਦੇ ਹੁੰਦੇ ਸੀ ਕਿ ਜੇਕਰ ਚਾਹੇ ਨਾਰੀਅਲ ਦਾ ਤੇਲ ਹੋਵੇ ਜਾਂ ਸਰੋਂ ਦਾ ਤੇਲ ਹੋਵੇ, ਕੋਈ ਵੀ ਆਇਲੀ ਗਾਂ ਦਾ ਘਿਓ ਹੋਵੇ ਚਾਹੇ, ਉਹਨੂੰ ਤੁਸੀਂ ਨੇਜ਼ਲ 'ਚ ਲਗਾ ਲਓ, ਆਪਣੇ ਨੱਕ ਦੀਆਂ ਉਹਦੇ 'ਚ ਉਂਗਲ ਦੇ ਨਾਲ ਲਗਾ ਲਓ, ਤੇ ਉਹ ਵੀ ਜਿਹੜਾ ਅੰਦਰ ਵਾਇਰਸ ਨਹੀਂ ਜਾਣ ਦਿੰਦਾ। ਜਿਵੇਂ ਛੋਟੇ ਬੱਚਿਆਂ 'ਚ ਵੀ ਲਾ ਦਿਓ ਤੇ ਉਹਦੇ ਨਾਲ ਜ਼ੁਕਾਮ ਵੀ ਨਹੀਂ ਹੁੰਦਾ, ਤੇ ਇਹ ਵਾਇਰਸ ਤੋਂ ਵੀ ਅਸੀਂ ਬਚਾਅ ਕਰ ਸਕਦੇ ਹਾਂ। ਸੋ ਔਰ ਇੱਕ ਸਵਾਲ ਮੈਨੂੰ ਹੋਰ ਵੀ ਪੁੱਛਿਆ ਸੀਗਾ ਕਿ ਮਾਸਕ ਜਿਹੜਾ ਆ ਉਹ ਕੱਪੜੇ ਦਾ ਹੋਵੇ, ਤਾਂ ਮੈਨੂੰ ਲੱਗਦਾ ਕਿ ਕੱਪੜੇ ਦਾ ਮਾਸਕ ਵੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦਾ, ਵੀ ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਸਿੰਪਲ ਇੰਨਾ ਕੁ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਮੂੰਹ ਤੋਂ ਸਲਾਈਵਾ ਜਾਂ ਕੁਝ ਵੀ ਨਿਕਲਦਾ ਵਾ ਡ੍ਰੌਪਲੇਟਸ, ਉਹ ਦੂਜੇ ਤੇ ਨਾ ਪੈਣ ਤੇ ਦੂਜੇ ਦੀਆਂ ਤੁਹਾਡੇ ਤੇ ਨਾ ਆਉਣ। ਸੋ ਬਸ ਇੰਨਾ ਸਿੰਪਲ ਜਿਹਾ ਫੰਡਾ ਹੈ ਜ਼ਿੰਦਗੀ ਨੂੰ। ਹੁਣ ਵੀ ਜ਼ਰੂਰ ਇਹ ਦਿਨ ਵੀ ਲੰਘ ਜਾਣਗੇ ਤੇ ਅਸੀਂ ਫਿਰ ਦੁਬਾਰਾ ਸਾਰੇ ਜਾਣੇ ਇਕੱਠੇ ਹੋਵਾਂਗੇ। ਬਲਜੀਤ ਕੌਰ ਜੀ GCG ਲੁਧਿਆਣਾ ਤੋਂ, ਉਹਨਾਂ ਦਾ ਵੀ ਸਾਨੂੰ ਮੈਸੇਜ ਆਇਆ। ਸੋ ਮੈਂ ਡਾਕਟਰ ਦੀਪ, ਡਾਕਟਰ ਸ਼ਾਮ ਸੁੰਦਰ ਜੀ ਦਾ, ਔਰ ਸਾਡੇ ਨਾਲ ਬੜੀਆਂ ਪਿਆਰੀਆਂ ਕਵਿਤਾਵਾਂ ਉਹਨਾਂ ਨੇ ਅੱਜ ਸਾਂਝੀਆਂ ਕੀਤੀਆਂ। ਸੋ ਸਾਨੂੰ ਇੱਕ ਕਵੀ ਹੋਰ ਲੱਭ ਗਿਆ। ਸਾਡੀ ਕੋਸ਼ਿਸ਼ ਹੁੰਦੀ ਆ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਕਿ ਅਸੀਂ ਸਾਰੇ ਜਿਹੜੇ ਸਾਡੇ ਲੇਖਕ ਨੇ ਉਹ ਸਭ ਦੇ ਸਾਹਮਣੇ ਆਉਣ। ਸੋ ਡਾਕਟਰ ਦੀਪ, ਤੁਹਾਡਾ ਬਹੁਤ ਸ਼ੁਕਰੀਆ, ਔਰ ਇਸੇ ਤਰ੍ਹਾਂ ਹੋਰ ਨਵੀਆਂ ਨਵੀਆਂ ਉਪਲਬਧੀਆਂ ਕਰਦੇ ਰਹੋ ਕਿ ਜਿਹੜੀ ਪੰਜਾਬ ਸਾਹਿਤ ਅਕੈਡਮੀ ਇੱਕ ਪੁਲ ਦਾ ਕੰਮ ਕਰੇ ਦਰਸ਼ਕਾਂ 'ਚ, ਪਾਠਕਾਂ 'ਚ, ਔਰ ਇੱਕ ਦੂਜੇ ਨੂੰ ਨਾਲ ਜੋੜੇ। ਜੀ ਡਾਕਟਰ ਸਾਹਿਬ, ਕੋਈ ਆਖਰੀ ਕਮੈਂਟ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਹੁਤ ਸੰਖੇਪ ਦੇ ਵਿੱਚ? ਜੀ ਬਸ ਇਹੀ ਸੀਗਾ ਕਿ ਜਿਹੜੀ ਆਪਣੀ ਗੱਲ ਮਤਲਬ ਕਿ ਡਰਦੀ ਹੈਗੀ ਹੈ, ਮੇਰਾ ਸ਼ੁਰੂ ਤੋਂ ਜਿਹੜਾ ਕਾਲਮ ਦਾ ਨਾਮ ਹੀ ਸੁਚੇਤ ਰਹੋ ਹੈਗਾ ਸੀਗਾ, ਵੀ ਡਰਨ ਘਬਰਾਉਣ ਤੋਂ ਵੱਧ, ਕਿਉਂਕਿ ਉਹਨੇ ਜਿਹੜਾ ਨੁਕਸਾਨ ਕਰਨਾ, ਮੈਂ ਪਿੱਛੇ ਵੀ ਗੱਲ ਕਹੀ ਸੀ ਵੀ ਉਹਨੇ ਜਿਹੜਾ ਨੁਕਸਾਨ ਕਰਨਾ ਉਹ ਬਹੁਤ ਲੰਮਾ ਜਾਊਗਾ। ਸਰੀਰਕ ਨੁਕਸਾਨ ਅਸੀਂ ਮਤਲਬ ਕਿ ਹੌਲੀ ਹੌਲੀ ਜਿਹੜਾ ਹੈਗਾ ਉਹਨੂੰ ਉਸ ਤੋਂ ਬਾਹਰ ਆ ਜਾਵਾਂਗੇ। ਚਾਹੇ ਉਹ ਨਮੋਨੀਆ ਵੀ ਹੋ ਜਾਏ ਤਾਂ ਨਮੋਨੀਆ ਠੀਕ ਹੋ ਜਾਂਦਾ। ਅਸੀਂ ਕੋਈ ਨਮੋਨੀਆ, ਸਾਡੇ ਵਾਸਤੇ ਕੋਈ ਨਵਾਂ ਨਾਮ ਨਹੀਂ ਹੈਗਾ, ਇਹ ਅਸੀਂ ਸੁਣਿਆ ਹੈਗਾ। ਪਰ ਜਿਹੜੀ ਅਸੀਂ ਮਨ ਅਤੇ ਸਮਾਜ ਦੀਆਂ ਜਿਹੜੀਆਂ ਨਵੀਆਂ ਪਰਤਾਂ ਖੁੱਲ੍ਹਦੀਆਂ ਦੇਖੀਆਂ ਨੇ ਰਿਸ਼ਤਿਆਂ ਦੀਆਂ ਤੇ ਮਨ ਦੀਆਂ, ਇਹਨਾਂ ਨੂੰ ਮਤਲਬ ਕਿ ਅਸੀਂ ਥੋੜ੍ਹਾ ਜਿਹਾ ਸੰਭਾਲ ਕੇ ਰੱਖੀਏ ਤੇ ਇਸ ਤੋਂ ਬਚ ਕੇ ਰਹੀਏ, ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਢੰਗ ਦੇ ਨਾਲ ਜ਼ਿੰਦਗੀ ਜੀ ਸਕਾਂਗੇ। ਸਰੀਰ ਦਾ ਨੁਕਸਾਨ ਜਿਹੜਾ ਹੈਗਾ ਉਹ ਭੁੱਲ ਵੀ ਜਾਂਦਾ ਹੈਗਾ ਤੇ ਉਸਦਾ ਕੋਈ ਨਿਸ਼ਾਨ ਵੀ ਨਹੀਂ ਰਹਿੰਦਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਰਬਜੀਤ ਸੂਲਪੁਰਾ ਨੇ ਸਾਰਿਆਂ ਨੂੰ ਬਾਈ ਨੇਮ ਇਹਨਾਂ ਦਾ ਥੈਂਕਸ ਕੀਤਾ ਹੈ। ਤੇ ਆਪਾਂ ਅੱਜ ਦੇ ਇਸ ਸਫਲ ਸੈਸ਼ਨ ਤੋਂ ਬਾਅਦ ਡਾਕਟਰ ਸਾਹਿਬ ਨੂੰ ਕਦੇ ਫੇਰ ਵੀ ਇੱਕ ਦਿਨ ਬੁਲਾਵਾਂਗੇ। ਇਹਨਾਂ ਦੇ ਨਾਲ ਕੁਝ ਹੋਰ ਡਾਕਟਰ, ਕੋਸ਼ਿਸ਼ ਹੈ ਕਿ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੂੰ ਵੀ ਇੱਥੇ ਬੁਲਾਈਏ ਤੇ ਇਹਨਾਂ ਨਾਲ ਕੋਈ ਸਾਂਝੀ ਗੱਲਬਾਤ ਵੀ ਆਪਾਂ ਕਰ ਸਕੀਏ, ਕੁਝ ਹੋਰ ਗੱਲਾਂ ਬਾਹਰ ਨਿਕਲ ਸਕਣ। ਕੱਲ ਅਸੀਂ ਬਹੁਤ ਮਹੱਤਵਪੂਰਨ ਸੈਸ਼ਨ ਦੇ ਵਿੱਚ ਐਂਟਰ ਕਰ ਰਹੇ ਹਾਂ। ਮੈਂ ਥੋੜੀ ਜਿਹੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਾਂ। ਕੱਲ ਸਾਡੇ ਨਾਲ 2 ਲੋਕ ਪੱਖੀ ਗਾਇਕ ਸ਼ਾਮਲ ਹੋਣਗੇ, ਇੱਕ ਜਗਸੀਰ ਜੀਤਾ ਜੀ ਤੇ ਦੂਜੇ ਜਗਰਾਜ ਧੌਲਾ ਜੀ, ਜਿਨ੍ਹਾਂ ਦਾ ਪੰਜਾਬੀ ਲੋਕ ਪੱਖੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਂ ਹੈ।
ਉਹ ਦੋਨੇ ਗਾਇਕ ਕੱਲ ਦੇ ਸੈਸ਼ਨ ਦੇ ਵਿੱਚ ਸਾਡੇ ਮਹਿਮਾਨ ਹੋਣਗੇ। ਸੋ ਕੱਲ ਦਾ ਸੈਸ਼ਨ ਬਹੁਤ ਮਹੱਤਵਪੂਰਨ ਸੈਸ਼ਨ ਇਸ ਰੂਪ ਦੇ ਵਿੱਚ ਹੋਣਾ ਹੈ ਕਿ ਅਸੀਂ ਕਿਹੋ ਜਿਹੇ ਗੀਤ ਸੁਣਨੇ ਨੇ, ਕਿਹੋ ਜਿਹਾ ਮਨੋਰੰਜਨ ਕਰਨਾ ਹੈ, ਕਿਹੋ ਜਿਹਾ ਐਂਟਰਟੇਨਮੈਂਟ ਕਰਨਾ ਹੈ। ਉਹ ਇੱਕ ਮਾਪਦੰਡ ਹੋਊਗਾ, ਇੱਕ ਪੈਰਾਮੀਟਰ ਹੋਊਗਾ ਕਿ ਸਾਡਾ ਸੋਚ ਸਵਾਦ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੋ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਕੱਲ ਨੂੰ ਇਸੇ ਤਰ੍ਹਾਂ ਸਾਡੇ ਨਾਲ ਜੁੜੋ, ਹੋਰ ਵੱਡੀ ਗਿਣਤੀ ਜੁੜੋ। ਲਾਸਟ ਗੱਲ ਇਹ ਹੈ ਕਿ ਜਿਹੜਾ ਲਿੰਕ ਹੁੰਦਾ ਉਹੀ ਰਿਪੀਟ ਹੁੰਦਾ ਰੋਜ਼, ਨਵਾਂ ਲਿੰਕ ਮੰਗਣ ਦੀ ਲੋੜ ਨਹੀਂ ਹੈਗੀ। ਜਿਹੜਾ ਲਿੰਕ ਤੁਹਾਡੇ ਕੋਲ ਆ ਗਿਆ ਇਸੇ ਲਿੰਕ ਨਾਲ ਤੁਸੀਂ ਐਂਟਰ ਕਰ ਸਕਦੇ ਹੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਸਾਹਿਤ ਅਕੈਡਮੀ ਵੱਲੋਂ, ਡਾਕਟਰ ਸਰਬਜੀਤ ਕੌਰ ਸੋਹਲ ਵੱਲੋਂ, ਸਤਪਾਲ ਟਿੱਕੀ ਵੱਲੋਂ, ਮੇਰੇ ਵੱਲੋਂ, ਡਾਕਟਰ ਸਾਹਿਬ ਤੁਹਾਡਾ, ਹਰਭਗਵਾਨ ਚਾਵਲਾ ਜੀ ਤੁਹਾਡਾ, ਤੇ ਬਾਕੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਆਪਾਂ ਕੱਲ ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਇਸੇ ਵਕਤ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਜੀ ਸ਼ੁਕਰੀਆ ਜੀ।